ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕਨੂਰ ਰੇਡੀਓ ਦੇ ਪਰਿਵਾਰ ਵਿੱਚ ਦਾਸ ਮਲਕੀਤ ਸਿੰਘ ਆਪ ਸਾਰੇ ਗੁਰਸਿੱਖਾਂ ਦਾ ਸਵਾਗਤ ਕਰਦਾ ਹੈ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਆਪ ਸਾਰੇ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ। ਖਾਲਸਾ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਜੀ ਥੱਲੇ ਇਕੱਠੇ ਹੋਣ ਦਾ ਬਲ ਬਖਸ਼ਣ। ਸੋ ਜਿਵੇਂ ਕਿ ਆਪ ਜੀ ਦੇ ਨਾਲ ਪਿਛਲੇ ਵੀ ਇੱਕ ਸਾਂਝ ਪਾਈ ਸੀ ਕਿ ਆਪਾਂ ਕੋਸ਼ਿਸ਼ ਕਰਾਂਗੇ ਕਿ ਸਤਿਕਾਰਯੋਗ ਗਿਆਨੀ ਸੁਰਜੀਤ ਸਿੰਘ ਜੀ ਖੰਡੇਵਾਲਾ ਇਟਲੀ ਤੋਂ, ਅਤੇ ਉਹਨਾਂ ਨੂੰ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਬੇਨਤੀ ਕੀਤੀ ਸੀ ਵੀ ਆਪਾਂ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਇੰਨੀ ਪਿਆਰੀ ਜਿਹੜੀ ਆ ਮਰਿਆਦਾ ਬਖਸ਼ੀ ਆ, ਸੋ ਆਪਾਂ ਉਹਦੇ ਉੱਤੇ ਜ਼ਰੂਰ ਗੁਰੂ ਦੇ ਪਿਆਰ ਦੀਆਂ ਬਾਤਾਂ ਪਾਇਆ ਕਰੀਏ ਕਨੂਰ ਰੇਡੀਓ ਦੇ ਉੱਤੇ। ਸੋ ਇਸੇ ਸੰਕਲਪ ਨੂੰ ਲੈ ਕੇ ਹੀ ਜਿਹੜਾ ਸੀ ਮਾਧਿਅਮ ਸ਼ੁਰੂ ਕੀਤਾ ਗਿਆ ਸੀ। ਅਤੇ ਚਲੋ ਕਈ ਐਸੇ ਜਿਹੜੇ ਹੈਗੇ ਵਰਤਾਰੇ ਵਰਤ ਜਾਂਦੇ ਨੇ ਜਿਨ੍ਹਾਂ ਨੂੰ ਲੈ ਕੇ ਪ੍ਰੋਗਰਾਮ ਕਰਨੇ ਪੈਂਦੇ ਨੇ। ਸੋ ਉਹ ਵੀ ਨਾਲ ਦੀ ਨਾਲ ਪ੍ਰੋਗਰਾਮ ਚੱਲ ਰਹੇ ਨੇ, ਪਰ ਕੋਟਾਨ ਕੋਟ ਧੰਨਵਾਦ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਅਸੀਂ ਆਪਣੇ ਮੇਨ ਜਿਹੜਾ ਸੰਕਲਪ ਨੂੰ ਲੈ ਕੇ ਪ੍ਰੋਗਰਾਮ ਉਲੀਕੇ ਸੀਗੇ। ਸੋ ਆਪਾਂ ਅੱਜ ਉੱਥੇ ਜਿਹੜਾ ਹੈ ਉਹ ਪ੍ਰੋਗਰਾਮ ਕਰ ਰਹੇ ਹਾਂ। ਜਿਵੇਂ ਆਪਾਂ ਪਿਛਲੇ ਵੀਕ ਸਰਵਣ ਕੀਤਾ ਸੀ ਗਿਆਨੀ ਜੀ ਕੋਲੋਂ, 2 ਆਪਾਂ ਪ੍ਰੋਗਰਾਮ ਜਿਹੜੇ ਸੀ ਉਹ ਸ਼ਾਸਤਰਾਂ ਦੇ ਪ੍ਰਥਾਏ ਕੀਤੇ ਸੀ। ਸੋ ਬਹੁਤ ਪਿਆਰ ਬਖਸ਼ਿਆ ਸੰਗਤਾਂ ਨੇ, ਉਹਦੇ ਲਈ ਧੰਨਵਾਦ ਹੈ। ਸੋ ਅੱਜ ਵੀ ਪ੍ਰੋਗਰਾਮ ਜੋ ਹੈ ਉਹ ਮਰਿਆਦਾ ਦੇ ਪ੍ਰਥਾਏ ਆਪਾਂ ਫਸਟ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ। ਅਤੇ ਇਹਦੇ ਲਈ ਮੇਰੀ ਇੱਕ ਬੇਨਤੀ ਹੀ ਸਾਰੇ ਹੀ ਸੁਣਨ ਵਾਲੇ ਜਿੰਨੇ ਵੀ ਗੁਰਸਿੱਖ ਪਿਆਰੇ ਨੇ ਕਿ ਗੁਰੂ ਪਾਤਸ਼ਾਹ ਜੀ ਚਰਨਾਂ ਵਿੱਚ ਅਰਦਾਸ ਜ਼ਰੂਰ ਕਰਿਓ ਕਿ ਗੁਰੂ ਪਾਤਸ਼ਾਹ ਜੀ ਆਪ ਹੀ ਰਹਿਮਤਾਂ ਕਰਕੇ ਤਰਸ ਕਰਕੇ ਸੋ ਸਾਰਾ ਜਿਹੜਾ ਹੈਗੇ ਵਿਚਾਰ ਕਰਵਾ ਲੈਣ। ਸੋ ਦੀਨ ਦਿਆਲ ਜੀ ਸਮਰੱਥ ਨੇ, ਹਾਜ਼ਰ ਨਾਜ਼ਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਅਤੇ ਆਓ ਆਪਾਂ ਜਿਹੜਾ ਹੈ ਉਹ ਸਮਾਂ ਨਾ ਜ਼ਿਆਦਾ ਲੈਂਦੇ ਹੋਇਆਂ ਗਿਆਨੀ ਜੀ ਨਾਲ ਜਿਹੜੀ ਹੈ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਭਾਈ ਸਾਹਿਬ ਜੀ, ਭਾਈ ਮਲਕੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਆ ਗਿਆਨੀ ਜੀ ਆਪ ਜੀ ਦਾ ਇੱਕ ਨੂਰ ਰੇਡੀਓ ਦੇ ਉੱਤੇ। ਧੰਨਵਾਦ ਮਹਾਰਾਜ ਜੀ। ਜੀ ਦਾ ਧੰਨਵਾਦ ਧੰਨਵਾਦ ਆਪ ਜੀ ਦਾ ਹੈ ਕਿ ਆਪ ਜੀ ਨੇ ਇੰਨੇ ਰੁਝੇਵੇਂ ਦੇ ਵਿੱਚੋਂ ਟਾਈਮ ਕੱਢ ਕੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਜੀ। ਨਹੀਂ, ਕੋਈ ਗੱਲ ਨਹੀਂ ਮਹਾਰਾਜ ਜੀ, ਗੁਰੂ ਵਾਸਤੇ ਹੀ ਹੈ ਸਾਰਾ ਸਮਾਂ, ਗੁਰੂ ਜੀ ਦਾ ਹੀ। ਵਾਹਿਗੁਰੂ ਜੀ। ਬਾਬਾ ਜੀ, ਆਪਾਂ ਅੱਜ ਜਿਹੜਾ ਸੀ ਉਹ ਜਦੋਂ ਵੀ ਆਪਣੀ ਗੱਲ ਹੋਈ ਸੀ ਨਾ ਵੀ ਆਪਾਂ ਮਰਿਆਦਾ ਦੇ ਪ੍ਰਥਾਏ ਜਿਹੜਾ ਹੈਗਾ ਆਪਾਂ ਲੜੀਵਾਰ ਪ੍ਰੋਗਰਾਮ ਕਰਾਂਗੇ ਜੀ ਜੀ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਜ ਦਾ ਆਪਾਂ ਵਿਸ਼ਾ ਹੈ ਉਹ ਆਪਾਂ ਇੰਨਾ ਕੁ ਲਿਆ ਕਿ ਜਦੋਂ ਆਪਾਂ ਗੁਰੂ ਘਰ ਜਾਂਦੇ ਹਾਂ, ਅੱਜ ਸਾਡੇ ਬੱਚਿਆਂ ਦੇ ਵਿੱਚ ਇੱਕ ਗੱਲ ਭਰੀ ਵੀ ਜਾ ਰਹੀ ਆ। ਚਲੋ ਉਹ ਆਪਾਂ ਵਿਸ਼ੇ 'ਚ ਨਹੀਂ ਜਾਵਾਂਗੇ। ਅਤੇ ਉਹਦੇ ਵਿੱਚ ਇਹ ਹੈ ਕਿ ਅਸੀਂ ਗੁਰੂ ਘਰ ਗਏ ਸੀ, ਸਾਡੀ ਸੁਣੀ ਨਹੀਂ ਗਈ ਆ। ਸੋ ਅਸੀਂ ਗਏ ਸੀ, ਅਸੀਂ ਅਰਦਾਸ ਕੀਤੀ, ਸਾਡੀ ਸੁਣ ਨਹੀਂ ਹੋਈ ਆ। ਇਸ ਜੇ ਉਲਾਂਭੇ ਤਾਂ ਦੇ ਦਿੱਤੇ, ਪਰ ਉਹਦੇ ਵਿੱਚ ਕਿ ਗੁਰੂ ਘਰ ਜਾਣਾ ਕਿਵੇਂ ਸੀ ਸ਼ਾਇਦ ਅਸੀਂ ਬੱਚਿਆਂ ਨੂੰ ਇਹ ਦੱਸ ਨਾ ਸਕੇ। ਸੋ ਉਹਦੇ ਲਈ ਜ਼ਰੂਰ ਜੇ ਆਪ ਜੀ ਕੁਛ ਬਚਨ ਜਿਹੜੇ ਹੈਗੇ ਸੰਗਤਾਂ ਨਾਲ ਸਾਂਝੇ ਕਰੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਗੁਰੂ ਕੀ ਸੰਗਤ ਨੂੰ, ਸਾਰੇ ਸਰੋਤਿਆਂ ਨੂੰ ਜਿਹੜੇ ਗੁਰੂ ਕੇ ਪਿਆਰ ਇਹ ਕਨੂਰ ਰੇਡੀਓ ਨੂੰ ਸੁਣ ਰਹੇ, ਮੇਰੀ ਆਵਾਜ਼ ਠੀਕ ਆ ਰਹੀ? ਜੀ ਜੀ ਬਿਲਕੁਲ ਸਾਫ਼ ਆ ਜੀ ਆਵਾਜ਼। ਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਹੈ, ਮਹਾਰਾਜ ਜੀ ਵੀ ਜਗ ਜਲੰਦਾ ਰੱਖ ਲਓ ਆਪਣੀ ਕਿਰਪਾ ਧਾਰ। ਵਾਹਿਗੁਰੂ ਜੀ। ਜਾਂ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ, ਪਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰੇ। ਵਾਹਿਗੁਰੂ ਜੀ। ਕਿਰਪਾ ਕਰਨ ਸੱਚੇ ਪਾਤਸ਼ਾਹ ਜੀ, ਸਰਵ ਰੋਗ ਕਾ ਔਖਦ ਨਾਮ। ਦੇਖੋ ਸਾਰੇ ਪਾਸੇ ਜਿਹੜਾ ਆ ਆਪਾਂ ਭਿਆਨਕ ਬਿਮਾਰੀ ਦਾ ਜਿਹੜਾ ਰੋਗ ਆ, ਜਿਹੜਾ ਇਹ ਸਾਰੇ ਪਾਸੇ ਜਿਹੜਾ ਮੈਂ ਦੇਖਿਆ ਵਿਛਾਇਆ ਹੋਇਆ ਇਸ ਵੇਲੇ ਸਾਰੇ ਮੁਲਕਾਂ 'ਚ। ਜੀ ਜੀ ਜੀ। ਤੇ ਬੜਾ ਡਰ ਭੈ ਬਣਿਆ ਹੋਇਆ ਸਾਰਿਆਂ ਨੂੰ, ਤੇ ਸਾਰੇ ਜਿਹੜੇ ਗੁਰੂ ਪਿਆਰ ਕਰਨ ਵਾਲੇ ਆ ਮਹਾਰਾਜ ਸਾਹਿਬ ਜੀ ਦਾ ਆਸਰਾ ਲੈ ਰਹੇ ਆ, ਤੇ ਲੈਣਾ ਵੀ ਚਾਹੀਦਾ। ਬਿਲਕੁਲ ਜੀ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਰਿਆਂ ਤੇ ਤੰਦਰੁਸਤੀਆਂ ਵਰਤਾਉਣ, ਸਾਰਿਆਂ ਨੂੰ ਸੁੱਖ ਸ਼ਾਂਤੀ ਪ੍ਰਦਾਨ ਕਰਨ। ਵਾਹਿਗੁਰੂ ਸੱਚੇ ਪਾਤਸ਼ਾਹ ਚਰਨ ਗੁਰੂ ਸਾਹਿਬ ਜੀ ਆਪ ਹਾਜ਼ਰ ਨਾਜ਼ਰ ਨੇ। ਬਾਕੀ ਜਿਹੜੀ ਗੱਲ ਹੁੰਦੀ ਆ, ਆਪਾਂ ਜਿਹੜੀ ਗੱਲ ਕਰ ਰਹੇ ਆ ਮਰਜ਼ਾਦਾ ਦੀ, ਸੱਚੇ ਪਾਤਸ਼ਾਹ ਦੇ ਘਰ ਕਿਵੇਂ ਜਾਣਾ ਜੀ, ਇਹਦੇ ਵਿੱਚ ਜਿਹੜਾ ਇਤਿਹਾਸ ਆ ਸਾਡੇ ਕੋਲੇ, ਜਾਂ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਆ ਜੀ, ਸੱਚੇ ਪਾਤਸ਼ਾਹ ਜੀ ਦੀ, ਉਹ ਇਤਿਹਾਸ ਜਿਹੜਾ ਉਹਨੇ ਸਾਨੂੰ ਇਸ ਗੱਲ ਦਾ ਸੰਕੇਤ, ਸਾਡੀ ਅਗਵਾਈ ਕਰ ਰਿਹਾ ਇਤਿਹਾਸ ਕਿ ਪੁਰਾਤਨ ਸਿੱਖਾਂ ਅੰਦਰ ਸੱਚੇ ਪਾਤਸ਼ਾਹ ਜੀ ਦੇ ਸ਼ਰਧਾ ਦਾ ਦਰਸ਼ਨ ਕਰਨ ਤੇ ਸ਼ਰਧਾ ਵਿਸ਼ਵਾਸ ਕਿੰਨਾ ਸੀ ਉਹਨਾਂ ਦੇ ਅੰਦਰ। ਜੀ ਬਿਲਕੁਲ।
ਤੇ ਉਹ ਜਾਂਦੇ ਸੀ ਮਹਾਰਾਜ ਸਾਹਿਬ ਦੇ ਦਰਸ਼ਨਾਂ ਲਈ, ਕਿੰਨੀ ਭਾਵਨਾ ਨਾਲ ਜਾਂਦੇ ਸੀ। ਤੇ ਫਿਰ ਮਹਾਰਾਜ ਉਹਨਾਂ ਦੀ ਭਾਵਨਾ ਨੂੰ ਫਲ ਲਾਉਂਦੇ ਸੀ। ਦੇਖੋ ਗੁਰੂ ਭਾਵਨਾ ਤੇ ਖੜਾ ਆ। ਗੁਰੂ ਨੇ ਤਾਂ ਕਿਤੇ ਵੀ ਗੁਰਬਾਣੀ ਵਿੱਚ ਇਹ ਨਹੀਂ ਕਿਹਾ ਹੋਇਆ ਵੀ ਗੁਰੂ ਭੁੱਖਾ ਆ। ਵਾਹਿਗੁਰੂ ਜੀ। ਗੁਰੂ ਨੂੰ ਜਦੋਂ ਹੀ ਕਿਹਾ, ਗੁਰੂ ਤਾਂ ਦਾਤਾ ਹੀ ਆ। ਮਤਲਬ ਤੁਮ ਦਾਤੇ, ਤੁਮ ਦਾਤਾ, ਤੂੰ ਮਤਲਬ ਬਚਨ ਆਉਂਦਾ ਨਾ ਮਹਾਰਾਜ, ਤੁਮ ਦਾਤੇ। ਜੀ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਦਾ ਬਚਨ ਆ ਵੀ ਜਗਤ ਭੁਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਭ ਕੋ ਦਾਤਾ ਰਾਮ ਜੀ। ਵਾਹਿਗੁਰੂ। ਕਹਿੰਦੇ ਆ ਵੀ ਤੂੰ ਦਾਤਾ ਜੀਆਂ ਸਭਨਾ ਕਾ, ਬਸੋ ਮੇਰੇ ਮਨ ਮਾਹੀ। ਵਾਹਿਗੁਰੂ ਜੀ। ਮਹਾਰਾਜ ਤੁਸੀਂ ਦਾਤੇ ਆ ਮਤਲਬ ਸੰਸਾਰ ਦੇ, ਤੇ ਬਾਕੀ ਸਾਰੇ ਜਿਹੜੇ ਆ ਉਹ ਸੰਸਾਰ ਵਿੱਚ ਮੰਗਤੇ ਹੀ ਆ। ਪਰ ਇੱਕ ਥਾਂ ਮਹਾਰਾਜ ਸਾਹਿਬ ਜੀ ਦੇ ਬਾਬਤ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਵੀ ਨਹੀਂ ਮਹਾਰਾਜ ਜੀ, ਜਿਹੜਾ ਰੱਬ ਆ ਉਹ ਵੀ ਭੁੱਖਾ, ਉਹਨੂੰ ਵੀ ਭੁੱਖ ਲੱਗਦੀ ਹੈ। ਵਾਹਿਗੁਰੂ ਜੀ। ਤੇ ਭੁੱਖ ਕਿਸ ਗੱਲ ਦੀ ਆ? ਉਹ ਮਹਾਰਾਜ ਜੀ ਦੇ ਪਰਥਾਏ ਭਗਤ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਿਹਾ ਵੀ ਗੋਬਿੰਦ ਭਾਓ ਭਗਤ ਦਾ ਭੁੱਖਾ। ਵਾਹਿਗੁਰੂ ਜੀ। ਪਰਮਾਤਮਾ ਜਿਹੜਾ ਆ ਉਹ ਪ੍ਰੇਮ ਦਾ ਭੁੱਖਾ ਆ, ਉਹ ਪ੍ਰੇਮ ਹੀ ਚਾਹੁੰਦਾ ਆ ਜੀ। ਬਿਲਕੁਲ ਜੀ। ਤੋ ਜਿਹੜੇ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਮਹਾਰਾਜ ਸਾਹਿਬ ਕੋਲੇ ਗਏ ਆ, ਉਹ ਕੋਈ ਖਾਲੀ ਨਹੀਂ ਆਇਆ। ਉਹਨਾਂ ਨੂੰ ਮਹਾਰਾਜ ਨੇ ਆਪਣੇ ਵਰਗੇ ਕਰ ਲਿਆ। ਹਰ ਕਾ ਸੇਵਕ ਹਰਿ ਕੀ ਜਿਹਾ, ਭੇਦ ਨਾ ਜਾਣੋ ਮਾਨਸ ਦੇ। ਵਾਹਿਗੁਰੂ ਜੀ। ਉਹ ਜਿਹੜੇ ਭਾਵਨਾ ਨਾਲ ਗਏ ਆ, ਜਿਨ੍ਹਾਂ ਨੇ ਜਿਹੜੇ ਸ਼ਰਧਾ ਭਾਵਨਾ ਨਾਲ ਤੁਰਦੇ ਆ, ਫਿਰ ਮਹਾਰਾਜ ਸਾਹਿਬ ਦੇ ਘਰੋਂ ਖਾਲੀ ਨਹੀਂ ਆਉਂਦੇ, ਬਲਕਿ ਦਾਤੇ ਬਣ ਜਾਂਦੇ ਆ, ਦਾਤਾ ਦੇਣ ਵਾਲੇ ਬਣ ਜਾਂਦੇ ਆ। ਇੱਕ ਪੰਕਤੀ ਭਾਈ ਗੁਰਦਾਸ ਸਾਹਿਬ ਜੀ ਨੇ ਕਹੀ ਜੀ। ਭਾਈ ਸਾਹਿਬ ਕਹਿੰਦੇ ਸਤਿਗੁਰੂ ਚਰਨ ਸ਼ਰਨ ਚਲੇ ਜਾਏ ਸਿੱਖ। ਵਾਹਿਗੁਰੂ ਜੀ। ਆਪਾਂ ਇੱਥੋਂ ਪ੍ਰਾਰੰਭ ਹੁਣ ਕਰ ਲੈਣੀ ਮਰਜ਼ਾਦਾ, ਤੇ ਨਾਲ ਗੁਰੂ ਕੀਆਂ ਪੰਕਤੀਆਂ ਆਪਾਂ ਲੈ ਲੈਣੀਆਂ। ਗੁਰੂ ਘਰ ਮਹਾਰਾਜ ਸਾਹਿਬ ਕਹਿੰਦੇ ਵੀ ਆਪਾਂ ਨੂੰ ਮਿਲਦਾ ਕੀ ਆ, ਹਨਾ ਜੀ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਵੀ ਸਤਿਗੁਰੂ ਚਰਨ ਸ਼ਰਨ ਚਲੇ ਜਾਏ ਸਿੱਖ, ਤਾਂ ਕਿ ਚਰਨ ਸ਼ਰਨ ਜਗਤ ਚਲਿਆ। ਜੀ। ਜੇ ਕੋਈ ਗੁਰੂ ਦਾ ਸਿੱਖ ਗੁਰੂ ਦੇ ਚਰਨਾਂ 'ਚ ਚਲੇ ਜਾਵੇ ਨਾ ਜੀ, ਤੇ ਫਿਰ ਗੁਰੂ ਐਸੀ ਕਿਰਪਾ ਕਰਦਾ, ਸਾਰਾ ਜਗਤ ਉਹਦੇ ਚਰਨਾਂ 'ਚ ਚੱਲ ਕੇ ਆਉਂਦਾ। ਵਾਹਿਗੁਰੂ ਜੀ। ਸਤਿਗੁਰੂ ਕੀ ਸਿੱਖਿਆ ਦਿਖਿਆ ਹਿਰਦੇ ਪ੍ਰਵੇਸ਼ ਜਾਏ, ਤਾਂ ਕਿ ਸਿੱਖਿਆ ਸੁਣ ਪਰਮ ਪਦ ਪਾਵੇ ਹੀ। ਵਾਹਿਗੁਰੂ ਜੀ। ਇਹਨੂੰ ਮਹਾਰਾਜ ਦੇ ਬਚਨ ਆਪਦੇ ਹਿਰਦੇ 'ਚ ਵਸਾ ਲਵੇ, ਤੇ ਉਹਦੇ ਬਚਨਾਂ ਨੂੰ ਸੁਣ ਕੇ ਫਿਰ ਸੰਸਾਰ ਦਾ ਕਲਿਆਣ ਹੋਵੇਗਾ। ਜੀ। ਸਾਡੇ ਕੋਲੇ ਉਦਾਹਰਨ ਵਜੋਂ ਭਾਈ ਮੰਝ ਜੀ ਦਾ ਜੀਵਨ ਪਿਆ। ਜੀ। ਭਾਈ ਮੰਝ ਨੂੰ ਮਹਾਰਾਜ ਸਾਹਿਬ ਜੀ ਨੇ, ਬੇਸ਼ੱਕ ਉਹਨਾਂ ਤੇ ਕਸਵੱਟੀ ਲੱਗੀ, ਪਰ ਭਾਈ ਸਾਹਿਬ ਨੂੰ ਆਖਰ ਗੁਰੂ ਅਰਜਨ ਸਾਹਿਬ ਜੀ ਨੇ ਕਹਿ ਦਿੱਤਾ ਸੀ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹ ਜਗ ਲੰਘਣ ਹਾਰਾ। ਜੀ। ਤੂੰ ਸਾਡਾ ਜਹਾਜ਼ ਹੈ ਭਾਈ ਮੰਝ, ਵਾਹਿਗੁਰੂ। ਜਿਹੜਾ ਤੇਰੇ ਕੋ ਆਇਆ ਕਰੇਗਾ, ਤੂੰ ਭਾਵ ਸਾਗਰ ਤੋਂ ਪਾਰ ਕਰ ਦਿਆ ਕਰੇਗਾ। ਜੀ। ਪਰ ਪਹਿਲਾਂ ਭਾਈ ਮੰਝ ਜੀ ਤੁਰੇ। ਪਹਿਲਾਂ ਤੁਰਨ ਦੀ ਗੱਲ ਚੱਲ ਰਹੀ ਆ ਹੁਣ, ਜੀ। ਕਿ ਆਪਾਂ ਕਿਵੇਂ ਤੁਰਨਾ ਪਹਿਲਾਂ ਤੁਰਨਾ ਪਵੇਗਾ। ਜੀ। ਦੇਖੋ ਨਿਰਾਸ਼ ਹੋ ਜਾਣਾ, ਨਿਰਾਸ਼ ਬੰਦਾ ਕਈ ਵਾਰੀ ਆਪਣੇ ਪਰਿਵਾਰ ਤੋਂ ਵੀ ਹੋ ਜਾਂਦਾ ਆ, ਆਪਣੀ ਪਤਨੀ ਤੋਂ ਹੋ ਜਾਂਦਾ, ਪਤਨੀ ਪਤੀ ਤੋਂ ਹੋ ਜਾਂਦੀ ਆ, ਪੁੱਤਰਾਂ ਤੋਂ ਹੋ ਜਾਂਦਾ, ਮਿੱਤਰਾਂ ਤੋਂ ਹੋ ਜਾਂਦਾ। ਨਿਰਾਸ਼ਾ ਵਿੱਚੋਂ ਇੱਕ ਗੁਣ ਨਿਕਲਦਾ ਆ। ਜੀ। ਜੇ ਤਾਂ ਉਹ ਇਹ ਗੁਣ ਆ ਵੀ ਨਿਰਾਸ਼ਾ ਚੋਂ ਇਹ ਗੁਣ ਨਿਕਲਦਾ ਕਿ ਹੇ ਵਾਹਿਗੁਰੂ ਮੈਂ ਕੁਛ ਨਹੀਂ ਕਰ ਸਕਦਾ। ਵਾਹਿਗੁਰੂ ਜੀ। ਭਈ ਨਿਰਾਸ਼ ਬਹੁਤ ਦਿਨ ਲੱਗ ਗਏ, ਮੈਂ ਨਿਰਾਸ਼ ਹੋ ਗਈਆਂ ਵਾਹਿਗੁਰੂ, ਹੋ ਗਿਆ ਵਾਂ, ਕਿਉਂਕਿ ਮੈਂ ਸਾਰੇ ਯਤਨ ਕਰਕੇ ਦੇਖ ਲਿਆ, ਮੇਰਾ ਕੀਤਾ ਕੁਛ ਨਹੀਂ ਹੁੰਦਾ। ਜੀ। ਜਦੋਂ ਇਸ ਪਾਸੇ ਨੂੰ ਆਪਾਂ ਚੁਲਦੇ ਹਾਂ ਤੇ ਉਹ ਦੂਰ ਨਹੀਂ ਹੁੰਦਾ ਪਰਮਾਤਮਾ, ਉਹ ਲਾਗੇ ਹੀ ਆ। ਹੈ ਹਜੂਰ ਕਤ ਦੂਰ ਬਤਾਵੋ। ਵਾਹਿਗੁਰੂ ਜੀ। ਜਦੋਂ ਨਿਰਾਸ਼ਾ ਵਿੱਚ ਜਾ ਕੇ ਆਪਾਂ ਇਹ ਕਹਿੰਦੇ ਹਾਂ ਨਾ ਕਿ ਵਾਹਿਗੁਰੂ ਮੇਰੇ ਕੋ ਕੀਤਾ, ਮੇਰਾ ਕੀਤਾ ਕੁਛ ਨਹੀਂ ਹੋ ਰਿਹਾ, ਤੁਸੀਂ ਆਪਣੀ ਕੋਈ ਦਇਆ ਵਰਤਾਓ, ਕੋਈ ਮਿਹਰ ਵਰਤਾਓ, ਕੋਈ ਰਹਿਮਤ ਕਰੋ, ਮੇਰਾ ਕੀਤਾ ਕੁਛ ਨਹੀਂ ਹੋ ਰਿਹਾ। ਤਾਂ ਪਰਮਾਤਮਾ ਸਾਡੇ ਵਿੱਚ ਹੀ ਹੁੰਦਾ, ਪਰਮਾਤਮਾ ਸਾਡੇ ਨਾਲ ਆ, ਪਰਮਾਤਮਾ ਪ੍ਰਗਟ ਹੋ ਜਾਂਦਾ। ਉਹਨੂੰ ਕਦੇ ਵੀ ਸੰਸਾਰ ਤੇ ਫਿਰ ਉਹ ਜਿਹੜਾ ਵਾ ਬੇਆਸਰਾ ਨਹੀਂ ਹੋਣ ਦਿੰਦਾ। ਵਾਹਿਗੁਰੂ। ਵਾਹਿਗੁਰੂ ਜੀ। ਪਰ ਪਹਿਲਾਂ ਉਸਨੂੰ ਇਹ ਮੰਨਣਾ ਕਰਨਾ ਪਵੇਗਾ ਕਿ ਵਾਹਿਗੁਰੂ ਮੇਰਾ ਕੀਤਾ ਕੁਛ ਨਹੀਂ ਹੋ ਰਿਹਾ, ਜਿਵੇਂ ਕੀਤਾ ਕਰਨਾ ਸਰਬ ਰਜਾਈ ਕਸ ਕੀਚੇ ਜੇ ਕਰ ਸਕੀ। ਵਾਹਿਗੁਰੂ ਜੀ। ਸਾਡਾ ਕੀਤਾ ਤਾਂ ਹੋ ਹੀ ਨਹੀਂ ਰਿਹਾ, ਸਾਡਾ ਕੀਤਾ ਨਾ ਹੋ ਸਕਦਾ ਨਾ ਕਰ ਸਕਦੇ। ਜੀ ਬਿਲਕੁਲ। ਉਹਦੇ ਵਿੱਚ ਇਹ ਆ ਵੀ
ਜਿਹੜੀ ਚਰਨ ਸ਼ਰਨ ਜਾਣ ਦੀ ਭਾਵਨਾ ਸੀ ਗੁਰਦੁਆਰੇ ਸਾਹਿਬ ਵਿੱਚ, ਉਹ ਇਹ ਸੀ ਵੀ ਪ੍ਰਾਤਨ ਗੁਰੂ ਕੇ ਸਿੱਖ ਜਿਹੜੇ ਸੀਗੇ ਉਹ ਸ਼ਰਧਾ ਤੇ ਭਾਵਨਾ ਨਾਲ ਮਹਾਰਾਜ ਸਾਹਿਬ ਦੇ ਘਰ ਨੂੰ ਜਾਂਦੇ ਸਨ। ਵਾਹਿਗੁਰੂ ਜੀ। ਜਿਹਦੇ ਵਿੱਚ ਸਾਡੇ ਕੋਲ ਇੱਕ ਉਦਾਹਰਨ ਹੈ, ਪ੍ਰਾਰੰਭਤਾ ਵਿੱਚ ਮੈਂ ਕਰਾਂ ਤੇ ਇਹ ਸੁਲਤਾਨਪੁਰ ਸਾਹਿਬ ਦੇ ਲਾਗੇ ਇੱਕ ਨਗਰ ਆ ਡੱਲਾ, ਭਾਈ ਪਾਰੋ ਜੀ ਦਾ ਨਗਰ ਆ। ਇਹ ਬ੍ਰਹਮ ਗਿਆਨੀਆਂ ਦਾ ਨਗਰ ਸੀ ਜੀ। ਔਰ ਇਹ ਮਾਤਾ ਦਮੋਦਰੀ ਸਾਹਿਬ ਜੀ ਦਾ ਸਥਾਨ ਆ। ਮਾਤਾ ਦਮੋਦਰੀ ਸਾਹਿਬ ਜੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਿਆਹੁਣ ਆਏ ਸੀ ਇੱਥੇ ਜੀ। ਤੇ ਭਾਈ ਪਾਰੋ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਅਨਨਕ ਸੇਵਕ ਆ, ਉਹਨਾਂ ਦੇ ਚਰਨਾਂ ਦੇ ਭੋਰੇ ਆ ਭਾਈ ਪਾਰੋ ਜੀ। ਜੀ। ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਂਦਵਾਲ ਸਾਹਿਬ ਨਿਵਾਸ ਸੀ। ਆਪਾਂ ਨੂੰ ਪਤਾ ਵੀ ਗੋਂਦਵਾਲ ਜਿਹੜਾ ਉਹ ਸਿੱਖੀ ਦਾ ਧੁਰਾ ਆ ਜੀ। ਤੇ ਰੋਜ਼ ਸੁਲਤਾਨਪੁਰ ਸਾਹਿਬ ਤੋਂ ਬਿਆਸ ਦਰਿਆ ਨੂੰ ਪਾਰ ਕਰਕੇ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਇਆ ਕਰਦੇ ਸੀ ਭਾਈ ਪਾਰੋ ਜੀ। ਜੀ। ਅੱਜ ਤਾਂ ਬੜੀਆਂ ਸਹੂਲਤਾਂ ਨੇ, ਅੱਜ ਤਾਂ ਸਾਡੇ ਬੂਹੇ ਮੋਰੇ ਗੁਰਦੁਆਰੇ ਸਾਹਿਬ ਨੇ, ਲਾਗੇ ਲਾਗੇ ਨੇ। ਬਿਲਕੁਲ ਅੱਜ ਤਾਂ ਕੋਈ ਹੋਰ ਚੀਜ਼ ਬਣ ਗਈ। ਜਿੰਨੀ ਕਠਿਨਾਈ ਸੀ ਉਹਨਾਂ ਪ੍ਰੇਮ ਜ਼ਿਆਦਾ ਸੀ। ਜਿਤਨਾ ਹੀ ਅੱਜ ਸਾਡੇ ਕੋਲੇ ਚੀਜ਼ਾਂ ਦੀ ਉਪਲਬਧਤਾ ਆ ਜਾਂ ਸੁੱਖ ਸਹੂਲਤਾਂ ਜ਼ਿਆਦੀਆਂ, ਉਨਾ ਹੀ ਪਿਆਰ ਘਟ ਗਿਆ। ਜੀ। ਬਿਲਕੁਲ ਜੀ। ਜਿੰਨੀ ਕਠਿਨਾਈ ਸੀ, ਅੱਗੇ ਯਾਤਰਾ ਕਰਨ ਵਾਸਤੇ ਕੋਈ ਸਾਧਨ ਨਹੀਂ ਸੀ ਹੁੰਦੇ, ਕੋਈ ਮੋਟਰ ਗੱਡੀਆਂ ਨਹੀਂ ਸੀ, ਕੋਈ ਰਾਹ ਨਹੀਂ ਸੀ, ਕੋਈ ਰਸਤੇ ਨਹੀਂ ਸੀ, ਉਤਨਾ ਹੀ ਸਾਡੇ ਬਜ਼ੁਰਗ ਯਾਤਰਾ ਦਾ ਆਨੰਦ ਜ਼ਿਆਦਾ ਲੈਂਦੇ ਸਨ। ਉਹਨਾਂ ਨੂੰ ਗੁਰੂ ਕੀ ਖੁਸ਼ੀ ਜ਼ਿਆਦਾ ਪ੍ਰਾਪਤ ਹੁੰਦੀ ਸੀ। ਜੀ। ਜਿਤਨਾ ਹੀ ਅੱਜ ਸਾਧਨ ਜ਼ਿਆਦੇ ਨੇ, ਜਿਹੜੀਆਂ ਸੁਵਿਧਾ ਜ਼ਿਆਦੀਆਂ ਹੋ ਗਈਆਂ ਆ, ਕਠਿਨਾਈ ਘਟ ਗਈ ਆ, ਉਤਨਾ ਹੀ ਅਸੀਂ ਜਿਹੜਾ ਸੌਖਾਪਨ ਆ ਗਿਆ, ਉਤਨੇ ਅਸੀਂ ਅੱਜ ਔਖੇ ਹੋ ਗਏ। ਬਿਲਕੁਲ ਜੀ। ਉਹਨਾਂ ਸਾਨੂੰ ਰੱਬ ਦੇ ਘਰੋਂ ਨਿਰਾਸ਼ਾ ਵਿੱਚ ਅਸੀਂ ਫੜੀ ਗੱਡੀ ਤੇ ਇੱਕ ਦਿਨ ਦੇ ਵਿੱਚ ਅਸੀਂ ਸਾਰੇ ਗੁਰਧਾਮਾਂ ਦੇ ਦਰਸ਼ਨ ਕਰ ਆਏ। ਤਖਤ ਕੇਸਗੜ੍ਹ ਸਾਹਿਬ ਚਲ ਗਏ, ਹੋਰ ਲਾਗੇ ਲਾਗੇ ਸਾਰੇ ਸਥਾਨਾਂ ਤੇ ਹੋ ਆਏ। ਤੇ ਪਰ ਜਿਹੜੀ ਸੱਚੇ ਪਾਤਸ਼ਾਹ ਦੇ ਘਰ ਦੀ ਛਾਪ ਸੀਗੀ, ਸਾਰੇ ਘਰ ਦੀ ਸ਼ਰਧਾ ਭਾਵਨਾ ਸੀ, ਉਹ ਸਾਡੇ ਤੇ ਨਹੀਂ ਬਣੀ। ਅਸੀਂ ਸਾਰੇ ਯਾਤਰਾ ਕਰ ਲਈ ਪਰ ਸ਼ਬਦ ਸਾਡੇ ਮਨ ਚ ਇੱਕ ਨਹੀਂ ਵਸਿਆ। ਬਿਲਕੁਲ ਜੀ। ਉਹਦਾ ਭਾਵਨਾ ਦਾ ਉਹਦਾ ਕਾਰਨ ਇਹ ਆ ਵੀ ਅਸੀਂ ਜਿਹੜੀ ਸਾਡੀ ਘਰੋਂ ਤੁਰਨ ਦੀ ਬਿਰਤੀ ਸੀ ਨਾ ਜੀ, ਉਹ ਗੁਰਮਰਜ਼ਾਦਾ ਨਹੀਂ ਸੀ, ਜਿਹੜੀ ਸਤਿਗੁਰੂ ਹੁਣ ਸਾਨੂੰ ਸਮਝਾਉਣ ਲੱਗੇ ਭਾਈ ਪਾਰੋ ਜੀ ਦੇ ਰਾਹੀਂ। ਜੀ। ਭਾਈ ਪਾਰੋ ਜੀ ਰੋਜ਼ ਮਹਾਰਾਜ ਦੇ ਦਰਸ਼ਨ ਕਰਨ ਜਾਂਦੇ ਸੀ ਜੀ। ਤੇ ਦਰਸ਼ਨ ਕਰਨ ਜਾਣਾ ਕਿਉਂ ਆ? ਇੱਕ ਤਾਂ ਸਵਾਲ ਇਹ ਵੀ ਹੋ ਗਿਆ ਜੀ। ਬਿਲਕੁਲ ਜੀ। ਇਹ ਸਵਾਲ ਵੀ ਅੱਜ ਹੁੰਦਾ ਵੀ ਰੋਜ਼ ਗੁਰੂ ਘਰ ਜਾਣ ਦਾ ਕੀ ਲਾਭ ਹੈ? ਕਿਉਂ ਜਾਣਾ ਦਰਸ਼ਨ ਕਰਨ? ਮਹਾਰਾਜ ਕਹਿੰਦੇ ਨੇ ਦਰਸ਼ਨ ਕਰਨ ਕਿਉਂ ਜਾਣਾ? ਵੀ ਇੱਕ ਤਾਂ ਬਚਨ ਵੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਜੀ। ਤੇ ਸਾਡੇ ਹਿਰਦੇ ਦੀ ਪਵਿੱਤਰਤਾ ਮਿਲਦੀ ਹੈ, ਸਾਨੂੰ ਹਿਰਦਾ ਪਵਿੱਤਰ ਹੁੰਦਾ ਤੇ ਕਾਲਪੁਰਖ ਮਹਾਰਾਜ ਸਾਹਿਬ ਦੇ ਦਦਾਰ ਮਿਲਦੇ ਆ ਜੀ। ਵਾਹਿਗੁਰੂ। ਦੁਆਰੇ ਧੋਏ ਅੱਛਾ ਹੋਏ ਸੀ ਜੀ। ਹਾਂਜੀ। ਮੈਨੇ ਅਸੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜਿਹਾ ਕਰਮ ਕਮਾਏ ਤਿਹਾ ਹੋਏ ਸੀ। ਵਾਹਿਗੁਰੂ ਜੀ। ਮਹਾਰਾਜ ਕਹਿੰਦੇ ਗੁਰੂ ਦੁਆਰੇ ਹੋਏ, ਜਾਏ ਨਹੀਂ ਕਿਹਾ ਮਹਾਰਾਜ ਜੀ। ਗੁਰੂ ਦੇ ਦੁਆਰ ਨੂੰ ਲੰਘ ਕੇ ਪਰਮਾਤਮਾ ਦੇ ਘਰ ਜਦੋਂ ਆਪਾਂ ਜਾਂਦੇ ਆ ਤਾਂ ਸਾਨੂੰ ਜੀਵਨ ਚ ਸੋਝੀ ਲੈਣ ਵਾਸਤੇ ਜਾਣਾ ਜੀ। ਤੇ ਜਦੋਂ ਅਸੀਂ ਸੋਝੀ ਲੈਣ ਵਾਸਤੇ ਗੁਰੂ ਕੋ ਜਾਵਾਂਗੇ ਜੀ, ਵੀ ਅਸੀਂ ਜੀਵਨ ਦੀ ਸੋਝੀ ਲੈਣੀ ਆ। ਤੇ ਸੋਝੀ ਕੀ ਆ? ਸੋਝੀ ਤਾਂ ਹੈ ਹੀ ਆ ਵੀ ਆਪਾਂ, ਇਹ ਮੇਰਾ ਭਰਾ ਵਾ, ਮੇਰੀ ਭੈਣ ਆ, ਇਹ ਸਾਡਾ ਵਾ, ਇਸ ਕੰਮ ਨੂੰ ਅਸੀਂ, ਮੈਂ ਇੱਥੇ ਕਿਉਂ ਬੈਠਾ, ਤੁਸੀਂ ਇੱਥੇ ਕਿਉਂ ਬੈਠੇ? ਬਿਲਕੁਲ ਬਿਲਕੁਲ ਜੀ। ਪਰ ਸੋਝੀ ਕਿਸ ਗੱਲ ਦੀ ਲੈਣੀ ਆ? ਸੋਝੀ ਕਿਸ ਗੱਲ ਦੀ ਲੈਣੀ ਆ? ਵੀ ਇਹ ਜੀਵਨ ਜਿਹੜਾ ਸਾਨੂੰ ਪ੍ਰਾਪਤ ਹੋਇਆ ਵਾ, ਕਿਉਂ ਪ੍ਰਾਪਤ ਹੋਇਆ ਵਾ? ਜੀ। ਤੇ ਗੁਰੂ ਦੱਸੇਗਾ ਵੀ ਭਾਈ ਪ੍ਰਾਪਤ ਮਾਨੁਖ ਦੀ ਹਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਜੀ। ਤੂੰ ਪਰਮਾਤਮਾ ਦਾ ਰੂਪ ਆ। ਐਵੇਂ ਨਹੀਂ ਆਪਾਂ ਦੂਜੇ ਨੂੰ ਕਹੀਏ ਵੀ ਤੂੰ ਪਰਮਾਤਮਾ ਦਾ ਰੂਪ ਆ, ਤੇਰੇ ਵਿੱਚ ਪਰਮਾਤਮਾ ਵਸਦਾ। ਉਹਨੂੰ ਆਪਣੀ ਮਾਂ ਚੋਂ ਵੀ ਪਰਮਾਤਮਾ ਨਹੀਂ ਦੀਦਾ, ਆਪਣੇ ਪਿਓ ਚੋਂ ਵੀ ਨਹੀਂ ਦੀਦਾ। ਉਹਨੂੰ ਆਪਾਂ ਕਹੀਏ ਤੂੰ ਏਦਾਂ ਪਰਮਾਤਮਾ ਦਾ ਰੂਪ ਨਹੀਂ ਆਪਾਂ ਜੀ। ਜਦੋਂ ਪਰਮਾਤਮਾ ਦਾ ਰੂਪ ਸਾਨੂੰ ਪ੍ਰਤੀਤ ਹੋਵੇ ਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਾਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਵਾਹਿਗੁਰੂ ਜੀ। ਗੁਰੂ ਦੁਆਰੇ ਸਾਨੂੰ ਇੱਕ ਤਾਂ ਸਤਿਗੁਰੂ ਦੇ ਘਰ ਜਾਂਦੇ ਆ ਸੋਝੀ ਮਿਲਦੀ ਹੈ
ਜੀ ਤੇ ਦੂਜਾ ਗੁਰੂ ਦੇ ਦਰਸ਼ਨਾਂ ਤੋਂ ਮਿਲਦਾ ਕੀ ਆ? ਜੀ ਇਹ ਸਵਾਲ ਨਾਲ ਹੋ ਗਿਆ। ਜੀ ਮਹਾਰਾਜ ਕਹਿੰਦੇ ਨੇ ਗੁਰੂ ਦੇ ਦਰਸ਼ਨਾਂ ਵਿੱਚ ਸਿੱਧੀ ਆ। ਵਾਹਿਗੁਰੂ ਜੀ ਗੁਰੂ ਦੇ ਦਰਸ਼ਨ ਵਿੱਚ ਅੰਮ੍ਰਿਤ ਫਲ ਆ। ਆਪਾਂ ਬਾਣੀ ਚ ਰਹਿਣਾ, ਗੁਰਬਾਣੀ ਚੋਂ ਹੀ ਆਪਾਂ ਬਚਨ ਕਰ ਲੈਣਾ ਜੀ। ਤੇ 17ਵੀਂ ਅਸ਼ਟਪਦੀ ਵਿੱਚ ਮਹਾਰਾਜ ਕਹਿੰਦੇ ਨੇ ਸਫਲ ਦਰਸ਼ਨ ਪੇਖਤ ਪਨੀਤ ਜੀ ਵਾਹਿਗੁਰੂ ਪਰ ਸਤ ਚਰਨ ਗਤ ਨਿਰਮਲ ਰੀਤ। ਗੁਰੂ ਦੇ ਦਰਸ਼ਨਾਂ ਚ ਸਿੱਧੀ ਆ, ਗੁਰੂ ਦੇ ਦਰਸ਼ਨਾਂ ਚ ਪ੍ਰੇਮ ਹੈ, ਗੁਰੂ ਦੇ ਦਰਸ਼ਨਾਂ ਚ ਪਿਆਰ ਹੈ, ਗੁਰੂ ਦੇ ਦਰਸ਼ਨਾਂ ਚ ਬਰਕਤ ਹੈ। ਕੀ ਦਰਸ਼ਨ ਨਿਮਖ ਤਾਪ ਤ੍ਰਿਆ ਮੋਚਨ। ਵਾਹਿਗੁਰੂ ਜੀ ਹਾਂਜੀ, ਮਹਾਰਾਜ ਦੇ ਦਰਸ਼ਨਾਂ ਚ ਤਿੰਨੇ ਤਾਪ ਖਤਮ ਹੁੰਦੇ ਆ, ਆਦਿ ਵਿਆਧੀ ਤੇ ਉਪਾਧੀ। ਵਾਹਿਗੁਰੂ ਜੀ ਰੋਗ ਲੱਗਣਾ, ਸੋਗ, ਇਸ ਪ੍ਰਕਾਰ ਦੁੱਖ ਕਲੇਸ਼ ਵਿਵਤਾ ਜੀ ਤੇ ਜਨਮ ਤੇ ਮਰਨ। ਵਾਹਿਗੁਰੂ ਹਾਂਜੀ ਬਚਨ ਚੱਲ ਰਿਹਾ ਵੀ ਸਫਲ ਦਰਸ਼ਨ ਪੇਖਤ ਪਨੀਤ ਪਰ ਸਤ ਚਰਨ ਗਤ ਨਿਰਮਲ ਰੀਤ। ਨਿਰਮਲ ਰੀਤ ਜੀ ਭੇੜਤ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ। ਸੁਣ ਕਰ ਬਚਨ ਕੰਨ ਆਕਾਨੈ ਮਨ ਸੰਤੋਖ ਆਤਮ ਪਤਵੈ। ਜੀ ਪੂਰਾ ਗੁਰ ਆਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖ ਹੋਏ ਸੰਤ। ਵਾਹਿਗੁਰੂ ਜੀ ਗੁਰੂ ਦੀ ਦ੍ਰਿਸ਼ਟੀ ਵਿੱਚ ਏਡੀ ਵੱਡੀ ਤਾਕਤ ਹੈ। ਵਾਹਿਗੁਰੂ ਜਿਹੜਾ ਬੰਦਾ ਬਿਲਕੁਲ ਸਮਾਜ ਵਿੱਚ ਲਤਾੜਿਆ ਗਿਆ, ਦੁਰਕਾਰਿਆ ਗਿਆ, ਮਾਰਿਆ ਗਿਆ, ਜੇ ਗੁਰੂ ਦੇ ਤੇ ਆਪਣੀ ਦਇਆ ਦ੍ਰਿਸ਼ਟੀ ਪਾ ਦੇ, ਸੱਚੇ ਪਾਤਸ਼ਾਹ ਨੂੰ ਸੰਤ ਬਣਾ ਦਿੰਦੇ, ਸੰਤ ਗੁਣ। ਵਾਹਿਗੁਰੂ ਬਿਲਕੁਲ ਬਿਲਕੁਲ ਜੀ, ਇਹ ਦਰਸ਼ਨਾਂ ਦਾ ਮਤਲਬ ਹੈ। ਜੀ 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 ਬਿਲਕੁਲ ਜੀ। ਗੁਰੂ ਦੇ ਦਰਸ਼ਨਾਂ ਤੇ ਸਿੱਧੀ ਆ, ਗੁਰੂ ਤਾਪ ਖਤਮ ਕਰਦਾ ਹੈ। ਗੁਰੂ ਦੇ ਕੋਲ ਜਾਇਆ ਸਾਡਾ ਜਨਮ ਤੇ ਮਰਨ ਮੁੱਕਦਾ ਹੈ। ਗੁਰੂ ਕੋਲ ਜਾਇਆ ਸਾਡੇ ਜੀਵਨ ਨੂੰ ਸਾਨੂੰ ਪਤਾ ਲੱਗਦਾ ਜੀਵਨ ਜੀਣਾ ਕਿਵੇਂ ਆ, ਅਸੀਂ ਕਰਨ ਕੀ ਆਏ ਆ। ਗੁਰੂ ਸਾਡੇ ਮਨ ਨੂੰ ਸ਼ਾਂਤੀ ਦਿੰਦਾ। ਵਾਹਿਗੁਰੂ ਬਿਲਕੁਲ ਬਿਲਕੁਲ ਜੀ। ਦੇਖੋ ਜੇ ਇਸ ਭਾਵਨਾ ਦੇ ਨਾਲ ਅਸੀਂ ਜਾਈਏ ਤੇ ਕਿਆ ਜਦੋਂ ਅਸੀਂ ਗੁਰੂ ਘਰ ਜਾਵਾਂਗੇ ਤੇ ਕਿਆ ਉਹ ਰੰਗ ਚੜੇਗਾ ਸਾਡੇ ਉੱਪਰ। ਹਾਂ ਜੀ ਗੁਰੂ ਸਾਨੂੰ ਸ਼ਾਂਤੀ ਪ੍ਰਦਾਨ ਕਰਾਉਂਦੇ ਆ। ਜਦੋਂ ਅਸੀਂ ਸੰਸਾਰ ਦੇ ਕਲੇਸ਼ ਵਿੱਚ ਉਲਝ ਕੇ, ਸੰਸਾਰ ਰੂਪੀ ਕਲੇਸ਼ ਹੈ ਜੀ, ਜਦੋਂ ਇਹਦੇ ਵਿੱਚ ਰਹਿ ਕੇ ਸਾਡਾ ਮਨ ਉਪਰਾਮ ਹੋ ਜਾਂਦਾ ਆ, ਕਾਰੋਬਾਰਾਂ ਵਿੱਚ, ਪਰਿਵਾਰਾਂ ਵਿੱਚ ਕਈ ਰਜੇਵੇਂ ਨੇ, ਝਗੜੇ ਝੰਗੇੜੇ ਨੇ ਪਏ ਹੋਏ ਜੀਵਨ 'ਚ। ਬਿਲਕੁਲ ਜੀ। ਗੁਰੂ ਕੋਲ ਬੈਠਦੇ ਆ ਤੇ ਗੁਰੂ ਦੀ ਨਿਰਮਲ ਬਾਣੀ ਸੁਣਦੇ ਆ ਨਾ, ਤੇ ਗੁਰੂ ਕੀ ਨਿਰਮਲ ਬਾਣੀ ਸਾਡਾ ਮਨ ਵੀ ਨਿਰਮਲ ਕਰ ਦਿੰਦੀ। ਬਿਲਕੁਲ ਜੀ। ਗੁਰੂ ਜੀ ਨੇ ਆਪ ਆਖਿਆ ਨਾ ਵੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜੀ ਜਲਨ ਬੁੱਧੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਵਾਹਿਗੁਰੂ ਜੀ। ਸਾਡੇ ਮਨ ਦੀ ਜਿਹੜੀ ਸਾਡੇ ਮਨ ਅੰਦਰ ਜਿਹੜੀ ਅਸ਼ਾਂਤੀ ਹੈ, ਉਹਨੂੰ ਗੁਰੂ ਸ਼ਾਂਤੀ ਵਿੱਚ ਉਹਨੂੰ ਤਬਦੀਲ ਕਰ ਦਿੰਦਾ। ਵਾਹਿਗੁਰੂ ਬਿਲਕੁਲ ਜੀ। ਦਰਸ਼ਨਾਂ ਵਿੱਚ ਇਹ ਫਲ ਹੈ। ਜੀ ਜਦੋਂ ਜਾ ਕੇ ਬੈਠਾਂਗੇ ਫਿਰ ਗੁਰੂ ਕੇ ਦਰਸ਼ਨ ਕਰਾਂਗੇ, ਫਿਰ ਗੁਰੂ ਕੀ ਬਾਣੀ ਸੁਣਾਂਗੇ। ਬਿਲਕੁਲ ਜੀ। ਉਹਦੇ ਨਾਲ ਸਾਡੇ ਗੁਰੂ ਦੇ ਦਰਸ਼ਨਾਂ ਨਾਲ ਸਾਡੇ ਦੁੱਖਾਂ ਤੱਕ ਕਲੇਸ਼ਾਂ ਦਾ ਨਾਸ ਹੋਵੇ। ਵਾਹਿਗੁਰੂ ਜੀ। ਉਹਦੇ ਲਈ ਪਹਿਲਾਂ ਜਿਹੜੀ ਆਪਾਂ ਵਿਚਾਰ ਸ਼ੁਰੂ ਕੀਤੀ ਆ ਵੀ ਪਹਿਲਾਂ ਸਾਨੂੰ ਜਿਹੜਾ ਘਰੋਂ ਚੱਲਣਾ ਕਿਵੇਂ ਇਹ ਸਮਝਣਾ ਪਊਗਾ। ਦੋਸ਼ ਗੁਰੂ ਦਾ ਨਹੀਂਗਾ। ਬਿਲਕੁਲ ਜੀ। ਦੋਸ਼ ਗੁਰੂ ਦਾ ਨਹੀਂਗਾ। ਗੁਰੂ ਸਭਨਾਂ ਨਾਲ ਇੱਕੋ ਜਿਹਾ ਹੀ ਪਿਆਰ ਕਰਦਾ ਹੈ ਜੀ। ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਤਿਗੁਰੂ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਵਾਹਿਗੁਰੂ ਜੀ। ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਵਾਹਿਗੁਰੂ ਜੀ। ਸਤਿਗੁਰੂ ਸਭ ਕੋ ਵੇਖਦਾ ਜੇਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀਏ ਭਾਗਹੀਨ ਬਹਿ ਰੋਏ। ਵਾਹਿਗੁਰੂ ਵਾਹਿਗੁਰੂ ਜੀ। ਗੁਰੂ ਤਾਂ ਕਿਉਂਕਿ ਗੁਰੂ ਗੱਲ ਪਹਿਲਾਂ ਇਹ ਸਮਝ ਲਈਏ ਭਈ ਸਤਿਗੁਰੂ ਸਾਹਿਬ ਦਾ ਸਿਧਾਂਤ ਇਹੋ ਜਿਹਾ ਵਾ ਵੀ ਗੁਰੂ ਤੇ ਇੱਕ ਬੱਦਲ ਦੀ ਤਰ੍ਹਾਂ ਆ। ਜਦੋਂ ਬੱਦਲ ਨੀਵਾਂ ਹੋ ਕੇ ਵਰਦਾ ਨਾ, ਬੱਦਲ ਕਦੀ ਨਹੀਂ ਦੇਖਦਾ ਵੀ ਮੈਂ ਪੈਣ ਲੱਗਾ, ਮੈਂ ਕੇਵਲ ਫੁੱਲਾਂ ਦੀ ਵਾੜੀ ਤੇ ਪਵਾਂ, ਨਾਲੇ ਉੱਪਰ ਨਾ ਪਵਾਂ। ਉਹ ਏਦਾਂ ਨਹੀਂ ਦੇਖਦਾ। ਬਿਲਕੁਲ ਬਿਲਕੁਲ ਜੀ। ਉਹ ਇੱਕ ਸਾਰ ਪੈਂਦਾ ਆ, ਜਿੱਥੇ ਵੀ ਪੈਂਦਾ ਆ ਉਹ ਫੁੱਲਾਂ ਨੂੰ ਵੀ ਓਨਾ ਹੀ ਸਰਸਾਰ ਕਰ ਰਿਹਾ ਹੁੰਦਾ ਹੈ, ਤੇ ਜਿਹੜਾ ਨਾਲਾ ਹੁੰਦਾ ਆ ਗੰਦਗੀ ਦਾ ਉਹਨੂੰ ਵੀ ਇੱਕ ਸਾਰ ਕਰ ਰਿਹਾ ਹੁੰਦਾ। ਮੰਨ ਲਓ ਕੋਈ ਔਗਣ ਭਰਿਆ ਸਰੀਰ ਆ ਤੇ ਗੁਰੂ ਇਹ ਨਹੀਂ ਵੀ ਉਹ ਤੋਂ ਆਪਣਾ ਮੁੱਖ ਮੋੜ ਲੈਂਦਾ।
ਬਿਲਕੁਲ ਬਿਲਕੁਲ ਜੀ। ਇੱਕ ਸੰਤ ਆ ਸ਼ੁਭ ਗੁਣਾਂ ਵਾਲਾ ਫੁੱਲ ਆ, ਇੱਕ ਜੀ ਸੰਤ ਆ, ਉਹ ਸੰਤ ਨੂੰ ਵੀ ਓਨਾ ਹੀ ਪਿਆਰ ਕਰਦਾ ਜਿੰਨਾ ਉਹ ਜਿਹੜਾ ਇੱਕ ਬੇਮੁਖ ਆ ਉਹਨੂੰ ਕਰਦਾ। ਬੇਸ਼ੱਕ ਜਿਹੜਾ ਲੈਕ ਹੁੰਦਾ ਉਹ ਖੁਸ਼ੀਆਂ ਉਹ ਹੀ ਪ੍ਰਾਪਤ ਕਰਦਾ। ਬਿਲਕੁਲ ਬਿਲਕੁਲ ਜੀ। ਤੋਂ ਮੈਂ ਬੇਨਤੀ ਕਰ ਰਿਹਾ ਸਾਂ ਵੀ ਭਾਈ ਸਾਹਿਬ ਜੀ ਨੇ ਜੇ ਕਿਤੇ ਵਿਚਾਰ ਮੈਨੂੰ ਇੱਧਰ ਜਾ ਰਹੇ ਸੀ ਤੇ ਇੱਧਰ ਗੱਲ ਚੱਲ ਬਹੁਤ ਗਈ ਆਨੰਦ ਆ ਜੀ। ਬਿਲਕੁਲ ਬਿਲਕੁਲ ਜੀ, ਬਹੁਤ ਆਨੰਦ ਹੈ ਜੀ। ਸੁਣਨ ਵਾਲਿਆਂ ਨੂੰ ਪਤਾ ਹੁੰਦਾ, ਕਈ ਵਾਰੀ ਬੋਲਣ ਵਾਲਿਆਂ ਨੂੰ ਨਹੀਂ ਵੀ ਖਿਆਲ ਜੀ ਹੁੰਦਾ। ਜੀ ਜੀ ਜੀ। ਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਲਈ ਭਾਈ ਪਾਰੋ ਜੀ ਦੁੱਲੇ ਤੋਂ ਜਾਂਦੇ ਸਨ। ਇਹ ਸਾਡਾ ਇਤਿਹਾਸ ਹੈ ਜੀ। ਭਾਈ ਸਾਹਿਬ ਰੋਜ਼ ਜਾਇਆ ਕਰਦੇ ਸਨ। ਜਿੱਦਾਂ ਦਾ ਮਰਜ਼ੀ ਕੋਈ ਸਮਾਂ ਹੋਵੇ, ਜਿਹੋ ਜਿਹੀ ਮਰਜ਼ੀ ਕੋਈ ਬਾਤ ਹੋਵੇ ਜੀ, ਉਹ ਰੁਕਿਆ ਨਹੀਂ ਸੀ ਕਰਦੇ, ਜਾਇਆ ਕਰਦੇ ਸਨ। ਜੀ ਉਹਨਾਂ ਦੇ ਮਨ 'ਚ ਪ੍ਰੇਮ ਸੀਗਾ ਮਹਾਰਾਜ ਸਾਹਿਬ ਜੀ ਦੇ ਬਾਬਤ ਜੀ, ਕਿ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਆਉਣੇ। ਵਾਹਿਗੁਰੂ ਜੀ। ਤੇ ਦਰਸ਼ਨਾਂ ਵਿੱਚ ਉਹਨਾਂ ਨੂੰ ਪ੍ਰਮਾਤਮਾ ਦਾ ਪਿਆਰ ਮਿਲਦਾ ਸੀ, ਗੁਰੂ ਅਮਰਦਾਸ ਸਾਹਿਬ ਦੀ ਖੁਸ਼ੀ ਮਿਲਦੀ ਸੀ। ਵਾਹਿਗੁਰੂ ਜੀ। ਆਪਾਂ ਬਚਨ ਵੀ ਪੜ੍ਹਦੇ ਆ ਨਾ ਵੀ ਦਰਸ਼ਨ ਦੇਖ ਜੀ ਵਾਂਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਬਿਲਕੁਲ ਜੀ ਜੀ। ਇਸ ਪ੍ਰਥਾਏ ਉਹ ਜਾਇਆ ਕਰਦੇ ਸੀ। ਤੇ ਇੱਕ ਦਿਨ ਮੌਸਮ ਬੜਾ ਖਰਾਬ ਸੀ। ਜੀ। ਮੌਸਮ ਇੰਨਾ ਖਰਾਬ ਸੀਗਾ ਵੀ ਮੀਂਹ ਹਨੇਰੀ ਚੱਲ ਰਿਹਾ ਸੀ, ਤੂਫਾਨ ਆਏ ਹੋਏ ਸੀ, ਦਰਿਆ ਬਹੁਤ ਜ਼ਿਆਦਾ ਭਰਿਆ ਹੋਇਆ ਸੀ। ਜੀ। ਤੇ ਭਾਈ ਸਾਹਿਬ ਨੇ ਉਸੇ ਤਰ੍ਹਾਂ ਹੀ ਉੱਥੇ ਲੋਕੀ, ਉਦੋਂ ਤੁਹਾਨੂੰ ਪਤਾ ਦਿੱਲੀ ਦੇ ਨਾਲ ਜਿਹੜਾ ਰਸਤਾ ਜੁੜਦਾ ਸੀ ਉਹ ਗੋਂਦਵਾਲ ਸਾਹਿਬ ਤੋਂ ਜੁੜਦਾ ਸੀ। ਦਿੱਲੀ ਤੇ ਲਾਹੌਰ ਤੇ ਇਹ ਸਰਹੰਦ, ਤੇ ਸਰਹੰਦ ਤੋਂ ਬਾਅਦ ਇਹ ਗੋਂਦਵਾਲ ਸਾਹਿਬ, ਤੇ ਗੋਂਦਵਾਲ ਸਾਹਿਬ ਤੋਂ ਲਾਹੌਰ ਜਾਂ ਅੰਮ੍ਰਿਤਸਰ, ਇਹ ਬੈਲਟ ਸੀ ਉਦੋਂ ਦਿੱਲੀ ਨੂੰ ਪਹੁੰਚਣ ਦੀ। ਠੀਕ ਆ ਜੀ। ਚਾਹੇ ਸੈਲਾਨੀ ਹੋਵੇ, ਚਾਹੇ ਵਪਾਰੀ ਹੋਵੇ, ਕੋਈ ਵੀ ਹੋਵੇ, ਉਹ ਇਹ ਗੋਂਦਵਾਲ ਸਾਹਿਬ ਦਾ ਪੁਲ ਪਾਰ ਕਰਕੇ, ਦਰਿਆ ਪਾਰ ਕਰਕੇ ਬੇੜਿਆਂ ਤੇ ਫੇਰ ਲਾਹੌਰ ਨੂੰ ਜਾਂਦਾ ਸੀ। ਵਾਹਿਗੁਰੂ ਜੀ। ਤੇ ਉਹ ਇਸੇ ਲਈ ਮਹਾਰਾਜ ਨੇ ਸਥਾਨ ਵੀ ਇੱਥੇ ਤਾਂ ਬਣਾਇਆ ਸੀਗਾ ਵੀ ਇੱਥੇ ਲੋਕ ਆਉਂਦੇ ਆ, ਉਹਨਾਂ ਨੂੰ ਉਹ ਖਿਆਈ ਹੁੰਦੀ ਆ। ਇੱਕ ਤਾਂ ਲੰਗਰ ਪਾਣੀ ਛਕਣਗੇ, ਇਸ਼ਨਾਨ ਕਰਨਗੇ, ਦੂਜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਆਵਾਜ਼ ਹੈ, ਗੁਰੂ ਕੀ ਬਾਣੀ ਉਹਨਾਂ ਦੇ ਕੰਨਾਂ 'ਚ ਪਵੇਗੀ। ਉਹ ਕਿਰਤਵ ਦੀ ਪੂਜਾ ਛੱਡ ਕੇ ਕਰਤੇ ਵਾਹਿਗੁਰੂ ਨਾਲ ਜੁੜ ਜਾਣਗੇ। ਵਾਹਿਗੁਰੂ ਜੀ। ਸਿੱਖੀ ਦਾ ਧੁਰੈਸ਼ ਕਰਕੇ ਆ। ਮਹਾਰਾਜ ਦਾ ਬਚਨ ਵੀ ਹੈ ਨਾ ਸਵਈਆਂ ਵਿੱਚ ਵੀ, ਗੋਂਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਆ। ਵਾਹਿਗੁਰੂ ਜੀ। ਇਹ ਬਿਆਸ ਰਿਖੀ ਜੀ ਇੱਥੇ ਬੈਠੇ ਸੀ ਨਾ, ਬਿਆਸ ਰਿਖੀ ਕਰਕੇ ਬਚਨ ਆਉਂਦਾ। ਜੀ। ਭਾਈ ਸਾਹਿਬ ਚੱਲ ਪਏ ਤੇ ਮਹਾਰਾਜ ਨੇ ਗੁਰਬਾਣੀ 'ਚ ਵੀ ਆਪਾਂ ਨੂੰ ਬਚਨ ਇੱਕ ਕਿਹਾ ਵੀ ਜਿਹੜਾ ਸਿੱਖ ਹੈ ਨਾ, ਸਿੱਖ ਜਿਹੜਾ ਗੁਰੂ ਨਾਲ ਪਿਆਰ ਕਰਦਾ ਉਹ ਤੇ ਨਹੀਂ ਰੁਕਦਾ। ਹੁਣ ਸਾਨੂੰ ਪਤਾ ਕਿ ਮੈਂ 6 ਹਫ਼ਤੇ ਹੋ ਗਏ ਮੈਨੂੰ ਘਰੇ ਬੈਠਿਆ। ਜੀ ਬਿਲਕੁਲ। ਇਹ ਤਾਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਵੀ ਜੇ ਕੋਈ ਦੱਸਾਂਗੇ ਤਾਂ ਅਗਲਾ ਕਹੂਗਾ ਵੀ ਕੀ ਪਤਾ ਕੀ ਐਵੇਂ ਰੇਡੀਓ ਤੇ ਬੋਲਦਾ, ਖਰੇ ਤਾਂ ਕਹਿੰਦਾ। ਇਹ ਤਾਂ ਹੁਣ ਮੈਨੂੰ ਪਤਾ ਵੀ ਮੈਂ ਦਰਸ਼ਨ ਨਹੀਂ ਕਰ ਸਕਿਆ ਮਹਾਰਾਜ ਸਾਹਿਬ ਜੀ ਦੇ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਜੀ। ਸਾਡੇ ਤੇ ਹੁਣ ਇੱਥੇ ਉਹਨਾਂ ਨੇ ਜਿਹੜਾ ਲੋਕਡਾਊਨ ਕੀਤਾ ਹੋਇਆ ਸਾਰਾ। ਜੀ 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 ਜੀ। ਚਾਰ ਚੁਫੇਰੇ ਇਹ ਹਾਲ ਆ ਜੀ, ਇਹ ਤਰਾਸਦੀ ਹੈ ਜੀ। ਪ੍ਰਸ਼ਾਸਨ ਨੂੰ ਜਿਹੜਾ ਉਹਦਾ ਆਦੇਸ਼ ਨਿਰਦੇਸ਼ਾਂ ਨੂੰ ਮੰਨਣਾ ਵੀ ਸਾਡਾ ਹੁਕਮ ਆ, ਸਾਡਾ ਫਰਜ਼ ਬਣਦਾ। ਬਿਲਕੁਲ ਜੀ। ਪਰ ਪਿਆਰ ਵਾਲੇ ਸਿੱਖ ਦੇ ਮਨ 'ਚ ਸਦਾ ਇਹ ਪੰਕਤੀਆਂ ਚੱਲਦੀਆਂ ਰਹਿੰਦੀਆਂ ਵੀ ਝਾਖੜ ਝਾਂਗੀ ਮੀਂਹੋਂ ਵਰਸੈ ਜੀ, ਪੀ ਗੁਰ ਦੇਖਣ ਜਾਵੇ। ਵਾਹਿਗੁਰੂ ਜੀ। ਜਿਹੜਾ ਪਿਆਰ ਵਾਲਾ ਉਹਦਾ ਤੇ ਮਨ 'ਚ ਇਹ ਹੁੰਦਾ ਆ ਵੀ ਭਾਵੇਂ ਝੱਖੜ ਹੋਵੇ, ਭਾਵੇਂ ਹਨੇਰੀ ਆਪਣੇ ਸਿਰ ਉੱਤੇ ਆ ਜਾਵੇ, ਝੁੱਲ ਰਹੀ ਹੋਵੇ ਜੀ, ਮੀਂਹ ਵਹਿ ਰਿਹਾ ਹੋਵੇ, ਜੋ ਮਰਜ਼ੀ ਹੋ ਰਿਹਾ ਹੋਵੇ ਜੀ, ਮੈਂ ਗੁਰੂ ਨੂੰ ਵੇਖਣ ਲਈ ਜਾਵਾਂ ਹੀ ਜਾਵਾਂਗਾ। ਇਹ ਪਿਆਰ ਵਾਲੇ ਹਿਰਦੇ ਦਾ ਜਿਹੜਾ ਸਿੱਖ ਪਿਆਰ ਕਰਨ ਵਾਲਾ, ਇਹ ਉਹਦੀ ਬਾਤ ਆ। ਬਿਲਕੁਲ ਬਿਲਕੁਲ ਜੀ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰੂ ਪੇ ਜਾਈ। ਵਾਹਿਗੁਰੂ ਜੀ। ਭਾਵੇਂ ਸਮੁੰਦਰ ਵੀ ਕਿਉਂ ਨਾ, 7 ਸਮੁੰਦਰ ਵੀ ਕਿਉਂ ਨਾ ਆ ਜਾਣ, ਜੀ ਜੀ ਜੀ, ਤੇ ਗੁਰੂ ਦਾ ਸਿੱਖ ਉਹਨੂੰ ਪਾਰ ਕਰਕੇ ਆਪਣੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਜਾਵੇਗਾ। ਵਾਹਿਗੁਰੂ ਜੀ। ਭਾਈ ਸਾਹਿਬ ਜੀ ਨੇ ਉੱਥੇ ਖੜੇ ਸੀ, ਬਹੁਤ ਸਾਰੇ ਲੋਕ ਮੁਸਾਫਰ ਜਾਂ ਰਾਹੀ ਯਾਤਰੂ ਖੜੇ ਸਨ। ਤਾਂ ਭਾਈ ਸਾਹਿਬ ਨੇ ਆਪਣਾ ਘੋੜਾ ਜਿਹੜਾ ਸੀਗਾ, ਉਹ ਘੋੜੀ ਜਾਂ ਜੋ ਵੀ ਉਹਨਾਂ ਤੋਂ ਸਾਧਨ ਸੀ, ਉਹਨਾਂ ਨੇ ਬਿਆਸ ਦਰਿਆ ਦੇ ਵਿੱਚ ਧਕੇਲ ਦਿੱਤਾ। ਠੀਕ ਹੈ ਜੀ। ਉਹ ਸਾਰੇ ਵੇਖਦੇ ਰਹਿ ਗਏ ਵੀ ਕੰਮ ਜ਼ਰੂਰੀ ਸੀ, ਪਰ ਐਸਾ ਵੀ ਕੰਮ ਕੀ ਹੋਇਆ ਵੀ
ਇਹਨੇ ਆਪਣੇ ਮਤਲਬ ਆਪਣੀ ਜਾਨ ਮਾਲ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਸੱਚੇ ਪਾਤਸ਼ਾਹ ਜੀ ਦੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਰ ਪਿਆ ਜੀ ਉਹ ਅੱਗੇ ਚਲ ਗਏ ਮਹਾਰਾਜ ਦੇ ਦਰਸ਼ਨ ਕੀਤੇ ਕਰਕੇ ਜਦੋਂ ਵਾਪਸ ਫਿਰ ਆਏ ਨਾ ਜੀ ਤੇ ਜਿਹੜੇ ਜਾਤੀ ਸੀ ਜਾਂ ਵਪਾਰੀ ਜੋ ਵੀ ਖੜੇ ਸਨ ਉਹਨਾਂ ਪੁੱਛਿਆ ਵੀ ਭਾਈ ਸਾਹਿਬ ਉਹਨਾਂ ਵਿੱਚ ਇੱਕ ਮੁਸਲਮਾਨ ਦਾ ਨਾਮ ਆਉਂਦਾ ਜਿਹਦਾ ਨਾਮ ਲਿਖਿਆ ਅੱਲਾ ਯਾਰ ਖਾਨ ਜੋਗੀ ਇਹ ਉਹ ਨਹੀਂ ਜੋਗੀ ਉਹ ਨਹੀਂ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਬਤ ਲਿਖਦਾ ਹੈ ਇਹ ਅੱਲਾ ਯਾਰ ਖਾਨ ਹੋ ਜੀ ਇਹਨੇ ਭਾਈ ਸਾਹਿਬ ਜੀ ਦੇ ਘੋੜੇ ਦੀਆਂ ਲਗਾਮਾਂ ਪੜ ਕੇ ਪੁੱਛਿਆ ਵੀ ਗੁਰਮੁਖਾ ਗੱਲ ਇਹ ਆ ਵੀ ਜਾਣਾ ਤੇ ਅਸੀਂ ਵੀ ਸੀ ਜੀ ਪਰ ਏਡਾ ਵੀ ਕੀ ਜ਼ਰੂਰੀ ਸੀ ਵੀ ਤੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਕੀਤੀ ਤਾਂ ਇੰਨਾ ਦਰਿਆ ਚੜਿਆ ਹੋਇਆ ਤੂੰ ਫਿਰ ਵੀ ਘੋੜਾ ਵਿੱਚ ਆਪਣਾ ਉਹਦੇ ਵਿੱਚ ਤੋੜ ਕੇ ਤੇ ਤੂੰ ਅੱਗੇ ਗਿਆ ਸਾਨੂੰ ਵੀ ਤਾਂ ਦੱਸ ਵੀ ਏਡੀ ਕੀ ਜ਼ਰੂਰੀ ਸੀ ਜੀ ਤੇ ਭਾਈ ਸਾਹਿਬ ਭਾਈ ਪਾਰੋ ਜੀ ਜੋ ਅੰਦਰੋਂ ਬਾਹਰੋਂ ਪਰਮਾਤਮਾ ਦੇ ਨਾਮ ਵਿੱਚ ਭਿੱਜੇ ਹੋਏ ਸਨ ਬਹੁਤ ਪ੍ਰੇਮ ਨਾਲ ਜੀ ਉਹਨਾਂ ਬੜੀ ਸ਼ਰਧਾ ਨਾਲ ਕਿਹਾ ਕਹਿਣ ਲੱਗੇ ਗੁਰਮੁਖੋ ਬੇਨਤੀ ਇਹ ਆ ਵੀ ਮੈਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਆ ਰੋਜ਼ ਵਾਹਿਗੁਰੂ ਸੁਲਤਾਨਪੁਰ ਸਾਹਿਬ ਤੋਂ ਜੀ ਤੇ ਜਦੋਂ ਮੈਂ ਦਰਸ਼ਨਾਂ ਕਰਨ ਲਈ ਤੁਰਦਾ ਨਾ ਤੇ ਮੈਂ ਇੱਕ ਕਦਮ ਜਿਹੜਾ ਨਾ ਪਹਿਲਾ ਕਦਮ ਉਹ ਪ੍ਰੇਮ ਦਾ ਪੁੱਟਦਾ ਵਾਹਿਗੁਰੂ ਜੀ ਬਾਕੀ 99 ਕਦਮ ਗੁਰੂ ਅਮਰਦਾਸ ਸਾਹਿਬ ਆਪੇ ਲੈਣ ਜੀ ਗੱਲ ਸਮਝਣ ਵਾਲੀ ਆਹ ਵਾ ਕਿ ਤੂੰ ਪਹਿਲਾ ਕਦਮ ਕਿਹੋ ਜਿਹਾ ਪੁੱਟਦਾ ਗੁਰੂ ਨਾਨਕ ਦੇ ਘਰ ਲਈ ਬਾਕੀ ਛੱਡ ਦੇ ਬਾਕੀ ਛੱਡ ਦੇ ਬਿਲਕੁਲ ਜੀ ਘਰੋਂ ਸਾਡੀ ਤੁਰਦਿਆਂ ਦੀ ਭਾਵਨਾ ਕੀ ਹੈ ਜੀ ਬਿਲਕੁਲ ਇਹ ਭਾਵਨਾ ਕੀ ਆ ਗੁਰੂ ਘਰ ਲਈ ਤੁਰਨ ਲੱਗਿਆ ਹੁਣ ਕੋਈ ਇਹ ਕਹਿ ਸਕਦਾ ਵੀ ਜੇ ਗੁਰੂ 99 ਕਦਮ ਆ ਸਕਦਾ ਤੇ 100 ਕਦਮ ਕਿਉਂ ਨਹੀਂ ਆ ਸਕਦਾ ਗੁਰੂ ਆ ਸਕਦਾ 100 ਕਦਮ ਵੀ ਪਰ ਉਸ ਕਦਮ ਵਿੱਚ ਤੇਰਾ ਪਿਆਰ ਲੁਕਿਆ ਹੋਇਆ ਬਿਲਕੁਲ ਬਿਲਕੁਲ ਜੀ ਉਸ ਕਦਮ ਵਿੱਚ ਤੇਰਾ ਸਿਦਕ ਛੁਪਿਆ ਹੋਇਆ ਉਸ ਕਦਮ ਵਿੱਚ ਤੇਰਾ ਪ੍ਰੇਮ ਛੁਪਿਆ ਹੋਇਆ ਉਸ ਕਦਮ ਵਿੱਚ ਤੇਰੀ ਗਲਵਕੜੀ ਛੁਪੀ ਹੋਈ ਹੈ ਉਸ ਕਦਮ ਵਿੱਚ ਤੇਰਾ ਦਰਦ ਛੁਪਿਆ ਹੋਇਆ ਕਿ ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹਿ ਚੱਲੇ ਜੀ ਵਾਹਿਗੁਰੂ ਵਾਹਿਗੁਰੂ ਇੱਥੇ ਬਿਲਕੁਲ ਜੀ ਬਿਲਕੁਲ ਇੱਕ ਮੈਨੂੰ ਗੁਰਮੁਖ ਪਿਆਰਿਆਂ ਦੀ ਗੱਲ ਵੀ ਯਾਦ ਆ ਰਹੀ ਆ ਉਹ ਕਹਿੰਦੇ ਸੀ ਵੀ ਅੱਜ ਤਰਾਸਦੀ ਚੱਲਦੀ ਪਈ ਆ ਲੋਕਡਾਊਨ ਹੋਏ ਆ ਇਹ ਜੇ ਤੇ ਸੰਸਾਰੀ ਅੱਖਾਂ ਨਾਲ ਦੇਖੋਗੇ ਤਾਂ ਹਰਿਮੰਦਰ ਸਾਹਿਬ ਦੇ ਵਿੱਚ ਤੁਹਾਨੂੰ ਇਦਾਂ ਲੱਗੇਗਾ ਕਿ ਅੱਜ ਕਤਾਰਾਂ ਨਹੀਂ ਲੱਗੀਆਂ ਹੋਈਆਂ ਪਰ ਜੇ ਤੁਸੀਂ ਮਨ ਰੂਪੀ ਅੱਖਾਂ ਨਾਲ ਦੇਖੋਗੇ ਤੇ ਕਤਾਰਾਂ ਉਦੋਂ ਲੰਬੀਆਂ ਹੋਈਆਂ ਪਈਆਂ ਨੇ ਕਿਉਂਕਿ ਜਿਹੜੇ ਮਨ ਰੂਪੀ ਦਰਸ਼ਨ ਕਰਨ ਵਾਲੇ ਨੇ ਨਾ ਉਹਨਾਂ ਦਾ ਰਸ਼ ਅੱਗੇ ਨੂੰ ਵੀ ਜ਼ਿਆਦਾ ਆ ਹਾਂ ਠੀਕ ਹੈ ਗੱਲ ਕਿਉਂਕਿ ਉਹ ਸੁਰਤ ਨਾਲ ਬੈਠੇ ਹੋਏ ਨੇ ਗੁਰੂ ਰਾਮਦਾਸ ਸਾਹਿਬ ਦੇ ਚਰਨ ਬਾਕੀ ਦੇਖੋ ਗੱਲ ਇਹ ਆ ਜੀ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਘਰੇ ਉਹਨਾਂ ਦਾ ਦਰ ਘਰ ਖੁੱਲਾ ਹੈ ਸਦਾ ਖੁੱਲਾ ਰਹਿਣਾ ਜਿੱਦਣ ਅਸੀਂ ਨਹੀਂ ਉਦਣ ਵੀ ਖੁੱਲਾ ਸੀ ਬਿਲਕੁਲ ਜਿੱਦਣ ਨਹੀਂ ਹੋ ਅੱਜ ਖੁੱਲਾ ਜਿੱਦਣ ਨਹੀਂ ਹੋਵਾਂਗੇ ਉਦਣ ਵੀ ਖੁੱਲਾ ਹੀ ਰਹੇਗਾ ਵਾਹਿਗੁਰੂ ਜੀ ਬਿਲਕੁਲ ਗੁਰੂ ਰਾਮਦਾਸ ਸਾਹਿਬ ਦੇ ਘਰ ਨੂੰ ਕੋਈ ਬੰਦ ਨਹੀਂ ਕਰਾ ਸਕਿਆ ਜੀ 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 ਜਿੰਨੇ ਮੱਥਾ ਟੇਕਿਆ ਉਹ ਝੋਲੀਆਂ ਭਰ ਕੇ ਲੈ ਗਿਆ ਜਿਹਨੇ ਮੱਥਾ ਲਾਇਆ ਉਹ ਮੱਥਾ ਰਿਹਾ ਕੋਈ ਨਹੀਂ ਬਿਲਕੁਲ 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 ਜੀ ਮੱਥਾ ਭਾਵੇਂ ਕਿਸੇ ਦਾ ਵੀ ਹੋਵੇ ਕੋਈ ਹੋਵੇ ਉੱਤੇ ਅਬਦਾਲੀ ਹੋਵੇ ਰੰਗੜ ਹੋਵੇ ਅੱਜ ਦੀਆਂ ਸਰਕਾਰਾਂ ਹੋਣ ਕੋਈ ਹੋਵੇ ਉਹ ਮੱਥਾ ਨਹੀਂ ਰੱਖਦਾ ਬਿਲਕੁਲ 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 ਜੀ ਕਿਉਂਕਿ ਪਰਮਾਤਮਾ ਨਾਲ ਤਾਂ ਪ੍ਰੇਮ ਹੀ ਨਾਲ ਆਪਾਂ ਉਹਨੂੰ ਪਿਆਰ ਨਾਲ ਜਿੱਤ ਸਕਦੇ ਹਾਂ ਉਸ ਨੂੰ ਮੱਥਾ ਲਾ ਕੇ ਨਹੀਂ ਜਿੱਤ ਸਕਦੇ ਬਿਲਕੁਲ ਬਿਲਕੁਲ ਜੀ ਤੋ ਗੁਰੂ ਰਾਮਦਾਸ ਸਾਹਿਬ ਦਾ ਘਰ ਤਾਂ ਸਾਰੇ ਲਕਾਈ ਨੂੰ ਜਿਹੜਾ ਉਹ ਸੁੱਖ ਪ੍ਰਦਾਨ ਕਰਵਾ ਰਿਹਾ ਬਿਲਕੁਲ ਬਿਲਕੁਲ ਜੀ ਤਾਂ ਉਹਨਾਂ ਨੇ ਬੜੇ ਪ੍ਰੇਮ ਵਿੱਚ ਆ ਕੇ ਕਿਹਾ ਵੀ ਮਹਾਰਾਜ ਜਦੋਂ ਮੈਂ ਪਹਿਲਾ ਕਦਮ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਪਟਦਾ ਨਾ ਜੀ 99 ਕਦਮ ਫਿਰ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨਾਨਕ ਦਾ ਘਰ ਮੈਨੂੰ ਆਪੇ ਲੈ ਕੇ ਜਾਂਦਾ ਵਾਹਿਗੁਰੂ ਜੀ ਇਹ ਇੱਕ ਵਾਸਤੇ ਨਹੀਂ ਭਾਈ ਗੁਰਦਾਸ ਸਾਹਿਬ ਨੇ ਕਿਹਾ ਭਾਈ ਗੁਰਦਾਸ ਸਾਹਿਬ ਨੇ ਸਾਰਿਆਂ ਨੇ ਕਿਹਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲਈ ਵਾਹਿਗੁਰੂ ਵਾਹਿਗੁਰੂ ਜੀ ਭਾਵਨੀ ਭਗਤ ਪਾਵੇ ਕੌਡੀ ਅਗਰ ਭਾਗ ਰਾਖੇ ਤਾਂ ਹੀ ਗੁਰ ਸਰਬਨ ਦਾਨ ਦਾਤ ਦੇਤ ਹੈ ਵਾਹਿਗੁਰੂ ਜੀ ਇਸੇ ਲਈ ਭਾਈ ਸਾਹਿਬ ਨੇ ਉੱਥੇ ਬੇਨਤੀ ਕੀਤੀ ਆ ਵੀ ਭਾਈ ਤੂੰ ਇੱਕ ਕਦਮ ਪ੍ਰੇਮ ਦਾ ਪੁੱਟ ਸ਼ਰਧਾ ਭਾਵਨਾ ਦਾ ਪੁੱਟ ਫਿਰ ਆਪੇ ਗੁਰੂ ਤੈਨੂੰ ਆ ਕੇ ਲੈ ਜਾਵੇਗਾ ਤੈਨੂੰ ਬਿਗਾ ਨਹੀਂ ਲੱਗਣ ਦੇਵੇਗਾ ਕੋਈ ਜੀ ਹੁਣ ਘਰੋਂ ਲੜਦੇ ਜਾਣਾ ਵੀ ਚਲੋ ਚਲੀਏ ਮੱਥਾ ਟੇਕ ਆਈਏ ਮੱਥਾ ਟੇਕਣਾ ਵੀ ਕੋਈ ਇੱਕ ਹਿਸਾਬ ਦਾ ਮੈਂ ਟੇਕਿਆ ਮੇਰੇ ਪੁੱਤ ਨੇ ਟੇਕਤਾ ਧੀ ਨੇ ਟੇਕਤਾ ਘਰ ਵਾਲੀ ਨੇ ਟੇਕਤਾ ਮੱਥਾ ਟੇਕਣਾ ਕੀ ਆ ਇਹ ਸਾਡੀ ਫਾਰਮੈਲਿਟੀ ਆ ਜਿਹਨੂੰ ਟੇਕ ਰਹੇ ਆ ਨਾ ਉਹਨੂੰ ਸਮਝ ਰਹੇ ਆ
ਨਾ ਉੱਤੇ ਸਾਨੂੰ ਵਿਸ਼ਵਾਸ ਹੈ। ਬਿਲਕੁਲ ਬਿਲਕੁਲ ਜੀ। ਅਸੀਂ ਮੈਂ ਕਈ ਵਾਰੀ ਦੇਖਿਆ ਆ, ਜਦੋਂ ਤੱਕ ਆਪਾਂ ਪਹੁੰਚ ਨਹੀਂ ਜਾਂਦੇ ਹੈ ਨਾ, ਆਪਾਂ ਮੱਥਾ ਟੇਕਣ ਲੱਗਦਾ, ਉਦੋਂ ਤੱਕ ਸਾਡਾ ਜਿਹੜਾ ਹੁੰਦਾ ਉਹ ਵਟਸਐਪ ਫੇਸਬੁੱਕ ਦੇ ਉੱਤੇ ਅਸੀਂ ਕਮੈਂਟ ਵੀ ਕਰਨ ਲੱਗੇ ਹੁੰਦੇ ਹਾਂ। ਸੋ ਐਸੀ ਹਾਲਤ ਦੇ ਨਾਲ ਅਸੀਂ ਜਾਂਦੇ ਹਾਂ। ਕਿਉਂਕਿ ਰਾਹ ਵਿੱਚ ਵੀ ਜਾਂਦੇ ਜਾਂਦੇ ਅਸੀਂ ਚੁਗਲੀ, ਨਿੰਦਿਆ, ਈਰਖਾ, ਦਵੈਸ਼, ਕਿਸੇ ਦੇ ਗੁਣ, ਕਿਸੇ ਦੇ ਔਗਣ ਜੀ ਵੇਖਦੇ ਜਾਂਦੇ ਆ, ਹਨਾ। ਜੀ ਤੇ ਮੈਂ ਇੱਕ ਦਿਨ ਕਿਸੇ ਗੁਰਮੁਖ ਨੂੰ ਸੁਣ ਰਿਹਾ ਸੀਗਾ, ਤੇ ਉਹ ਕਹਿੰਦੇ ਸੀ ਕਿ ਕੋਈ ਗੁਰਮੁਖ ਆਉਂਦੇ ਸੀ ਦਰਬਾਰ ਸਾਹਿਬ, ਤੇ ਜਦੋਂ ਕੀਰਤਨ ਸੁਣ ਕੇ ਜਾਂਦੇ ਸਨ ਤਾਂ ਉਹ ਤੂੰਬੇ ਦੇ ਲੈਂਦੇ ਸਨ ਕੰਨਾਂ 'ਚ। ਜੀ ਤੇ ਕਿਸੇ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਬਾਬਾ ਤੂੰਬੇ ਕਿਉਂ ਦਿੰਦੇ ਆ? ਉਹ ਜੀ ਕਹਿੰਦੇ ਸਨ ਆਨੰਦ ਲੈ ਕੇ ਆਇਆ ਵਾਂ, ਸ਼ਹਿਦ ਖਾ ਕੇ ਆਇਆ, ਸ਼ਹਿਦ। ਵਾਹਿਗੁਰੂ ਜੀ। ਤੇ ਹੁਣ ਮੱਖੀਆਂ ਨਹੀਂ ਭਿਣਕਣ ਦੇਣੀਆਂ। ਵਾਹਿਗੁਰੂ ਵਾਹਿਗੁਰੂ ਜੀ। ਮੂੰਹ ਦੇ ਇਹ ਦਰਵਾਜ਼ੇ, ਹੁਣ ਦਰਵਾਜ਼ੇ ਬੰਦ ਕਰ ਲੈ। ਜੀ 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 ਜੋ ਬਿਲਕੁਲ ਆਨੰਦ ਬਣੇ ਉਸ ਆਨੰਦ ਨੂੰ ਆਪਣੇ ਘਰ ਤੱਕ ਲੈ ਜਾਣ। ਵਾਹਿਗੁਰੂ ਬਿਲਕੁਲ ਜੀ ਬਿਲਕੁਲ। ਤੋ ਸਾਡਾ ਇਹ ਸਵਾਬ ਵੀ ਤੁਰਨ ਲੱਗਿਆ ਵੀ ਕੋਈ ਨਹੀਂ ਹੁੰਦਾ ਸਾਨੂੰ ਵੀ ਮਾਂ ਨੇ ਮੱਥਾ ਟੇਕਿਆ, ਪੁੱਤ ਨੇ ਟੇਕਤਾ, ਬਾਪੂ ਨੇ ਟੇਕਤਾ ਮੱਥਾ, ਕਿਸ ਨੂੰ ਟੇਕਿਆ, ਕਿਉਂ ਟੇਕਿਆ। ਨਾ ਹੀ ਅਸੀਂ ਆਪਣੇ ਬੱਚਿਆਂ ਨੂੰ ਕਦੀ ਦੱਸ ਕੇ ਲਿਆਉਨੇ ਆ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ, ਜਿਨ੍ਹਾਂ ਨੂੰ ਆਪਾਂ ਮੱਥਾ ਟੇਕ ਰਹੇ ਹੁੰਦੇ ਹਾਂ ਉਹ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ, ਆਪਣੇ ਗੁਰੂ ਨੇ। ਤੇ ਉਹਨਾਂ ਨੂੰ ਜਦੋਂ ਮੱਥਾ ਟੇਕਣਾ ਬੜੀ ਸ਼ਰਧਾ ਨਾਲ ਟੇਕਣਾ, ਇਉਂ ਪ੍ਰਤੀਤ ਕਰਨਾ ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਰਹੇ ਹਾਂ। ਵਾਹਿਗੁਰੂ ਵਾਹਿਗੁਰੂ ਬਿਲਕੁਲ ਜੀ। ਫਿਰ ਉਹਨਾਂ ਨੂੰ ਪਰਿਕਰਮਾ, ਹੁਣ ਇਹ ਸਾਡਾ ਹਿਸਾਬ ਬਣ ਗਿਆ ਵੀ ਮੈਂ ਪਰਿਕਰਮਾ ਕੀਤੀਆਂ, ਤੁਸੀਂ ਕਰਤੀਆਂ, ਪਿੱਛੋਂ ਸਾਡੇ ਬੱਚਿਆਂ ਨੇ ਕਰਤੀਆਂ, ਕਿਉਂ ਕੀਤੀਆਂ ਕਿਸੇ ਨੂੰ ਨਹੀਂ ਪਤਾ। ਜੀ ਜੀ ਬਿਲਕੁਲ ਜੀ। ਇਸ ਗੱਲ ਨੂੰ ਮੈਂ ਇੱਕ ਬੇਨਤੀ ਕਰਾਂ ਵੀ ਆਪਾਂ ਇਸ ਤਰੀਕੇ ਨਾਲ ਵੀ ਸਮਝ ਸਕਦੇ, ਜਿਹੜੇ ਆਪਾਂ ਕੋਈ ਵੀ ਚਲੋ ਗਿਆਨੀ ਪੁਰਸ਼ ਨੇ, ਕਥਾਵਾਚਕ ਨੇ, ਵਿਦਵਾਨ ਨੇ, ਜਿੱਦਣ ਕੋਈ ਖਾਸ ਸ਼ਖਸੀਅਤ ਗੁਰੂ ਘਰ ਗਈ ਹੁੰਦੀ ਹੈ ਅਤੇ ਸਾਡਾ ਉਦਣ ਦਾ ਅਸੀਂ ਆਪਣਾ ਚੈੱਕ ਕਰਕੇ ਦੇਖੀਏ, ਸਾਡੀ ਉਹ ਬਹਿਣੀ ਉੱਠਣੀ ਬਦਲ ਜਾਂਦੀ ਉਦਣ। ਸੋ ਅਸੀਂ ਕਿਉਂਕਿ ਉਹਦਾ ਸਤਿਕਾਰ ਕਰ ਰਹੇ ਹੁੰਦੇ ਹਾਂ, ਜ਼ਿਆਦਾ ਸਤਿਕਾਰ ਹੁੰਦਾ ਸਾਡੇ ਦਿਲ ਦੇ ਵਿੱਚ, ਪਰ ਅਸੀਂ ਗੁਰੂ ਦੇ ਲਈ ਜਦੋਂ ਉਹ ਭਾਵਨਾ ਹੀ ਨਹੀਂ ਲੈ ਕੇ ਜਾਵਾਂਗੇ, ਇਹ ਇੰਝ ਪ੍ਰਤੀਤ ਹੁੰਦਾ ਵੀ ਸਮੁੰਦਰ ਦੇ ਵਿੱਚ ਭਾਂਡਾ ਮੂਧਾ ਮਾਰ ਦਿੰਦੇ ਆ। ਜੀ ਬਿਲਕੁਲ। ਜੀ ਤੋ ਜਦੋਂ ਆਪਾਂ ਦੱਸ ਨਹੀਂ ਰਹੇ ਹੋਵਾਂਗੇ ਆਪਣੇ ਪਰਿਵਾਰ ਨੂੰ ਵੀ ਆਪਾਂ ਜਿੱਥੇ ਜਾ ਰਹੇ ਹਾਂ, ਜਿਹਨਾਂ ਨੂੰ ਮੱਥਾ ਟੇਕ ਰਹੇ ਹਾਂ, ਜੀ ਉਹ ਸਤਿਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦਾ ਰੂਪ ਸਰੂਪ ਆ। ਜੀ ਆਪਾਂ ਭੈਣ ਭਾਵਨਾ ਰੱਖਣੀ ਆ, ਫਿਰ ਆਪਾਂ ਪਰਿਕਰਮਾ ਕਰ ਰਹੇ ਆ, ਫਿਰ ਆਪਾਂ ਜੋ ਉੱਥੇ ਬੋਲਿਆ ਜਾ ਰਿਹਾ ਉਹਨੂੰ ਬੜੀ ਸ਼ਰਧਾ ਭਾਵਨਾ ਨਾਲ ਸੁਣਨਾ ਆ। ਜੀ ਫਿਰ ਸੁਣ ਕੇ ਆਪਾਂ ਉਹਨੂੰ ਮੰਨਣਾ ਆ, ਸੁਣਿਆ ਮੰਨਿਆ ਮਨ ਕੀਤਾ ਪਾਓ। ਬਿਲਕੁਲ ਜੀ। ਤੇ ਉਹ ਇਹ ਚੀਜ਼ਾਂ ਸਾਡੇ ਕੋਲ ਹੈ ਨਹੀਂ ਗੀਆਂ, ਨਾ ਅਸੀਂ ਦੱਸਿਆ ਹੁੰਦਾ। ਅਸੀਂ ਵੀ ਬੱਚਿਆਂ ਦੀਆਂ ਗਿੱਚੀਆਂ ਫੜ ਫੜ ਕੇ ਉਹਨਾਂ ਨੂੰ ਥੱਲੇ ਨਵੇਨੇ ਆ, ਉਹ ਵਚੀਕਾ ਮਾਰਦੇ ਆ, ਕਿਉਂਕਿ ਦੱਸਿਆ ਤੇ ਹੁੰਦਾ ਹੀ ਨਹੀਂ ਘਰੇ। ਬਿਲਕੁਲ 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 ਜੀ। ਆਪਾਂ ਨੂੰ ਦੱਸਦੇ ਨਹੀਂ ਹੁੰਦੇ ਵੀ ਏਦਾਂ ਮੱਥਾ ਪਰਿਕਰਮਾ। ਹੁਣ ਅੱਜ ਤੱਕ ਮੇਰੇ ਖਿਆਲ ਬਹੁਤ ਘੱਟ ਲੋਕ ਨੇ ਗੁਰਮੁਖ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੋਊਗਾ, ਜਾਂ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਹੋਊਗਾ ਵੀ ਆਪਾਂ ਪਰਿਕਰਮਾ ਕਿਉਂ ਕਰਦੇ ਗੁਰੂ ਗ੍ਰੰਥ ਸਾਹਿਬ ਦੀਆਂ। ਜੀ 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 ਪਰਿਕਰਮਾ ਤੇ ਅਸੀਂ ਲਾਵਾਂ ਵੇਲੇ ਕਰਦੇ ਹਾਂ, ਉਹ ਤਾਂ ਸਾਡੀ ਆਨੰਦ ਕਾਰਜ ਨੇ। ਸਾਡੇ ਸ਼ੁਭ ਵਿਆਹ ਹੁੰਦਾ, ਵਿਆਹ ਤੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਲਾਵਾਂ ਕਰਦੇ ਆ, ਤਾਂ ਕਿ ਦੋਵਾਂ ਪਰਿਵਾਰਾਂ ਦੀਆਂ ਵਧਾਈਆਂ ਤੇ ਸਾਡਾ ਜੀਵਨ ਜਿਹੜਾ ਉਹ ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਕਰਵੇ। ਜੀ ਪਰ ਜਦੋਂ ਮੱਥਾ ਟੇਕਦੇ ਆ ਅਸੀਂ, ਉਦੋਂ ਵੀ ਮਹਾਰਾਜ ਨੂੰ ਪਰਿਕਰਮਾ ਕਰਦੇ ਆ, ਭਾਵੇਂ ਕਿ ਕਈ ਗੁਰਮੁਖ 2 ਕਰਦੇ, ਕਈ 3 ਕਰਦੇ, ਕੋਈ 1 ਕਰਦਾ, ਪਰ ਕਿਉਂ ਕਰਦੇ ਆ? ਜੀ ਬਿਲਕੁਲ ਕਿਉਂ ਕਰਦੇ ਆ? ਗੱਲ ਤਾਂ ਇਹ ਆ ਵੀ ਜੇ ਸਾਨੂੰ ਕੋਈ ਪੁੱਛ ਲਵੇ ਵੀ ਕਿਉਂ ਕਰਦੇ ਆ, ਅੱਛਾ ਫਿਰ ਤੁਸੀਂ ਪ੍ਰਸ਼ਾਦ ਹੀ ਕਿਉਂ ਵਰਤਾਉਨੇ ਆ? ਕੜਾਹ ਪ੍ਰਸ਼ਾਦ ਹੀ ਕਿਉਂ ਦਿੰਨੇ ਆ? ਤੁਸੀਂ ਲੱਡੂ ਕਿਉਂ ਨਹੀਂ ਦੇ ਸਕਦੇ? ਬਰਫੀ ਕਿਉਂ ਨਹੀਂ ਦੇ ਸਕਦੇ? ਜੀ 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 ਹਨਾ, ਬਿਲਕੁਲ ਚੀਜ਼ਾਂ ਕਿਉਂ ਨਹੀਂ ਦੇ ਸਕਦੇ? ਜੀ ਦੇਖੋ ਜੀ ਇਹ ਸਾਡੀ ਗੁਰੂ ਸਾਹਿਬ ਜੀ ਦੀ ਜਿਹੜੀ ਮਰਜ਼ਾਦਾ ਦੀ ਪ੍ਰਣਾਲੀ ਆ, ਉਹਦਾ ਮੁੱਢ ਆ। ਬਿਲਕੁਲ ਜੀ। ਹੁਣ ਅਸੀਂ ਆਪਣਾ ਗਏ ਸੀ, ਬੱਚਿਆਂ ਨੂੰ ਦੱਸਿਆ ਨਹੀਂ ਵੀ ਤੁਸੀਂ ਇਸ ਤਰ੍ਹਾਂ ਮੱਥਾ ਟੇਕਣਾ ਸ਼ਰਧਾ ਭਾਵਨਾ ਨਾਲ, ਜੋ ਦਿਲ ਫੁੱਲ ਆਪਾਂ ਪਿੱਛੋਂ ਲੈ ਕੇ ਆਉਣਾ। ਇਹ ਨਹੀਂ ਵੀ ਗਏ ਅੰਦਰ ਤੇ ਜਾ ਕੇ ਬਟੂਆ ਖਿੱਚ ਲਿਆ, ਕੱਢ ਲਿਆ ਤੇ ਕਿਰਚ ਕਰਨ ਲੱਗ ਪਿਆ ਮਹਾਰਾਜ ਦੀ ਹਜ਼ੂਰੀ ਚ ਖਲੋ ਕੇ ਵੀ ਹੁਣ ਕੋਈ ਟੁੱਟਾ ਪੈਸਾ ਲੱਭਾਂ, ਜਾਂ ਤੇ ਫਿਰ ਤੂੰ ਏਡੀ ਵੱਡੀ ਤਾਕਤ ਰੱਖ, ਏਡਾ ਗੁਣ ਰੱਖ, ਬਟੂਆ ਕੱਢ ਗੁਰੂ ਕੀ ਹਜ਼ੂਰੀ ਚ, ਜੋ ਤੇਰੇ ਸਾਹਮਣੇ ਅੱਜ ਗੁਰੂ ਦੇ ਸਾਹਮਣੇ। ਬਿਲਕੁਲ ਜੀ। ਜਾਂ ਤੇ ਫਿਰ ਤੂੰ ਇਹ ਸਮਰੱਥਾ ਨੂੰ ਆਪਣੇ ਜੀਵਨ ਵਿੱਚ ਲਿਆ, ਅਪਣਾ ਲਾ ਕਿ ਗੁਰੂ ਦੇ ਸਾਹਮਣੇ ਬਟੂਆ ਕੱਢਿਆ, ਜਿਹੜਾ ਨੋਟ ਆ ਗਿਆ ਪਾਤਾ ਗੋਲਕ ਚ। ਜੀ 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 ਜੇ ਤੂੰ ਨਹੀਂ ਕਰ ਸਕਦਾ ਤੇ ਗੁਰੂ ਕੀ ਹਜ਼ੂਰੀ ਚ ਜਾ ਕੇ
ਇੱਕ ਬਟੂਆ ਕੱਢ ਕੇ ਉਹਦੇ ਸਾਹਮਣੇ ਛੋਟਾ ਨੋਟ ਕੱਢਣਾ, ਇਹ ਕਿਤੇ ਨਾ ਕਿਤੇ ਈਗੋ ਨੇ, ਸਾਡੀ ਹੋਮੇ ਨਹੀਂ। ਤੇ ਗੁਰੂ ਹੱਸ ਨਹੀਂ ਰਿਹਾ ਹੋਵੇਗਾ, ਤੂੰ ਭਲਿਆ ਮਾਨਸਾ ਜਿਹੜਾ ਤੈਨੂੰ ਦੇ ਰਿਹਾ ਹੈ, ਤੂੰ ਉਹਦੇ ਸਾਹਮਣੇ ਆ ਕੇ ਇਹ ਫੋਕੀ ਦੌਲਤ ਜਿਹੜੀ ਝੂਠੀ ਸ਼ੋਹਰਤ ਆ, ਇਹਦਾ ਦਿਖਾਵਾ ਉਸ ਗੁਰੂ ਨੂੰ ਕਰ ਰਹੇ ਆ ਜਿਹੜਾ ਸਾਰੇ ਸੰਸਾਰ ਨੂੰ ਹੀ ਪਾ ਰਿਹਾ ਹੋਵੇ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਬਿਲਕੁਲ ਜੀ। ਤੂੰ ਜੋ ਦੇਣਾ ਆ ਤੂੰ ਨਾ ਵੀ ਦੇਵੇਂਗਾ, ਕੋਈ ਫਰਕ ਨਹੀਂ ਆ, ਤੂੰ ਨਾ ਵੀ ਦੇਵੇਂਗਾ। ਜੇ ਤੂੰ ਇੱਕ ਤਿਲ ਫੁੱਲ ਨਾ ਵੀ ਲਿਆ ਕੇ ਦੇਵੇਂਗਾ, ਗੁਰੂ ਦਾਤਾ ਆ, ਮੰਗਤਾ ਨਹੀਂ ਆ। ਬਿਲਕੁਲ ਬਿਲਕੁਲ ਜੀ। ਤੂੰ ਦਾਤਾ ਜੀਆਂ ਸਭਨਾ ਕਾ, ਵਾਹਿਗੁਰੂ ਜੀ। ਵਸੋ ਮੇਰੇ ਮਨ ਮਾਹੀ, ਵਾਹਿਗੁਰੂ ਜੀ। ਆਪਕੋ ਦਾਤਾ ਰਾਮ ਹੈ ਜੀ ਹਨਾ ਜੀ। ਸਾਰਿਆਂ ਦਾ ਦਾਤਾ ਪਰਮਾਤਮਾ ਹੀ ਹੈ। ਬਿਲਕੁਲ ਬਿਲकुल बिल्कुल। ਬਾਕੀ ਸਾਰੇ ਜਗਤ ਭੁਖਾਰੀ ਫਿਰਤ ਹੈ ਹਨਾ। ਜੀ ਜੀ ਜੀ। ਸਭ ਤੋਂ ਦਾਤਾ ਰਾਮ। ਬਿਲਕੁਲ ਬਿਲਕੁਲ ਜੀ। ਜੇ ਅੱਜ ਆਪਾਂ ਦੇਖੀਏ ਗੁਰੂ ਸਾਹਿਬ ਦੀ ਇੱਕ ਵਡਿਆਈ ਦੇ ਦਿੱਤੀ ਆ ਕੌਮ ਨੂੰ, ਨਹੀਂ ਤਾਂ ਸਿੱਖ ਮੇਰੇ ਖਿਆਲ ਨਾਲ ਦੁਨੀਆ ਦੇ ਲੈਵਲ 'ਤੇ ਦੇਖਣਾ ਹੋਵੇ ਤੇ 0.5% ਵੀ ਨਹੀਂ ਬਣਦੇ ਆ। 1% ਵੀ ਬਹੁਤ ਜ਼ਿਆਦਾ ਕਹਿਣ ਹੋਵੇਗਾ, ਤੇ 0.5% ਵੀ ਨਹੀਂ ਬਣਦੇ ਆ। ਤੇ ਸਤਿਗੁਰਾਂ ਦੀ ਕਿਰਪਾ ਹੀ ਹੈ ਕਿ ਕੌਮ ਨੂੰ ਮਾਣ ਦਵਾਰੇ ਨੇ, ਕਿ ਕੌਮ ਲੰਗਰ ਲਾ ਕੇ ਬੈਠੀ ਆ। ਤੇ ਮੋਰ ਦੈਨ 99 ਪੁਆਇੰਟ ਜਿਹੜੇ ਹੈਗੇ ਉਹ ਖਾਣ ਵਾਲੇ ਨੇ ਤੇ 1 ਵਰਤਾਉਣ ਵਾਲੇ ਨੇ, ਤੇ ਉਹ ਮੁੱਕਦਾ ਨਹੀਂ ਹੈ। ਗੁਰੂ ਸਾਹਿਬ ਦੀ ਕਿਰਪਾ ਹੀ ਹੈ ਜੀ। ਜੀ ਜੀ। ਸੋ ਉਹ ਤਾਂ ਸਾਰਿਆਂ ਨੂੰ ਦਾਤਾ ਦੇ ਰਿਹਾ ਜੀ। ਹਾਂਜੀ। ਆਪਾਂ ਕੀ ਗੱਲ ਕਰ ਰਹੇ ਸੀਗੇ ਪਹਿਲਾਂ? ਜੀ ਆਹੀ ਕਰ ਰਹੇ ਸੀ ਵੀ ਆਪਾਂ ਜਿਹੜਾ ਗੁਰੂ ਘਰ ਜਾ ਕੇ ਵੀ ਆਪਾਂ ਇਹ ਕੋਸ਼ਿਸ਼ ਕਰਦੇ ਵੀ ਖਰੇ ਅਸੀਂ ਮਾਇਆ ਦੇ ਨਾਲ ਜਿਹੜਾ ਹੈਗਾ ਨਾ, ਵੀ ਮਾਇਆ ਦਾ ਹੰਕਾਰ ਲੈ ਕੇ ਜਾਂਦੇ ਆ, ਬਟੂਆ ਕੱਢਦੇ ਆ। ਮੈਂ ਬੇਨਤੀ ਕਰ ਰਿਹਾ ਸੀਗਾ ਵੀ ਜੀ ਜੋ ਵੀ ਤੂੰ ਅਰਪਣ ਕਰਨਾ ਚਾਹੁੰਦਾ ਜੀ, ਉਸ ਨੂੰ ਤੂੰ ਆਪਣੇ ਘਰੋਂ ਆਪਣੇ ਜੇਬ ਵਿੱਚ ਪਾ ਕੇ ਲੈ ਕੇ ਜਾ। ਗੁਰੂ ਜੀ ਦੇ ਸਾਹਮਣੇ ਜਾ ਕੇ ਬਟੂਆ ਖੋਲ ਕੇ ਕਿਰਚ ਨਾ ਕਰ। ਬਿਲਕੁਲ ਜੀ। ਜਾਂ ਜੇ ਤੂੰ ਇਸ ਤਰ੍ਹਾਂ ਕਰਨਾ ਆ ਤਾਂ ਫਿਰ ਇਹ ਸਮਰੱਥਾ ਰੱਖ ਕਿ ਮੈਨੂੰ ਜੋ ਪਰਮਾਤਮਾ ਦਾ ਦਿੱਤਾ ਹੋਇਆ ਮੈਨੂੰ ਅਰਪਣ ਕਰ ਲਵਾਂ। ਤੇਰਾ ਕੀ ਆ, ਤੁਝੇ ਕਿਆ ਅਰਪੂ, ਮੈਂ ਤੈਨੂੰ ਕੀ ਦੇ ਸਕਦਾ ਤੇਰੇ ਦਿੱਤੇ ਵਿੱਚੋਂ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ। ਭਿਖਾਰੀ ਮਾਲਕ ਨੂੰ ਕੀ ਦੇ ਸਕਦਾ ਜੀ। ਹਾਂ ਜੀ। ਤੋ ਇਸ ਪ੍ਰਕਾਰ ਫਿਰ ਮੱਥਾ ਟੇਕ ਕੇ ਆਪਾਂ ਮਾਰਾ। ਇਹ ਵੀ ਇੱਕ ਸ਼ਰਧਾ ਭਾਵਨਾ ਦਾ ਮਤਲਬ ਸੰਕੇਤ ਆ ਵੀ ਜਦੋਂ ਤੁਸੀਂ ਆਰਾਮ ਨਾਲ ਹੌਲੀ ਜਾਏ। ਕਈ ਵਾਰੀ ਅਸੀਂ ਦੇਖਦੇ ਸੁੱਟਦੇ ਆ, ਅਸੀਂ ਜੋ ਕੁਛ ਹੁੰਦਾ ਨਾ ਅਸੀਂ ਜ਼ੋਰ ਨਾਲ ਮਾਰੇ ਦੇ ਮੂਹਰੇ ਚਲਾ ਕੇ ਮਾਰਦੇ ਆ। ਜੀ ਜੀ ਜੀ। ਤੇ ਸਾਨੂੰ ਕਿਤੇ ਨਾ ਕਿਤੇ ਇਹ ਭੁਲੇਖਾ ਵੀ ਪੈ ਰਿਹਾ ਵਾ ਵੀ ਅਸੀਂ ਗੁਰੂ ਨੂੰ ਦੇ ਰਹੇ ਹਾਂ। ਜੀ ਜੀ ਜੀ। ਇਹ ਕਮੇਟੀਆਂ ਵਾਲੇ ਕਈ ਵਾਰੀ ਗੁਰਦੁਆਰਿਆਂ ਵਿੱਚ ਇਸ ਪ੍ਰਕਾਰ ਮੰਗਦੇ ਵੀ ਆ ਕਿ ਲੋਕਾਂ ਦੇ ਭਾਣੇ ਹੁੰਦਾ ਵੀ ਅਸੀਂ ਗੁਰਦੁਆਰੇ ਨੂੰ ਦੇ ਰਹੇ ਹਾਂ, ਹਾਲੇ ਕਿ ਪ੍ਰਬੰਧ ਵਾਸਤੇ ਹੋ ਸਕਦਾ, ਗੁਰਦੁਆਰੇ ਦੀ ਬਿਲਡਿੰਗ ਵਾਸਤੇ ਹੋ ਸਕਦਾ, ਗ੍ਰੰਥੀ ਸਿੰਘ ਵਾਸਤੇ, ਕਥਾਵਾਚਕ ਰਾਗੀ ਢਾਡੀ ਵਾਸਤੇ ਹੋ ਸਕਦਾ, ਗੁਰੂ ਦੇ ਲੰਗਰਾਂ ਵਾਸਤੇ, ਹੋਰ ਸੇਵਾਵਾਂ ਵਾਸਤੇ ਹੋ ਸਕਦਾ, ਗੁਰੂ ਵਾਸਤੇ ਨਹੀਂ ਆ। ਬਿਲਕੁਲ ਬਿਲਕੁਲ ਜੀ। ਗੁਰੂ ਨੂੰ ਸਾਡੇ ਧਨ ਦੀ ਲੋੜ ਨਹੀਂ ਆ। ਜੀ 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 ਜੀ। ਗੁਰੂ ਸਾਡਾ ਪ੍ਰੇਮ ਮੰਗਦਾ ਆ, ਗੁਰੂ ਪ੍ਰੇਮ ਮੰਗਦਾ ਆ, ਗੁਰੂ ਧਨ ਨਹੀਂ ਮੰਗਦਾ। ਕਿਉਂਕਿ ਉਸ ਕੋਲੋਂ ਤਾਂ ਅਸੀਂ ਲੈ ਕੇ ਆਪਣੇ ਘਰ ਬਣਾਏ ਆ, ਅਸੀਂ ਉਹਨੂੰ ਕਿੱਥੋਂ ਦੇ ਦਿਆਂਗੇ। ਬਿਲਕੁਲ ਬਿਲਕੁਲ ਜੀ। ਔਰ ਦੂਸਰਾ ਮਨੁੱਖ ਸੋਚ ਰਿਹਾ ਹੁੰਦਾ ਵੀ ਜੋ ਮੈਂ ਲੈ ਕੇ ਜਾਣਾ ਵਾ ਉਹ ਜਾ ਕੇ ਬਕਾਇਦਾ ਗ੍ਰੰਥੀ ਸਿੰਘ ਨੂੰ ਲਿਖਾਉਂਦਾ ਵੀ ਆ, ਦੱਸਦਾ ਵੀ ਆ ਵੀ ਅੱਜ ਮੈਂ ਰੁਮਾਲਾ ਲੈ ਕੇ ਆਇਆ, ਅੱਜ ਮੈਂ ਆਹ ਲੈ ਕੇ ਆਇਆ, ਮੇਰੀ ਅਰਦਾਸ ਕਰ ਦਿਓ, ਗੁਰੂ ਨੂੰ ਦੱਸ ਦਿਓ ਕਿ ਮੈਂ ਲੈ ਕੇ ਆਇਆ। ਜੀ ਜੀ ਜੀ। ਤੇ ਹਰੇ ਉਹਨੂੰ ਇਸ ਗੱਲ ਦਾ ਸਾਨੂੰ ਪਤਾ ਨਹੀਂ ਹੁੰਦਾ ਕਿ ਪਿਆਰਿਆ ਤੂੰ ਕੀ ਦੱਸੇਗਾ, ਕਿਉਂਕਿ ਤੇਰੇ ਪੁੰਨਾਂ ਨਾਲੋਂ ਤੇਰੇ ਪਾਪ ਪਹਿਲੋਂ ਆ ਚੁੱਕੇ ਨੇ ਗੁਰਦੁਆਰਾ ਸਾਹਿਬ। ਵਾਹਿਗੁਰੂ ਵਾਹਿਗੁਰੂ ਜੀ। ਗੁਰੂ ਕੋਲੇ ਕਹਿ ਲਵਾਂ, ਗੁਰੂ ਕੋਲੇ ਕਵਾਂ ਤਾਂ ਉਹ ਪੱਲੀ ਗੱਲ ਆ। ਬਿਲਕੁਲ ਬਿਲਕੁਲ ਜੀ। ਪੁੰਨਾਂ ਨਾਲੋਂ ਤੇਰੇ ਪਾਪ ਪਹਿਲੋਂ ਆ ਗਏ ਨੇ। ਗੁਰੂ ਜੀ ਨੇ ਬਚਨ ਕਿਹਾ, ਕਿਆ ਮੂੰਹ ਲੈ ਕੀਚੇ ਅਰਦਾਸ। ਵਾਹਿਗੁਰੂ ਜੀ। ਪਾਪ ਪੁੰਨ ਦੋਏ ਸਾਖੀ ਪਾਸ, ਤੂੰ ਕਿਹੜਾ ਮੂੰਹ ਲੈ ਕੇ ਅਰਦਾਸ ਕਰ ਰਿਹਾ। ਵਾਹਿਗੁਰੂ ਜੀ। ਤੇਰੇ ਪਾਪਾਂ ਨਾਲ, ਤੇਰੇ ਪੁੰਨਾਂ ਨਾਲੋਂ ਤੇਰੇ ਪਾਪ ਪਹਿਲੋਂ ਆ ਰਹੇ ਹੋਏ ਨੇ ਮਹਾਰਾਜ ਕੋਲੇ। ਵਾਹਿਗੁਰੂ ਜੀ। ਇਹ ਮਾਟੀ ਤੋਂ ਕੂਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ, ਦੌਰਿਓ ਫਿਰਤ ਹੈ, ਜਬ ਕੁਛ ਪਾਵੇ ਤਬ ਗਰਭ ਕਰਤੇ ਹੈ, ਮਾਇਆ ਗਈ ਤੋਂ ਰੋਣ ਲੱਗ। ਵਾਹਿਗੁਰੂ ਵਾਹਿਗੁਰੂ ਜੀ। ਉਹਨਾਂ ਨੂੰ ਪਤਾ ਆ ਮਹਾਰਾਜ। ਜੀ ਜੀ ਜੀ। ਫਿਰ ਜਦੋਂ ਤੁਸੀਂ ਜੇ ਆਪਾਂ ਪਿਆਰ ਦੇ ਨਾਲ, ਸ਼ਰਧਾ ਨਾਲ ਜਾਵਾਂਗੇ ਨਾ, ਦੇਖੋ ਗੁਰੂ ਜੀ ਸਾਨੂੰ ਇੱਕ ਤਾਂ ਕਹਿੰਦੇ ਆ ਵੀ
ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਬਿਲਕੁਲ ਜੀ। ਹੁਕਮ ਮੰਨ ਕੇ ਤੇ ਉਹਨੂੰ ਪਾ ਆਪਣੇ ਜੀਵਨ 'ਚ। ਵਾਹਿਗੁਰੂ ਜੀ। ਤਨ ਮਨ ਧਨ ਸਭ ਸੌਂਪ ਗੁਰ ਕੋ। ਬਿਲਕੁਲ ਜੀ। ਤੂੰ ਆਪਣਾ ਤਨ ਵੀ ਸੌਂਪ ਦੇ, ਆਪਣਾ ਮਨ ਵੀ ਸੌਂਪ ਦੇ, ਆਪਣਾ ਧਨ ਵੀ ਸੌਂਪ ਦੇ। ਬਿਲਕੁਲ ਜੀ। ਤੇ ਹੁਣ ਸਵਾਲ ਇਹ ਪੈਦਾ ਹੋਊਗਾ ਵੀ ਗੁਰੂ ਨੂੰ ਸਾਡਾ ਧਨ ਚਾਹੀਦਾ ਜੀ, ਕਿ ਗੁਰੂ ਨੂੰ ਸਾਡਾ ਮਨ ਚਾਹੀਦਾ ਜੀ, ਕਿ ਗੁਰੂ ਨੂੰ ਸਾਡਾ ਧਨ ਚਾਹੀਦਾ? ਜੀ। ਨਾ ਤੇ ਗੁਰੂ ਨੂੰ ਸਾਡੇ ਧਨ ਦੀ ਲੋੜ ਆ, ਧਨ ਸਾਡੇ ਕੋਲ ਹੈ ਇਕੱਠਾ ਜਿਹੜਾ ਦੇ ਦੇਈਏ। ਬਿਲਕੁਲ ਬਿਲਕੁਲ ਜੀ। ਜੇ ਹੈ ਤੇ ਗੁਰੂ ਦਾ ਦਿੱਤਾ ਹੋਇਆ। ਬਿਲਕੁਲ ਜੀ। ਤੇ ਤੁਹਾਡੇ ਕੋਲ ਚੀਜ਼ ਲੈ ਕੇ ਤੁਹਾਨੂੰ ਦੇ ਕੇ ਤੇ ਮੈਂ ਤੁਹਾਡੇ ਤੇ ਸਹਾਨ ਕਰਾਂ, ਮੈਂ ਸਿਆਣਾ? ਜੀ ਜੀ ਜੀ। ਤੁਸੀਂ ਬਿਲਕੁਲ ਦੱਸੋਗੇ ਨਹੀਂ ਵੀ ਕਮਾਲ ਦੀ ਹੋ ਗਈ ਗੱਲ, ਯਾਰ ਮੈਂ ਹੀ ਇਹਨੂੰ ਚੋਲਾ ਦਿੱਤਾ ਆ, ਮੇਰਾ ਚੋਲਾ ਮੈਨੂੰ ਦੇ ਕੇ ਮੇਰੇ ਤੇ ਸਹਾਨ ਕਰ ਰਿਹਾ। ਬਿਲਕੁਲ ਜੀ। ਜੀਵਨ ਰੂਪੀ ਚੋਲਾ। ਬਿਲਕੁਲ ਬਿਲਕੁਲ ਜੀ। ਇਹ ਜੀਵਨ ਰੂਪੀ ਚੋਲਾ ਰੱਬ ਨੇ ਸਾਨੂੰ ਦਿੱਤਾ ਆ, ਜੇ ਉਹ ਦਿੰਦਾ ਹੀ ਨਾ ਤੇ ਫੇਰ ਕੀ ਕਰ ਲੈਂਦੇ? ਬਿਲਕੁਲ ਬਿਲਕੁਲ ਜੀ। ਹਾਂਜੀ, ਫੇਰ ਕੀ ਕਰ ਲੈਂਦੇ? ਵੀ ਇੱਕ ਵਸਤ ਅਸੀਂ ਉਹਨੂੰ ਦੇ ਰਹੇ ਹਾਂ, ਜਿਹੜੀਆਂ 10 ਲਈਆਂ ਹੋਈਆਂ ਉਹਨਾਂ ਦਾ ਚੇਤਾ ਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਸ ਵਾਰ ਸ਼ਿੰਗਾਰਿਆ। ਵਾਹਿਗੁਰੂ। ਉਹਦਾ ਤਾਂ ਸਾਨੂੰ ਚੇਤਾ ਹੀ ਨਹੀਂ। ਬਿਲਕੁਲ ਬਿਲਕੁਲ ਜੀ। ਜਿਉ ਪਾਏ ਪਿੰਡ ਜਿਹਨੇ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰੱਖੇ ਨਾਨਕ ਸਤ ਕੁਰਬਾਨ। ਵਾਹਿਗੁਰੂ ਜੀ। ਉਹ ਤਾਂ ਸਾਨੂੰ ਖਿਆਲ ਹੀ ਨਹੀਂ ਵੀ ਅਸੀਂ ਥੋੜਾ ਜਿਹਾ ਦੇਖ ਕੇ ਮਹਿਸੂਸ ਕਰ ਰਹੇ ਹੁੰਦੇ ਆ ਵੀ ਅਸੀਂ ਦੇ ਰਹੇ ਹਾਂ, ਖਰੇ ਗੁਰਦੁਆਰਾ ਸਾਡੇ ਕਰਕੇ ਚੱਲ ਰਿਹਾ। ਜੀ ਜੀ। ਜੇ ਅਸੀਂ ਗੁਰਦੁਆਰਾ ਨਾ ਬਣਾਉਂਦੇ ਤੇ ਕਈ ਕਹਿ ਵੀ ਦਿੰਦੇ ਨੇ ਤੁਸੀਂ ਸਾਡਾ ਗੁਰਦੁਆਰਾ ਦੇਖਿਆ ਕਿੰਨਾ ਵਧੀਆ ਬਣਾਇਆ ਹੋਇਆ। ਅਸੀਂ ਜਿੱਦਣ ਦੇ ਗੁਰਦੁਆਰੇ ਵਿੱਚ ਆਏ ਅਸੀਂ ਗੁਰਦੁਆਰਾ ਸੁਧਾਰ ਦਿੱਤਾ। ਜੀ ਜੀ ਜੀ। ਬਿਲਕੁਲ ਬਿਲਕੁਲ ਜੀ। ਸਾਡਾ ਹੰਕਾਰ ਬੋਲਦਾ ਜੀ। ਅਸੀਂ ਗੁਰਦੁਆਰਾ ਸੁਧਾਰਤਾ। ਮਤਲਬ ਇਹਦਾ ਮਤਲਬ ਪਹਿਲਾਂ ਗੁਰਦੁਆਰੇ ਨੂੰ ਕੋਈ ਰੋਗ ਸੀ ਜਾਂ ਗੁਰਦੁਆਰਾ ਪਹਿਲਾਂ ਸੁਧਰਿਆ? ਅਸੀਂ ਗੁਰਦੁਆਰੇ ਸੁਧਾਰਨ ਤੁਰ ਪਏ, ਸੁਧਰਨਾ ਆਪ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਬਿਲਕੁਲ ਬਿਲਕੁਲ। ਸੋਝੀ ਅਸੀਂ ਆਪ ਲੈਣੀ ਸੀ ਤੇ ਅਸੀਂ ਗੁਰਦੁਆਰਾ ਸਾਹਿਬ ਨੂੰ ਦੇਣੀ ਸ਼ੁਰੂ ਕਰ ਦਿੱਤੀ। ਅਸੀਂ ਉਹਨੂੰ ਸੁਧਾਰਨ ਲੱਗ ਪਏ ਵੀ ਅਸੀਂ ਗੁਰੂ ਦਾ ਬੜਾ ਕੀ ਆਪਾਂ ਦੇਖੋ ਸਤਿਕਾਰ ਦਾ ਪੱਖ ਚੰਗਾ ਆ, ਆਪਾਂ ਗੁਰੂ ਦਾ ਸਤਿਕਾਰ ਕਰਾਂਗੇ, ਨਹੀਂ ਵਰਨਾ ਆਪਾਂ ਕੀ ਗੁਰੂ ਦਾ ਸਤਿਕਾਰ ਕਰ ਸਕਦੇ ਹਾਂ? ਅਸੀਂ ਤਾਂ ਜੀਵਨ ਚੋਂ ਜਾਂਚ ਸਿੱਖਣੀ ਆ, ਗੁਰੂ ਕੋਲੇ ਜਾ ਕੇ ਗੁਰੂ ਨੂੰ ਅਸੀਂ ਸਿਖਾ ਰਹੇ ਹੁੰਦੇ ਆ ਕਈ ਵਾਰੀ। ਜੀ 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 ਜੀ। ਬਿਲਕੁਲ ਜੀ। ਇੱਕ ਇਤਿਹਾਸ ਦਾ ਪੱਖ ਆ ਨਾ ਵੀ ਜਦੋਂ ਮਹਾਰਾਜ ਸਾਹਿਬ ਜੀ ਰਮਿਆਣਾ ਸਾਹਿਬ ਦੀ ਧਰਤੀ ਤੇ ਰੁਕੇ ਸਨ ਜੀ, ਤਾਂ ਮਹਾਰਾਜ ਸਾਹਿਬ ਜੀ ਦੇ ਕੋਲ ਆਏ ਸੀ ਸਿੱਖ ਜੀ, ਝੰਬਾਲ ਤੋਂ। ਜੀ। ਉਹਨਾਂ ਨੇ ਆ ਕੇ ਕਿਹਾ ਸੀ ਮਹਾਰਾਜ ਨੂੰ ਵੀ, ਗੁਰੂ ਗੋਬਿੰਦ ਸਿੰਘ ਜੀ ਨੂੰ ਵੀ, ਮਹਾਰਾਜ ਜੀ ਵੀ ਗੱਲ ਇਹ ਆ ਵੀ ਤੁਸੀਂ ਛੱਡੋ ਇਹ ਕੰਮ 'ਚ, ਤੁਸੀਂ ਲੜਾਈਆਂ ਜੰਗਾਂ 'ਚ ਆਪਾਂ ਖੱਟਿਆ ਕੀ ਆ? ਜੀ। ਤੇ ਸਾਨੂੰ ਤਾਂ ਮਹਾਰਾਜ ਜੀ ਵੀ ਸ਼ਾਂਤੀ ਦਾ ਰਾਹ ਅਪਣਾਉਣਾ ਚਾਹੀਦਾ ਆ ਤੇ ਅਸੀਂ ਤੁਹਾਡੀ ਸੁਲ੍ਹਾ ਕਰਾ ਦਿੰਦੇ ਹਾਂ ਔਰੰਗਜ਼ੇਬ ਦੇ ਨਾਲ, ਤੁਸੀਂ ਗੁਰੂ ਬਣੋ ਤਾਂ ਅਸੀਂ ਤੁਹਾਨੂੰ ਮੱਥਾ ਟੇਕਦੇ ਹਾਂ। ਜੀ। ਤੇ ਮਹਾਰਾਜ ਨੇ ਬੜੇ ਪਿਆਰ ਨਾਲ ਕਿਹਾ, ਅਸੀਂ ਕਹਿਣ ਲੱਗੇ ਗੁਰਮੁਖੋ ਗੁਰੂ ਬਣ ਕੇ ਆਏ ਆ ਕਿ ਸਿੱਖ ਬਣ ਕੇ ਆਏ ਆ ਕਿ ਗੁਰੂ ਬਣ ਕੇ? ਜੀ। ਵਾਹਿਗੁਰੂ। ਜਿੱਦਾਂ ਸਿੱਖ ਬਣ ਕੇ ਆਏ ਆ ਜੀ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਗੁਰ ਕੇ ਗ੍ਰਹਿ ਸੇਵਕ ਜੋ ਰਹੇ। ਵਾਹਿਗੁਰੂ ਜੀ। ਗੁਰ ਕੀ ਆਗਿਆ ਮਨ ਮੈਂ ਸਹੇ। ਵਾਹਿਗੁਰੂ। ਬਿਲਕੁਲ ਜੀ। ਅੰਕ ਤੋਂ ਕਰ ਕਸ ਨਾ ਜਨਾਵੇ, ਹਰ ਹਰ ਨਾਮ ਦੇ ਸਦਗਾਵੇ। ਬਿਲਕੁਲ ਜੀ। ਤੇ ਜੇ ਤਾਂ ਤੁਸੀਂ ਆਏ ਆ ਗੁਰਸਿੱਖ ਬਣ ਕੇ ਤੇ ਫਿਰ ਗੁਰੂ ਦਾ ਬਚਨ ਮੰਨੋ, ਤੇ ਜੇ ਸਿੱਖ ਬਣ ਕੇ ਨਹੀਂ ਆਏ, ਗੁਰੂ ਬਣ ਕੇ ਸਮਝਾਉਣਾ ਹੈ, ਤੇ ਤੁਹਾਡੇ ਵਰਗੇ ਸਿੱਖਿਆ ਦੀ ਮੈਨੂੰ ਲੋੜ ਨਹੀਂ, ਕਿਉਂਕਿ ਦੀਖਿਆ ਜਿਹੜੀ ਆ ਉਹ ਗੁਰੂ ਨਾਨਕ ਸਾਹਿਬ ਦੀ ਚੱਲ ਰਹੀ ਆ। ਗੁਰੂ ਨਾਨਕ ਸਾਹਿਬ ਜੀ ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ। ਵਾਹਿਗੁਰੂ। ਬਿਲਕੁਲ ਜੀ। ਇਹਨਾਂ ਦੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਦੇ ਉੱਤੇ ਸੁਭਾਇਮਾਨ ਹੋਣ, ਉਹਨਾਂ ਨੂੰ ਤੁਹਾਡੇ ਵਰਗੇ ਦੀ ਸਿੱਖਿਆ ਦੀ ਲੋੜ ਨਹੀਂ। ਬਿਲਕੁਲ ਬਿਲਕੁਲ ਜੀ। ਤੋ ਇਸ ਕਰਕੇ ਅਸੀਂ ਕਈ ਵਾਰੀ ਗੁਰੂ ਨੂੰ ਸਮਝਾਉਣ ਦਾ ਵੀ ਯਤਨ ਕਰਦੇ ਹਾਂ। ਦੇਖੋ ਬੋਲ ਹੀ ਅੱਜ ਵੀ ਸਾਡੇ ਬੋਲ ਹੀ ਫਰਕ ਪੈ ਗਿਆ ਨਾ, ਵੀ ਜੇ ਕੇਸਾਂ ਦਾ ਕਿਤੇ ਨਾਂ ਗੁਰੂ ਕਹਿੰਦਾ, ਕਛਹਿਰੇ ਦਾ ਨਾਂ ਕਹਿੰਦੇ, ਕਿਰਪਾਨ ਦਾ ਨਾਂ ਕਹਿੰਦੇ, ਤਾਂ ਯਾਰ ਸਾਰੀ ਦੁਨੀਆ ਨੇ ਸਿੱਖ ਬਣ ਜਾਣਾ ਸੀ। ਜੀ ਜੀ ਜੀ। ਬਿਲਕੁਲ ਬਿਲਕੁਲ ਜੀ। ਜਿਹੜੇ ਬਦਲੇ ਆ ਆਪਣੇ ਪਲਟਾ ਲਏ ਆ ਸ਼ਬਦ ਹੀ,
ਕਹਿ ਤੇ ਦੇ ਤੇ ਸਿੱਖਿਆ ਹੀ ਰਹੇ ਨਾ, ਅਸੀਂ ਅੱਜ ਵੀ ਗੁਰੂ ਨੂੰ ਸਮਝਾਉਣ ਦਾ ਯਤਨ ਕਰ ਰਹੇ ਹਾਂ ਨਾ। ਬਿਲਕੁਲ ਬਿਲਕੁਲ ਜੀ। ਅਸੀਂ ਸ਼ਬਦਾਂ ਦਾ ਹੇਰ ਫੇਰ ਕਰ ਲਿਆ ਵੀ ਯਾਰ ਕੇਸਾਂ ਦਾ ਨਾਂ ਕਹਿੰਦੇ, ਕਸ਼ਹਿਰੇ ਦਾ ਨਾਂ ਕਹਿੰਦੇ, ਜਾਂ ਆਹ ਗੱਲ ਨਾ ਸ਼ਰਾਬ ਦਾ ਨਾਂ ਕਹਿੰਦੇ, ਤੇ ਯਾਰ ਸਾਰੇ ਲੋਕਾਂ ਨੇ ਸਿੱਖ ਬਣ ਜਾਣਾ ਸੀ। ਇਹੋ ਜਿਹੇ ਸਿੱਖਾਂ ਦੀ ਗੁਰੂ ਨੂੰ ਲੋੜ ਨਹੀਂ ਆ। ਬਿਲਕੁਲ ਬਿਲਕੁਲ ਜੀ। ਨਾ ਉਦਣ ਸੀ ਨਾ ਅੱਜ ਆ। ਗੁਰੂ ਕੁਆਂਟਿਟੀ ਨਾਲ ਪਿਆਰ ਨਹੀਂ ਕਰਦਾ, ਗੁਰੂ ਕੁਆਲਿਟੀ ਨਾਲ ਪਿਆਰ ਕਰਦਾ ਆ। ਬਿਲਕੁਲ ਬਿਲਕੁਲ ਜੀ। ਜਿਹੜਾ ਗੁਰੂ ਦਾ ਬਚਨ ਮੰਨਦਾ, ਖੁਸ਼ੀ ਉਹਨੇ ਲੈਣੀ ਆ, ਭਾਵੇਂ ਜਿੱਥੇ ਵੀ ਕੋਈ ਮਰਜ਼ੀ ਬੈਠਾ ਆ। ਕੋਈ ਸੰਤ ਹੈ, ਕੋਈ ਬ੍ਰਹਮ ਗਿਆਨੀ ਹੈ, ਕੋਈ ਭਾਈ ਹੈ, ਨਹੀਂ ਭਾਈ, ਇਸ ਨਾਲ ਕੋਈ ਮਤਲਬ ਨਹੀਂ। ਜਿਹੜਾ ਗੁਰੂ ਦਾ ਬਚਨ ਮੰਨੇਗਾ, ਖੁਸ਼ੀ ਉਸੇ ਨੂੰ ਮਿਲੇਗੀ। ਬਿਲਕੁਲ ਬਿਲਕੁਲ ਜੀ। ਇੱਕ ਗੁਰੂ ਸਾਹਿਬ ਦੀ ਰਹਿਮਤ ਆ। ਦੇਖੋ ਜਦੋਂ ਕੋਈ ਵਿਪਤਾ ਪੈਂਦੀ ਹੈ ਨਾ, ਤੇ ਆਪਾਂ ਅੱਜ ਵੀ ਜੰਗਾਂ ਯੁੱਧਾਂ ਦੇ ਵਿੱਚ ਦੇਖਦੇ ਹਾਂ, ਜੇ ਕੋਈ ਸਾਥ ਛੱਡ ਕੇ ਜਾਣ ਲੱਗਦਾ ਤਾਂ ਕਹਿੰਦੇ ਵੀ ਉਹਦੇ ਗੋਲੀ ਮਾਰ ਦਿੱਤੀ ਜਾਂਦੀ ਹੈ, ਜਾਣ ਨਹੀਂ ਦਿੱਤਾ ਜਾਂਦਾ। ਇਹ ਗੁਰੂ ਨਾਨਕ ਦਾ ਇਹ ਦਰ ਐਸਾ ਆ ਜਿੱਥੇ ਬਦਾਵਾ ਲੈ ਕੇ ਜਾਣ ਵਾਲਿਆਂ ਨੂੰ ਵੀ ਜਿਹੜੀ ਅਸੀਸ ਬਖਸ਼ ਕੇ ਘੱਲ ਦਿੱਤਾ ਜਾਂਦਾ, ਤੇ ਜਦੋਂ ਮੁੜ ਕੇ ਆਉਂਦੇ ਨੇ ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕੰਠ ਨਾਲ ਲਾ ਲੈਂਦੇ ਨੇ। ਹਾਂ ਬਿਲਕੁਲ ਜੀ। ਗੱਲ ਵਿੱਚ ਨਾਲ ਕਰ ਲਈਏ ਜੀ। ਇਹਨਾਂ ਕੰਠ ਨਾਲ ਨਹੀਂ ਲਾਉਂਦੇ ਜੀ। ਸਿੱਖ ਕਹਿ ਦਿੰਦੇ ਸੀ ਮਹਾਰਾਜ ਇਹ ਬਦਾਵੀਏ ਨੇ, ਸੱਚੇ ਪਾਤਸ਼ਾਹ ਜੀ ਇਹਨਾਂ ਨਾਲ ਕਿਉਂ ਪਿਆਰ ਕਰਦੇ ਹੋ? ਤੇ ਮਹਾਰਾਜ ਕਹਿੰਦੇ ਸੀ ਗੁਰਮੁਖੋ, ਬਦਾਵਾ ਉਹਨਾਂ ਨੇ ਦਿੱਤਾ, ਮੈਂ ਤੇ ਨਹੀਂ ਦਿੱਤਾ। ਜੀ ਵਾਹਿਗੁਰੂ ਵਾਹਿਗੁਰੂ ਜੀ। ਉਹਨਾਂ ਨੇ ਦਿੱਤਾ ਨਾ, ਉਹ ਦੇ ਸਕਦੇ, ਮੈਂ ਤੇ ਨਹੀਂ ਦਿੱਤਾ। ਵਾਹਿਗੁਰੂ ਵਾਹਿਗੁਰੂ ਜੀ। ਤੇ ਫਿਰ ਇੱਥੇ ਭਾਈ ਵੀਰ ਸਿੰਘ ਜਾਂ ਪ੍ਰੋਫੈਸਰ ਪੂਰਨ ਸਿੰਘ ਜੀ, ਇਹਨਾਂ ਵਿਦਵਾਨਾਂ ਦੋਵਾਂ ਚੋਂ ਇੱਕ ਕਹਿ ਰਿਹਾ ਵੀ ਦੇਖੋ, ਜੇ ਗੁਰੂ ਬਦਾਵੀਆਂ ਨਾਲ ਇੰਨਾ ਪਿਆਰ ਕਰਦਾ ਹੈ, ਵਾਹਿਗੁਰੂ ਜੀ, ਤੇ ਜਿਹੜਾ ਦਾਵਾ ਕਰਕੇ ਕਹਿੰਦਾ ਹੋ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ, ਗੁਰੂ ਉਹਨੂੰ ਕਿੰਨਾ ਪਿਆਰ ਦਿੰਦਾ ਹੋਵੇਗਾ। ਵਾਹਿਗੁਰੂ 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 ਜੀ। ਜਿਹੜਾ ਬਦਾਵੀਆਂ ਨਾਲ ਇੰਨਾ ਪਿਆਰ ਕਰਦਾ ਹੈ, ਉਹ ਕਹਿ ਰਿਹਾ ਹੈ ਮੇਰਾ 5000 ਹੀ, ਮੇਰਾ 10,000 ਹੀ, ਮੇਰਾ 20,000 ਹੀ, ਮੇਰਾ 25,000 ਹੀ, ਇਹ ਕਾਬਲ ਦਾ ਬਾਦਸ਼ਾਹ, ਇਹ ਜੰਮੂ ਦਾ ਹਾਕਮ, ਇਹ ਲਾਹੌਰ ਦਾ ਬਾਦਸ਼ਾਹ, ਇਹ ਦਿੱਲੀ ਦਾ ਰਾਜਾ। ਜਿਹੜਾ ਗੁਰੂ ਇੰਨਾ ਪਿਆਰ ਦੇ ਰਿਹਾ ਆ, ਤੇ ਜੇ ਕੋਈ ਦਾਵਾ ਕਰਕੇ ਕਹੂਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ, ਗੁਰੂ ਰਾਮਦਾਸ ਸਾਹਿਬ ਜੀ ਦਾ ਪੁੱਤਰ ਹਾਂ, ਮੈਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣਾ ਪਿਤਾ ਮੰਨਦਾ, ਤੇ ਉਹਨੂੰ ਕਿੰਨਾ ਕੁ ਗੁਰੂ ਪਿਆਰ ਦਿੰਦਾ ਹੋਊਗਾ, ਇਹਦਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ? ਨਹੀਂ ਜੀ ਨਹੀਂ, ਬਿਲਕੁਲ ਨਹੀਂ। ਤਾਂ ਫਿਰ ਪ੍ਰੋਬਲਮ ਜਿਹੜੀ ਆ, ਕੋਈ ਮੁਸ਼ਕਲ ਆ, ਉਹ ਸਾਡੇ ਵਿੱਚ ਆ, ਗੁਰੂ ਵਿੱਚ ਨਹੀਂ ਗੀ। ਬਿਲਕੁਲ ਬਿਲਕੁਲ ਜੀ। ਗੁਰੂ ਵਿੱਚ ਨਹੀਂ ਗੀ। ਸੱਚੇ ਪਾਤਸ਼ਾਹ ਜੀ ਪ੍ਰੇਮ ਕਰਦੇ ਆ, ਅਸੀਂ ਬਦਾਵੀਏ ਬੈਠੇ ਆ, ਬਦਾਵੀਆਂ ਨਾਲੋਂ ਵੀ ਥੱਲੇ ਚੱਲ ਗਏ। ਬਿਲਕੁਲ ਬਿਲਕੁਲ ਜੀ। ਤੋਂ ਮੈਂ ਬੇਨਤੀ ਕਰ ਰਿਹਾ ਸੀ, ਉਦੋਂ ਸਿੱਖਾਂ ਦੇ ਸ਼ਹੀਦੀਆਂ ਪਾ ਲਈਆਂ ਸੰਤਾਂ, ਭਾਈ ਮਹਾ ਸਿੰਘ ਨੇ ਕਹਿ ਦਿੱਤਾ ਸੀ ਮਹਾਰਾਜ ਮੁਕਤੀ ਦੇ ਦਿਓ ਜੀ। ਤੇ ਮਹਾਰਾਜ ਕਹਿੰਦੇ ਮੁਕਤੀ, ਭਾਈ ਮਹਾ ਸਿੰਘ ਮੁਕਤੀ ਕੀ ਹੁੰਦੀ ਆ? ਮੁਕਤੀ ਤਾਂ ਇੱਥੇ ਆਇਆ ਕਰੇਗੀ, ਗੁਰਸਿੱਖਾਂ ਦੇ ਚਰਨਾਂ ਦੀ ਧੂੜ ਲੈਣ, ਤਾਂ ਕਿ ਉਹ ਮੁਕਤ ਹੋ ਸਕੇ। ਵਾਹਿਗੁਰੂ ਵਾਹਿਗੁਰੂ ਜੀ। ਅਰਖ ਸੋਗ ਜਾਂ ਕੇ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ, ਮੁਕਤ ਤਾਹੇ ਤੇ ਜਾਨ। ਵਾਹਿਗੁਰੂ ਬਿਲਕੁਲ ਜੀ। ਉਸਤਤ ਨਿੰਦਿਆ ਨਾਹੀ ਜੇ, ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰੇ ਮਨਾ, ਮੁਕਤ ਤਾਹੇ ਤੇ ਜਾਨ। ਵਾਹਿਗੁਰੂ ਵਾਹਿਗੁਰੂ ਜੀ। ਇੱਥੇ ਆਇਆ ਕਰੇਗੀ ਮੁਕਤੀ ਮੇਰੇ ਗੁਰਸਿੱਖਾਂ ਦੇ ਸਥਾਨ ਤੇ, ਅੰਗੀਠੇ ਤੇ। ਇਹ ਸਰੋਵਰ ਅੰਗੀਠਾ ਗੁਰਦੁਆਰਾ ਸਾਹਿਬ ਉੱਥੇ ਬਣਿਆ ਅੱਜ। ਇੱਥੇ ਮੁਕਤੀ ਵੀ ਮੁਕਤ ਹੋਇਆ ਕਰੇਗੀ ਆ ਕੇ, ਜਿੱਥੇ ਮੇਰੇ ਪਿਆਰੇ ਧਰਮ ਖਾਤਰ, ਧਾਰਮਿਕ ਸਥਾਨਾਂ ਖਾਤਰ ਇਸ ਦੇਸ਼ ਵਾਸਤੇ ਜੂਝ ਕੇ ਸ਼ਹੀਦ ਹੋਏ, ਵੀਰਗਤੀ ਨੂੰ ਪ੍ਰਾਪਤ। ਵਾਹਿਗੁਰੂ ਬਿਲਕੁਲ ਜੀ। ਚਲੋ ਖੈਰ, ਆਪਣਾ ਜਿਹੜਾ ਵਿਸ਼ਾ ਆਪਾਂ ਉਹ ਗੱਲ ਆ ਗਈ ਸੀ, ਤੇ ਮੈਂ ਤਾਂ ਕੀਤੀ ਕਿ ਗੁਰੂ ਕਹਿੰਦਾ ਆ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ। ਬਿਲਕੁਲ ਜੀ। ਸਾਡੇ ਧਨ ਦੀ ਗੁਰੂ ਨੂੰ ਲੋੜ ਆ ਜੀ। ਕੀ ਗੁਰੂ ਦੇ ਸਾਡੇ ਤਨ ਦੀ ਲੋੜ ਆ? ਇਸ ਤਨ ਦੀ ਲੋੜ ਆ ਗੁਰੂ ਨੂੰ, ਜਿਸ ਤਨ ਨੂੰ ਕੋਈ ਘਰੇ ਨਹੀਂ ਰੱਖਦਾ। ਬਿਲਕੁਲ ਬਿਲਕੁਲ ਜੀ। ਇਹ ਤਨ ਅਸੀਂ ਆਪਣੇ ਟੱਬਰ ਲਈ ਸਾਰੀ ਉਮਰ ਵਰਤਦੇ ਹਾਂ। ਬਿਲਕੁਲ ਜੀ। ਸਾਰੀ ਜ਼ਿੰਦਗੀ ਵਰਤਦੇ ਹਾਂ ਜੀ। ਤੇ ਜਿੱਦਣ ਇਹ ਤਨ ਉੱਤੇ ਭਾਣਾ ਵਰਦਾ ਆ, ਸਾਡਾ ਪਰਿਵਾਰ ਇਹਨੂੰ ਆਪਣੇ ਘਰੇ ਰੱਖਦਾ ਹੈ ਜੀ। ਮਹਾਰਾਜ ਕਹਿੰਦੇ ਘਰ ਤੇ ਦੇ ਤਨਕਾਰ ਜੀ। ਆਦ ਘਰੀ ਕੋ ਨਾ ਰੱਖਤ, ਆਦ ਘਰੀ ਕੋ ਨਾ ਰੱਖੈ, ਘਰ ਤੇ ਦੇ ਤਨਕਾਰ। ਅੱਧੀ ਘੜੀ ਵੀ ਮਹਾਰਾਜ ਕਹਿੰਦੇ ਤੈਨੂੰ ਕੋਈ ਘਰੇ ਨਹੀਂ ਰੱਖਦਾ। ਅੱਧੀ ਘੜੀ 4 ਪੈਰ 2 ਪੈਰ ਤੈਨੂੰ ਕੋਈ ਘਰੇ ਰੱਖਣ ਨੂੰ ਤਿਆਰ ਨਹੀਂਗਾ।
ਅਗਲੇ ਕਹਿੰਦੇ ਆ ਵੀ ਆਇਓ ਬੰਦਾ ਦੁਨੀ ਵਿੱਚ ਵੱਤ ਸੋਹਣੀ ਬੰਨ ਮਲਕਲ ਮੌਜਾਂ ਆਪਸੀ ਸਭ ਦਰਵਾਜੇ ਭੰਨ ਤਿੰਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ। ਵਾਹਿਗੁਰੂ ਵਾਹਿਗੁਰੂ ਜੀ ਬਿਲਕੁਲ। ਘੜੀ ਤੈਨੂੰ ਕੋਈ ਘਰੇ ਨਹੀਂ ਰੱਖਣ ਨੂੰ ਤਿਆਰ। ਮਾਰੇ ਕਹਿੰਦੇ ਦਿਉਰੀ ਬੈਠੀ ਮਾਤਾ ਰੋਵੇ ਖਟੀਆ ਲੈ ਗਏ ਭਾਈ ਲੱਟ ਸਟਕਾਈ ਤੇਰਿਆ ਰੋਵੇ। ਲੱਟ ਹੁੰਦੇ ਖੇਸ ਤੇਰਿਆ ਹੁੰਦੀ ਘਰਵਾਲੀ। ਵਾਹਿਗੁਰੂ ਜੀ। ਲੱਟ ਸਟਕਾਈ ਤੇਰਿਆ ਰੋਵੇ ਹੰਸ ਕਹਿੰਦਾ ਜਾਈ। ਵਾਹਿਗੁਰੂ ਵਾਹਿਗੁਰੂ ਬਿਲਕੁਲ। ਇਹਨੂੰ ਅੱਧੇ ਘੜੀ ਨਹੀਂ ਕੋਈ ਘਰੇ ਰੱਖਦਾ। ਘਰ ਕੀ ਨਾਰ ਉਰੇ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ। ਜੀ ਇਸ ਜੀ ਤਰ੍ਹਾਂ ਜੀ ਬਚਨ ਹਾਂ ਇਸੇ ਤਰ੍ਹਾਂ ਬਿਲਕੁਲ ਜੀ। ਇਹ ਕਿਉਂਕਿ ਦੋ ਬਚਨ ਮਿਲਦੇ ਆ ਨਾ। ਮਹਾਰਾਜ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸੋਂ ਸਦਾ ਰਹਿਤ ਸੰਗ ਲਾਗੀ ਜਾਬੀ ਹੰਸ ਤਜੀਏ ਕਾਇਆ ਤੇ ਪ੍ਰੇਤ ਪ੍ਰੇਤ ਕਰ ਭਾਗੀ। ਵਾਹਿਗੁਰੂ ਵਾਹਿਗੁਰੂ ਜੀ। ਇੱਕ ਬਚਨ ਭਗਤ ਰਵਿਦਾਸ ਸਾਹਿਬ ਜੀ ਦੇ ਰਸਨਾ ਦਾ, ਇੱਕ ਜੀ। ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਰਸਨਾ ਦਾ। ਜੀ ਤੋ ਸਾਡੇ ਤਨ ਦੀ ਗੁਰੂ ਨੂੰ ਲੋੜ ਨਹੀਂ ਜੀ ਨਾ ਸਾਡੇ ਧਨ ਦੀ ਲੋੜ ਆ। ਬਿਲਕੁਲ ਜੀ। ਫਿਰ ਸਾਡੇ ਮਨ ਦੀ ਲੋੜ ਆ ਗੁਰੂ ਨੂੰ। ਜੀ ਗੁਰੂ ਮਨ ਦਾ ਵਿਸ਼ਾ ਹੈ ਕਿ ਤਨ ਦਾ ਵਿਸ਼ਾ ਹੈ? ਜੀ ਤੇ ਗੁਰੂ ਦੀ ਸਾਡੇ ਮਨ ਗੁਰੂ ਕੀ ਕਹਿ ਰਿਹਾ ਮਨ ਅਰਪੋ ਸਤਿਗੁਰ ਕੇ ਪਾਸ ਬਿਲਕੁਲ ਜੀ। ਜੇ ਸੇਵਕ ਕੇ ਕਾਰਜ ਰਾਸ। ਜੀ 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 ਤੇ ਮਨ ਹੀ ਅਸੀਂ ਨਾਲ ਲੈ ਕੇ ਨਹੀਂ ਜਾਂਦੇ। ਹਾਂ ਉਹ ਅਸੀਂ ਉਹਨੂੰ ਉਹ ਸਾਡੇ ਨਾਲ ਨਹੀਂਗਾ। ਨਾਲ ਨਹੀਂ ਹੈ ਜੀ। ਇਸ ਮਨ ਕੋ ਖੋਜੋ ਭਾਈ। ਵਾਹਿਗੁਰੂ ਜੀ। ਉਹ ਸਾਡੇ ਨਾਲ ਨਹੀਂ ਆ। ਮਨ ਸਾਡੇ ਨਾਲ ਨਹੀਂ ਆ ਤੇ ਜਿਹੜਾ ਤਨ ਹੈ ਉਹ ਮਨ ਸਾਰੀ ਜਿਹੜੀ ਆ ਉਹ ਕੰਮ ਕਰਵਾ ਰਿਹਾ। ਮਨ ਸਾਡੇ ਨਾਲ ਨਹੀਂ। ਸਾਡੀ ਸੁਰਤ ਸਾਡੇ ਨਾਲ ਨਹੀਂ ਆ। ਜੀ ਮਨ ਸਾਡੇ ਨਾਲ ਨਹੀਂ ਆ। ਗੁਰੂ ਕਹਿ ਰਿਹਾ ਭਾਈ ਆਪਣੀ ਸੋਚ ਆ ਸਿਆਣਪ ਆ ਗੁਰੂ ਦੇ ਸਮਰਪਿਤ ਕਰਦੇ ਤੇ ਅੱਗੇ ਮਨ ਕੀ ਮਤੜੀ ਵਸਾਰੇ ਦੂਜਾ ਭਾਉ ਜੀ। ਤੂੰ ਆਪਣੀ ਮਤ ਤਿਆਗ ਦੇ। ਗੁਰੂ ਕਹਿੰਦਾ ਤੂੰ ਨਾ ਤੇਰਾ ਤਨ ਚਾਹੀਦਾ ਗੁਰੂ ਨੂੰ, ਨਾ ਤੇਰਾ ਧਨ ਚਾਹੀਦਾ, ਨਾ ਮਨ ਚਾਹੀਦਾ ਹੈ। ਇਹ ਗੱਲ ਅਸ਼ਟਾਵਾਕਰ ਜੀ ਨੇ ਰਾਜੇ ਜਨਕ ਤੋਂ ਜਾ ਕੇ ਸਿੱਧ ਕਰ ਦਿੱਤੀ ਸੀ। ਰਾਜਾ ਨਾ ਰੌਲਾ ਮੰਨਦਾ ਹੀ ਵਾਹਿਗੁਰੂ ਕਰ ਦਿੱਤਾ ਸੀ। ਜੇ ਤੂੰ ਗੁਰੂ ਚਾਹੁੰਦਾ ਹੈ ਗੁਰੂ ਤੈਨੂੰ ਸਿੱਖਿਆ ਦੇਵੇਗਾ। ਜਿਹੜਾ ਮਾੜਾ ਜਿਹਾ ਘੋੜੇ ਤੇ ਚੜ ਜਦੋਂ ਚੜ੍ਹਨ ਲੱਗਾ ਸੀ ਰਕਾਬ ਚ ਪੈਰ ਰੱਖਿਆ ਸੀ ਉਹ ਕਹਿੰਦੇ ਮਨ ਮੈਨੂੰ ਦੇ ਚੁੱਕਾ ਹੈ। ਮੇਰਾ ਮਨ ਨਹੀਂ ਕਹਿੰਦਾ ਤੂੰ ਘੋੜੇ ਤੇ ਚੜੇ। ਜੀ ਤੇ ਸਮਝ ਲੱਗ ਗਈ। ਅਰਦਾਸ ਵਿੱਚ ਆਪਾਂ ਪੜ੍ਹਦੇ ਹਾਂ ਕਿ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਜੀ ਸਾਡੀ ਜਿਹੜਾ ਮਨ ਹੈ ਨਾ ਉਹਨੂੰ ਨੀਵਾਂ ਕਰਕੇ ਰੱਖੀ। ਵਾਹਿਗੁਰੂ ਜੀ ਬਿਲਕੁਲ। ਇਹ ਮੱਤ ਜਿਹੜੀ ਆ ਭਾਰੂ ਨਾ ਪੈ ਸਕੇ। ਇਸ ਤਰ੍ਹਾਂ ਮਹਾਰਾਜ ਸਾਡੇ ਤੇ ਬਲਵਾਨ ਨਾ ਹੋ ਸਕੇ। ਵਾਹਿਗੁਰੂ ਬਿਲਕੁਲ ਜੀ ਬਿਲਕੁਲ। ਤੋ ਇਸ ਕਰਕੇ ਗੁਰੂ ਕਹਿੰਦਾ ਸੌਂਪ ਦੇ। ਕਿਉਂ ਕਹਿੰਦਾ ਸੌਂਪ ਦੇ? ਕਿਉਂਕਿ ਤੂੰ ਆਪਣੀ ਮੋਹਰ ਲਾਉਣਾ ਵਾ ਕਿ ਧਨ ਮੇਰਾ ਆ, ਧਨ ਮੇਰਾ ਆ ਤੇ ਮਨ ਮੇਰਾ ਆ। ਜੀ ਗੁਰੂ ਕਹਿੰਦੇ ਮੋਹਰ ਨਾਲ ਆਇਆ ਕਰ। ਕਿਆ ਕਰ ਮਹਾਰਾਜ ਮੇਰਾ ਕੁਛ ਵੀ ਨਹੀਂਗਾ, ਮੇਰਾ ਮੁਝ में ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਇੱਥੇ ਜਾ ਕੇ ਕਹਾਂਗੇ ਵਾਹਿਗੁਰੂ ਵਾਹਿਗੁਰੂ ਬਿਲਕੁਲ ਜੀ। ਮੇਰਾ ਤੇ ਸਰੀਰ ਵੀ ਮੇਰਾ ਨਹੀਂ, ਮੇਰਾ ਤੇ ਮਨ ਵੀ ਮੇਰਾ ਨਹੀਂ, ਮੇਰਾ ਤੇ ਤਨ ਵੀ ਮੇਰਾ ਨਹੀਂ, ਤੇਰਾ ਦਿੱਤਾ ਹੋਇਆ। ਤੂੰ ਕਹੇਂਗਾ ਗੁਰੂ ਨੇ ਤੇਰੇ ਤੋਂ ਖੋਣਾ ਨਹੀਂਗਾ। ਬਿਲਕੁਲ ਬਿਲਕੁਲ ਜੀ। ਉਹ ਤਾਂ ਵੰਡ ਰਿਹਾ ਜੀ। ਗੁਰੂ ਖੋਵੇਗਾ ਨਹੀਂ ਤੇਰੇ ਕੋਲੇ। ਸਮਰਪਿਤ ਦੀ ਭਾਵਨਾ ਦੀ ਕਰ ਦੇਵੇਗਾ, ਮੋਹਰ ਨਹੀਂ ਲਾਵੇਗਾ। ਗੁਰੂ ਤੈਨੂੰ ਨਿਹਾਲ ਕਰ ਦੇਵੇਗਾ। ਮਹਾਰਾਜ ਕਹਿੰਦੇ ਨੇ ਹਿਰਦੇ ਕਪਟ ਚਕਾਵੋ ਮੇਰੇ ਗੁਰ ਸਿੱਖੋ। ਕਹਿੰਦੇ ਕਪਟ ਛੱਡ, ਹਿਰਦੇ ਚੋਂ ਕਪਟ ਛੱਡ ਕਿ ਮੇਰਾ ਤਨ ਹੈ, ਮੇਰਾ ਧਨ ਹੈ, ਮੇਰਾ ਮਨ ਹੈ। ਜੀ ਜੀ ਜੀ। ਹਿਰਦੇ ਕਪਟ ਚਕਾਵੋ ਮੇਰੇ ਗੁਰ ਸਿੱਖੋ ਨਹਿ ਕਪਟ ਕਮਾਵੋ ਹਰ ਕੀ ਹਰ ਕਾਲ। ਹੋਵੇਗਾ ਕਿ ਨਿਹਾਲ 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 ਹੋ ਜਾਣਾ। ਵਾਹਿਗੁਰੂ ਵਾਹਿਗੁਰੂ ਬਿਲਕੁਲ ਬਿਲਕੁਲ ਜੀ। ਜਿਹਦੇ ਗੁਰੂ ਤੈਨੂੰ ਨਿਹਾਲ ਕਰ ਦੇਵੇਗਾ। ਜੀ 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 ਬਿਲਕੁਲ ਜੀ। ਇਹ ਚੀਜ਼ਾਂ ਕਰੇ ਆਪਾਂ। ਮੈਂ ਦਰਸ਼ਨਾਂ ਤੇ ਹਜੇ ਪ੍ਰਦਖਣਾ ਤੇ ਖੜਾ। ਜੀ ਤੇ ਜੇ ਇਸ ਭਾਵਨਾ ਨਾਲ ਗੁਰੂ ਕੋ ਜਾਵੇਂਗਾ। ਹੁਣ ਅਸੀਂ ਮੱਥਾ ਟੇਕਿਆ, ਇਹ ਗੱਲ ਆਪਾਂ ਸਮਝ ਗਏ ਵੀ ਜੋ ਵੀ ਅਰਪਣ ਕਰਨਾ ਆ ਉਹਨੂੰ ਘਰੋਂ ਲੈ ਕੇ ਜਾ ਤੇ ਘਰੋਂ ਪ੍ਰੇਮ ਦਾ ਕਦਮ ਪੱਟ ਗੁਰੂ ਵਾਸਤੇ। ਬਿਲਕੁਲ ਬਿਲਕੁਲ ਜੀ। ਘਰੋਂ ਹੀ ਆਪਣੀ ਭਾਵਨਾ ਜਿਹੜੀ ਉਹ ਬਣਨੀ ਸ਼ੁਰੂ ਹੋ ਜਾਏ। ਹਾਂ ਮੈਂ ਤੇਰੇ ਦਰਸ਼ਨ। ਹਾਂ ਤੁਸੀਂ ਕੁਝ ਕਹਿ ਰਹੇ ਸੀ, ਕਹਿ ਲਓ ਮੈਨੂੰ। ਹਾਂਜੀ ਇਹ ਬੇਨਤੀ ਕਰ ਰਿਹਾ ਸੀ ਘਰ ਤੋਂ ਜਿਹੜੀ ਆਪਣੀ ਭਾਵਨਾ ਜਿਹੜੀ ਬਣਾ ਕੇ ਜਾ। ਹਾਂ ਤੂੰ ਭਾਵਨਾ ਬਣਾ ਕੇ ਜਾ। ਸਤਿਗੁਰੂ ਮੈਂ ਤੇਰੇ ਘਰ ਆ ਰਿਹਾ
ਜੀ ਗਰੀਬ ਨਵਾਜ ਦਾਤਾ ਗੁਰੂ ਰਾਮਦਾਸ ਮੇਰੀ ਲਾਜ ਪੱਤ ਰੱਖ ਲਿਓ। ਵਾਹਿਗੁਰੂ ਵਾਹਿਗੁਰੂ ਜੀ ਤੇ ਤੂੰ ਗੁਰੂ ਨੂੰ ਆਪਣੀ ਸਿਮਰਤੀ ਵਿੱਚ ਬਿਠਾ ਕੇ ਤੁਰ, ਵਾਹਿਗੁਰੂ ਬਿਲਕੁਲ ਸਿਮਰਤੀ ਵਿੱਚ ਬਿਠਾ ਕੇ ਤੁਰ, ਗੁਰੂ ਗੁਰੂ ਕਰਦਾ ਜਾ ਤੇ ਗੁਰੂ ਗੁਰੂ ਕਰਦਾ ਘਰ ਆ। ਉਥੋਂ ਜੋ ਤੈਨੂੰ ਪ੍ਰਾਪਤ ਹੋਇਆ ਗੁਰਬਾਣੀ ਰਾਹੀਂ, ਕੀਰਤਨ ਰਾਹੀਂ, ਕਥਾ ਰਾਹੀਂ, ਉਸ ਨੂੰ ਆਪਣੇ ਹਿਰਦੇ ਚ ਕਿਨਕਾ ਏਕ, ਜੇ ਜਿੱਦਾਂ ਬਚਨ ਆਉਂਦਾ ਨਾ ਮਹਾਰਾਜ ਦਾ, ਜੀ ਇੱਕ ਕਿਨਕਾ ਬਿਲਕੁਲ ਜੀ ਜੀ ਵਸਾਵੇ ਤਾਂ ਕਿ ਮਹਿਮਾ ਗਰੀ ਨਾ ਆਵੇ। ਬਿਲकुल बिल्कुल जी एक किनका भी तुम वसा ले, एक शब्द मेरे प्राण बस्त है, गौड़ जन्म ना आव। वाहिगुरु वाहिगुरु, एक शब्द भी जी साडे हिरदे च वस जावे। बिल्कुल जी बिल्कुल। गुरु दे वस जांदा, उन्हां बाबत हजूर कहंदे ने कि भाई काया रंगण जे थिए प्यारे, पाइए नौ मजीठ, रंगण वाला जे रंगे साहिब, ऐसा रंग ना डीठ, जिनके चोले रतड़े प्यारे, कंतत ना के पास, धूड़त ना की जिमले जी, कहो नानक की अरदास। वाहिगुरु वाहिगुरु बिल्कुल जी। वो एक शब्द विच एडी ताकत है, गुरु दे वचन च एडी वड्डी ताकत है। बिल्कुल बिल्कुल जी। तो इत्थे आपां जितना मर्जी रुक सकदे हां, फिर समय नूं मुख राखदा होया मैं प्रदक्षिणा डंडौत करके आपां समाप्ति वाले पासे जाने हां। जी 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 हाँ जी, अपने को समा भी तकरीबन 5 मिनट का बचा जी। इन्नी बेनती करनी चाहांगा जी कि प्यारा गुरु कदी पुराना नहीं हुंदा, गुरु दी विचार नित नवीं आ, गुरु नित नवां आ, सतगुरु मेरा नीत नवां, सदा सदा दा तार। वाहिगुरु जी। तो तू जे पुराणापन आ रहा ते तेरे विच आ रहा पुराणापन, तू अपनी सिमरती नूं अपने मन नूं नवां कर ते गुरु नूं अर्पण कर दे। ਇਹ ਗੱਲ ਸਮਝ ਲਾ, ना तेरा धन गुरु नूं चाहिदा, ना तेरा तन चाहिदा है, ना गुरु नूं मन चाहिदा है। जे मंग रहा है इस करके मंग रहा है गुरु, क्योंकि तू मोहर ला रहा है। गुरु तेनू समझाउणा चाहिदा, इन्हां विच कुछ भी तेरा नहीं है। वाहिगुरु वाहिगुरु बिल्कुल जी। ना किसी नाल धन अज तक गया है, ना किसी दा तन गया है ते ना किसी दा मन गया है। गुरु समझाउणा चाहुंदा प्यारिया, जो कुछ है ना सब इत्थे रह जाना है। बिल्कुल जी। तो सतगुरु सानू ये समझा रहे हैं गरीब नवाज साहब जी। इत्थे मैं एक बचन होर तुहाडे नाल साझा करदे हां। हाँ जी कि महाराज कहंदे ने हैवर गैवर रथ सबाहे, गौ कर कीने मेरे। जी हैवर गैवर रथ बहुत कुछ धन माल भी, ये सब कुछ मेरा आ। जी जब ते होई लम्मी धाही, चले नाही एक पैर। वाहिगुरु जी। महाराज जिन्हों कहना घोड़े मेरे, कोठी मेरी, हाथी मेरे, जमीन गड्डियां मेरियां, जब ते होई लम्मी धाही, जो लम्मी धाही भाव लम्मे पैट ते चलिया, जेडे अज कहते ना भी नरक स्वर्ग है नहीं गे, आ मैं गुरु ग्रंथ साहब विच बोल रहा। बिल्कुल जी जी हाँ जी जी। जब ते होई लंबी धाही, चले नाही एक पैर। जी चले नाही एक पैर। मारे कहते एक पैर भी उन्होंने तेरे नाल नहीं चलना। वाहिगुरु जी। जिन्हों अपना बना के बैठा भी ये सब कुछ मेरे आ। वो राड़े साहब वाले महापुरख धारना पढ़ते सी ना भी तेनू बिपता भरी ते छड़ जाणगे जिन्हां नूं बनाउणा अपने। बिल्कुल बिल्कुल जी। है ना, नाम मारे कहते नाम धन, नाम सुख राज, नाम कटंब सुहाई। ना ते भाई तेरा राज, ना तेरे सुख, इन्हां तेरे साथ नहीं जाना बिना परमात्मा दे नाम तो। जय मार के गिने जाए ना कोसा, हर का नाम ओहा संग तोसा। वाहिगुरु वाहिगुरु जी। तो मत्था टेकिया, असीं पहला बच्चों नूं दसना भी जो गुरु घर जाना उदों मत्था टेकना, फिर आपां प्रदक्षिणा करनी है ते फिर चुप करके बह जाना जी। ते कई बारी पहला प्रदक्षिणा की गल कर लवां भी प्रदक्षिणा की है। भाई गुरदास साहब ने दस्सिया जी जो तुसीं गुरु ग्रंथ साहब दी परिक्रमा करदे हो, परिक्रमा दा मतलब यह है कि प्रदक्षिणा डंडौत कर कमल गुर लाया। वाहिगुरु जी। जो पासा मैं तेरियां प्रदक्षिणा कर रहा, ये शब्द शुरू हुंदा है गुरमुख जन्म सखारथा, गुर सिख मिल गुर शरणी आया। जी भाई गुरदास साहब जी जी। भी गुरमुख अपने जन्म नूं सफलिया करन वास्ते
ਉਜਲਾ ਕਰਨ ਵਾਸਤੇ, ਇਸ ਪ੍ਰਕਾਰ ਸਫਲ ਕਰਨ ਵਾਸਤੇ ਗੁਰੂ ਦੇ ਚਰਨਾਂ ਚ ਆਉਂਦਾ। ਵਾਹਿਗੁਰੂ ਜੀ। ਗੁਰਮੁਖ ਜਨਮ ਸਰਖਾਰਥਾ, ਗੁਰ ਸਿੱਖ ਮਿਲ ਗੁਰ ਸ਼ਰਨੀ ਆਇਆ। ਵਾਹਿਗੁਰੂ। ਆਦ ਪੁਰਖ ਆਦੇਸ਼ ਕਰ, ਸਫਲ ਮੂਰਤ ਗੁਰ ਦਰਸ਼ਨ ਪਾਇਆ। ਵਾਹਿਗੁਰੂ ਜੀ। ਉਸ ਆਦ ਸ਼ਕਤੀ ਨੂੰ, ਉਸ ਪ੍ਰਮਾਤਮਾ ਦੇ ਚਰਨਾਂ ਚ ਸਫਲ ਮੂਰਤ ਜਿਹੜੀ ਹੈ ਉਹਦੇ ਚਰਨਾਂ ਚ ਆ ਕੇ ਮੱਥਾ ਟੇਕਿਆ ਤੇ ਅਗਲਾ ਕੰਮ ਕੀ ਕੀਤਾ? ਪ੍ਰਦਖਣਾ ਡੰਡੌਤ ਕਰ, ਮਸਤਕ ਚਰਨ ਕਮਲ ਗੁਰ ਲਾਇਆ। ਵਾਹਿਗੁਰੂ ਜੀ। ਗੁਰੂ ਗ੍ਰੰਥ ਸਾਹਿਬ ਦਾਦਾ ਜੀ ਦੀਆਂ ਮੱਥਾ ਟੇਕ ਕੇ ਆਖਿਆ, ਸਾਈਆਂ ਹੁਣ ਮੈਂ ਤੇਰੀਆਂ ਪਰਿਕਰਮਾ ਕਰਨ ਲੱਗਾ ਤੇ ਇਸ ਅਨੁਭਵ ਨਾਲ ਕਰਨ ਲੱਗਾ, ਇਸ ਖਿਆਲ ਨਾਲ ਕਰਨ ਲੱਗਾ ਦਾਤਾ, ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇਵੜ ਨਾ ਸਾਈਆਂ। ਵਾਹਿਗੁਰੂ ਜੀ। ਮੈਂ ਸਾਰੇ ਪਾਸੇ ਫਿਰ ਕੇ ਦੇਖ ਲਿਆ, ਇਹ ਵਾਹਿਗੁਰੂ ਤੇਰੇ ਵਰਗਾ ਹੁਣ ਸੰਸਾਰ ਤੇ ਕੋਈ ਵੀ ਨਹੀਂ, ਤੇ ਅੱਜ ਮੈਂ ਤੇਰੀਆਂ ਪਰਿਕਰਮਾ ਕਰਕੇ ਤੇਰੀ ਸਹੁੰ ਖਾਨਾ, ਸੱਚੇ ਪਾਤਸ਼ਾਹ ਜਿਨੇ ਮੇਰੇ ਬਾਕੀ ਸਵਾਸ ਨੇ ਮੈਂ ਤੇਰੇ ਚਰਨਾਂ ਚ ਲਾ ਦਿਆਂਗਾ। ਵਾਹਿਗੁਰੂ ਵਾਹਿਗੁਰੂ ਜੀ। ਇਹ ਤਾਂ ਇਸ ਭਾਵਨਾ ਨਾਲ ਕਰਦੇ ਆ ਪਰਿਕਰਮਾ ਤੇ ਉਹਨਾਂ ਦੇ ਚਰਨਾਂ ਨੂੰ ਅਸੀਂ ਮੱਥਾ ਟੇਕਦੇ ਆ, ਤੇ ਜੇ ਨਹੀਂ ਕਰਦੇ ਤੇ ਫਿਰ ਸਹੁੰ ਖਾ ਕੇ ਗੁਰੂ ਦੀ ਮੁੱਕਰ ਰਹੇ। ਅਸੀਂ ਰੋਜ਼ ਸਹੁੰ ਖਾਂਦੇ ਆ, ਰੋਜ਼ ਮੁੱਕਰ ਜਾਂਦੇ ਆ। ਗੁਰੂ ਕਹਿੰਦੇ ਨੇ ਪ੍ਰਦਖਣਾ ਡੰਡੌਤ ਕਰ, ਮਸਤਕ ਚਰਨ ਕਮਲ ਗੁਰ ਲਾਇਆ। ਤੇ ਫਿਰ ਗੁਰੂ ਦਿਆਲ ਹੋ ਜਾਵੇਗਾ ਜਦੋਂ ਆਪਾਂ ਕਵਾਂਗੇ ਗੁਰੂ ਤੇਰੇ ਵਰਗਾ ਸੰਸਾਰ ਤੇ ਕੋਈ ਨਹੀਂ, ਮੈਂ ਦਾਤਾ ਤੈਨੂੰ ਅੱਜ ਮੱਥਾ ਟੇਕ ਕੇ ਆਖਦਾ, ਤੂੰ ਮੇਰੀ ਮਾਂ ਹੈ, ਤੂੰ ਮੇਰਾ ਪਿਓ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਤਾ, ਸਭ ਨੇ ਥਾਈ। ਵਾਹਿਗੁਰੂ। ਬਿਲਕੁਲ ਬਿਲਕੁਲ ਜੀ। ਇਸ ਤੋਂ ਬਿਨਾਂ ਕੋਈ ਆਸਰਾ ਨਹੀਂ। ਤੇ ਸਤਿਗੁਰੂ ਪੁਰਖ ਦਿਆਲ ਹੋਏ, ਵਾਹਿਗੁਰੂ ਸੱਚ ਮੰਤਰ ਸੁਣਾਇਆ। ਵਾਹਿਗੁਰੂ ਵਾਹਿਗੁਰੂ ਜੀ। ਗੁਰੂ ਫਿਰ ਦਿਆਲ ਹੋ ਜਾਵੇਗਾ, ਦਿਆਲੂ ਜੋ ਹੋਏ। ਜੀ 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 ਜੀ। ਗੁਰੂ ਦਿਆਲ ਹੋ ਕੇ ਨਾ ਸੱਚੇ ਪਾਤਸ਼ਾਹ ਜੀ ਤੇ ਵਾਹਿਗੁਰੂ ਮੰਤਰ ਦੀ ਜਿਹੜੀ ਆ ਉਹ ਦਾਤ ਬਖਸ਼ ਦੇਣਗੇ। ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੇ ਖੋਈ। ਜਪ ਹੋਮੇ ਖੋਈ। ਬਿਲਕੁਲ ਜੀ। ਤੇ ਮਹਾਰਾਜ ਜੀ ਫਿਰ ਜੀਵਨ ਵਿੱਚ ਜਿਹੜੀ ਉਹਦੇ ਮਰਜ਼ਾਦਾ ਦੇ ਕਹਿਣਗੇ, ਲੈ ਵੀ ਗੁਰਮੁਖਾ ਹੁਣ ਤੂੰ ਜੇ ਤੈਨੂੰ ਸਾਡੇ ਤੇ ਭਰੋਸਾ ਆ ਗਿਆ, ਵਿਸ਼ਵਾਸ ਆ ਗਿਆ, ਤੇ ਫਿਰ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਵਾਹਿਗੁਰੂ। ਬਿਲਕੁਲ ਜੀ। ਸੱਚ ਰਾਸ ਰਹਿ ਰਾਸ ਦੇ, ਪੈਰੀ ਪੈ ਸਭ ਜਗ ਪੈਰੀ ਪਾਇਆ। ਵਾਹਿਗੁਰੂ ਜੀ। ਜਿਹੜੇ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ, ਇਹ ਮੱਥਾ ਤਾਂ ਟੇਕਦੇ ਆ ਆਪਾਂ ਨੂੰ ਕਿ ਉਹ ਗੁਰੂ ਦੇ ਚਰਨਾਂ ਤੇ ਪੈ ਗਏ, ਤੇ ਜਿਹੜੇ ਗੁਰੂ ਦੇ ਚਰਨਾਂ ਤੇ ਪੈ ਗਏ ਗੁਰੂ ਨੇ ਉਹਨਾਂ ਨੂੰ ਸੰਸਾਰ ਨੂੰ ਉਹਨਾਂ ਦੇ ਚਰਨਾਂ ਤੇ ਪਾਤਾ। ਵਾਹਿਗੁਰੂ ਵਾਹਿਗੁਰੂ ਜੀ। ਬਿਲਕੁਲ ਜੀ। ਕਾਮ ਕ੍ਰੋਧ ਵਿਰੋਧ ਹਾਰ, ਲੋਭ ਮੋਹ ਹੰਕਾਰ ਤਜਾਇਆ। ਵਾਹਿਗੁਰੂ ਜੀ। ਮਹਾਰਾਜ ਨੇ ਗੁਰਮਤਿ ਦੇ ਦਿੱਤਾ, ਆ ਕਹਿਤਾ ਲੈ ਵੀ ਸਿੱਖਾ, ਕਾਮ ਕ੍ਰੋਧ ਵਿਰੋਧ ਹਾਰ ਜੀ, ਲੋਭ ਮੋਹ ਹੰਕਾਰ ਤਜਾਇਆ। ਤਜਾਤਾ ਉਹਦਾ ਅੱਜ ਤਾਂ ਉਹਨੇ ਛੱਡ ਦਿੱਤਾ, ਭਾਵ ਕੇ ਸੀਮਾ ਚ ਕਰ ਲਏ ਜੀ। ਸਤ ਸੰਤੋਖ ਦਾਇਆ ਧਰਮ, ਨਾਮਦਾਨ ਇਸ਼ਨਾਨ ਦੜਾਇਆ। ਵਾਹਿਗੁਰੂ ਜੀ। ਇਹ ਤੇ ਜਿਹੜਾ ਸਾਨੂੰ ਨਾ ਮਤਲਬ ਇਹ ਜਿਹੜੀਆਂ ਉੱਪਰਲਾ ਗਿਆਨ ਸਾਨੂੰ ਹੋ ਗਿਆ ਨਾ, ਇਹ ਸਾਡਾ ਨੁਕਸਾਨ ਕਰ ਰਿਹਾ ਵਾ। ਸਤਿਗੁਰੂ ਜੀ ਤੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਤੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਗੁਰੂ ਪ੍ਰਤੀ ਸਾਨੂੰ ਕੀ ਸੰਕੇਤ ਦੇ ਰਹੀਆਂ, ਇਹਨਾਂ ਗੱਲਾਂ ਤੋਂ ਅੱਜ ਅਪਗ੍ਰੇਡ ਉਹਨਾਂ ਨੂੰ ਦੂਰ ਰੱਖ ਰਹੇ ਆ। ਜੀ 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 ਬਿਲਕੁਲ ਜੀ। ਅੱਜ ਸਾਡੇ ਬੱਚਿਆਂ ਨੂੰ ਬੰਦਾ ਜਲ ਰਹੇ ਜੀ, ਅਗਲੀ ਪੰਕਤੀ ਨਹੀਂ ਸੀ ਬੋਲੀ ਵੀ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜੀ ਜੀ ਬਿਲਕੁਲ ਜੀ। ਅੱਧੀ ਪੰਕਤੀ ਜਿਹੜੀ ਸੀ ਉਹ ਨਹੀਂ ਬੋਲੀ। ਕੌਣ ਬੋਲੂਗਾ? ਕਿਉਂਕਿ ਗੁਰੂ ਦੀ ਗੱਲ ਆਵੇਗੀ ਤੇ ਗੁਰੂ ਤੇ ਮੈਂ ਆਪ ਆ। ਜੀ 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 ਜੀ। ਗੁਰੂ ਤੇ ਮੈਂ ਆਪ ਬਣਿਆ ਹੋਇਆ, ਤੇ ਫਿਰ ਉਹ ਕਿਉਂਕਿ ਮੈਂ ਗਿਆਨ ਬਣ ਰਿਹਾ, ਮੈਂ ਗੁਰੂ ਆ। ਏਦਾਂ ਦੇ ਪਤਾ ਨਹੀਂ ਕਿੰਨੇ ਕੁ ਸਾਡੇ ਖਸਮ ਬਣਨੇ ਚਾਹੁੰਦੇ ਸੀ ਪਰ ਬਣ ਨਹੀਂ ਸਕੇ। ਬਿਲਕੁਲ ਬਿਲਕੁਲ ਜੀ। ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਨੇ ਸਤ ਸੰਤੋਖ ਦਾਇਆ ਧਰਮ, ਨਾਮਦਾਨ ਇਸ਼ਨਾਨ ਦੜਾਇਆ। ਸਤ ਸੰਤੋਖ ਦਾਇਆ ਧਰਮ, ਨਾਮ ਦਾਨ ਇਸ਼ਨਾਨ ਦੜਾਇਆ। ਇਸ਼ਨਾਨ ਜਿਹੜਾ ਕਰ ਦਿੱਤਾ ਭਾਈ, ਵਾਹਿਗੁਰੂ ਦੀ ਯਾਦ ਵਿੱਚ ਬੈਠਣਾ ਹੈ, ਅੰਮ੍ਰਿਤ ਵੇਲੇ ਜਾਗਣਾ ਹੈ ਤੇ ਪ੍ਰਮਾਤਮਾ ਦਾ ਨਾਮ ਜਪਣਾ ਹੈ। ਗੁਰ ਸਿੱਖ ਲੈ ਗੁਰ ਸਿੱਖ ਸੁਧਾਇਆ। ਵਾਹਿਗੁਰੂ ਵਾਹਿਗੁਰੂ ਜੀ। ਇਹ ਹੈ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ। ਦਾਤਾ ਦੇ ਘਰ ਜਾ ਕੇ ਮੱਥਾ ਪਰਿਕਰਮਾ ਕਰਕੇ ਕਿਵੇਂ ਬੈਠਣਾ ਹੈ। ਇਸ ਤੋਂ ਅੱਗੇ ਆਪਾਂ ਫਿਰ ਕੜਾਹ ਪ੍ਰਸ਼ਾਦ ਕਿਉਂ ਵਰਤਾਇਆ ਜਾਂਦਾ ਹੈ, ਗੁਰੂ ਘਰ ਬੈਠ ਕੇ ਕੀ ਕਰਨਾ ਚਾਹੀਦਾ ਹੈ,
ਜੀ ਗੁਰੂ ਜੀ ਸੱਚੇ ਜੀ ਪਾਤਸ਼ਾਹ ਜੀ ਸਾਡੇ ਤੇ ਦਇਆ ਵਰਤਾਉਂਦੇ ਨੇ। ਸਤਿਗੁਰੂ ਅੰਦਰੋਂ ਨਿਰਵੈਰ ਆ, ਗੁਰੂ ਨਿਰਵੈਰ ਆ। ਜੇ ਕਿਤੇ ਕੋਈ ਮਿਸਟੇਕ ਹੋ ਰਹੀ ਆ ਜਾਂ ਕੋਈ ਭੁੱਲ ਹੋ ਰਹੀ ਆ, ਉਹ ਸਾਡੇ ਪਹਿਲੇ ਕਦਮ ਪੁੱਟਣ ਚ ਹੋ ਰਹੀ ਆ। ਤੂੰ ਆਪਣਾ ਕਦਮ ਠੀਕ ਕਰ ਲੈ, ਗੁਰੂ ਤੇਰੇ ਮੋਰੇ ਬਰਕਤਾਂ ਦੇ ਭੰਡਾਰੇ ਖੋਲ ਦੇਵੇ। ਵਾਹਿਗੁਰੂ ਵਾਹਿਗੁਰੂ ਬਿਲਕੁਲ ਜੀ। ਆਪਾਂ ਹਾਂਜੀ ਇੱਦਾਂ ਵੀ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਮੇਰੇ ਖਿਆਲ ਨਾਲ ਜਿਹੜੇ ਹੈਗੇ ਆ ਪ੍ਰਸ਼ਾਦ ਦੇ ਪ੍ਰਥਾਏ ਜਿਹੜਾ ਆਪਾਂ ਹੈ ਇਹ ਵਿਚਾਰ ਕਰ ਲਾਂਗੇ ਹੈ ਨਾ ਜੀ ਜੀ, ਕਿਉਂਕਿ ਅੱਜ ਹਾਂਜੀ 1 ਘੰਟੇ ਤੋਂ ਉੱਪਰ ਹੋ ਗਿਆ ਆ, ਤੇ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਪ੍ਰੋਗਰਾਮ ਨੂੰ ਜੇ ਆਪਾਂ ਇੰਨਾ ਕੁ ਰੱਖਾਂਗੇ ਤੇ ਸੰਗਤਾਂ ਤੱਕ ਇਹ ਪਹੁੰਚ ਕਰ ਸਕੇ ਤੇ ਸੰਗਤਾਂ ਸੁਣਨ। ਬਿਲਕੁਲ ਜੀ ਹੋਰ ਵੀ ਥੋੜਾ ਕਰ ਲਓ, ਭਾਵੇਂ 40-45 ਮਿੰਟ ਕਰ ਲਓ, ਤਾਂ ਕਿ ਸਰੋਤਿਆਂ ਨੂੰ ਜਿਨ ਸੁਣਨ ਚ ਮੁਸ਼ਕਲ ਨਾ ਆਵੇ। ਜੀ ਬਿਲਕੁਲ ਬਿਲਕੁਲ ਜੀ, ਇਸੇ ਲਈ ਅਸੀਂ ਹਰ ਵਾਰੀ ਬੇਨਤੀ ਕਰੀਦੀ ਆ ਵੀ ਸੰਗਤਾਂ ਸੁਝਾਅ ਵੀ ਜ਼ਰੂਰ ਦੇਣ, ਜੇ ਕੋਈ ਵੀ ਕਿਸੇ ਤਰੀਕੇ ਦਾ ਸੁਧਾਰ ਦੀ ਲੋੜ ਹੈ ਤੇ ਆਪਾਂ ਉਸ ਸੁਧਾਰ ਨੂੰ ਕਰ ਸਕੀਏ। ਸਾਨੂੰ ਵੀ ਦੱਸਣ ਜੇ ਗੱਲ ਕੋਈ ਸਮਝ ਨਹੀਂ ਆ ਰਹੀ ਜਾਂ ਕੋਈ ਸਾਡੇ ਕੋਲ ਕਿਤੇ ਕੋਈ ਮਿਸਟੇਕ ਹੋ ਸਕਦੀ ਆ, ਕਿਉਂਕਿ ਅਸੀਂ ਅਧੂਰੇ ਮਨੁੱਖ ਆ। ਅਧੂਰਾ ਮਨੁੱਖ ਹਮੇਸ਼ਾ ਗਲਤੀਆਂ ਕਰਦਾ ਹੁੰਦਾ। ਜਦੋਂ ਆਪਾਂ ਪੂਰੇ ਦੀ ਗੱਲ ਕਰਾਂਗੇ, ਗਲਤੀ ਕਰਾਂਗੇ ਤੇ ਸਿੱਖਾਂਗੇ ਨਾ। ਬਿਲਕੁਲ ਬਿਲਕੁਲ ਜੀ। ਦੇਖੋ ਗੱਲ ਇਸ ਤਰੀਕੇ ਨਾਲ ਜੀ, ਪੂਰੇ ਦੀਆਂ ਬਾਤਾਂ ਐਸੀਆਂ ਨੇ, ਇੱਕ ਇੱਕ ਬਾਤ ਪਾਉਂਦਿਆਂ ਦੀ ਉਮਰ ਨਿਕਲ ਜਾਂਦੀ ਆ। ਸੋ ਜਿਹੜੀਆਂ ਇਹ ਸਮੇਂ ਤੋਂ ਬਾਹਰੀਆਂ ਬਾਤਾਂ ਨੇ, ਪਰ ਅੱਜ ਜਿੰਨਾ ਅਸੀਂ ਦਿਨੋਂ ਦਿਨ ਜਿਹੜਾ ਦੂਰ ਜਾ ਰਹੇ ਹਾਂ, ਤੇ ਬਸ ਕਰੀਏ ਅਸੀਂ ਦੂਰ ਜਾ ਕੇ ਭਾਈ ਸਾਹਿਬ ਖੱਟਿਆ ਤਾਂ ਕੁਝ ਵੀ ਨਹੀਂ ਆ, ਅਸੀਂ ਆਪਣਾ ਆਪ ਹੀ ਖਪਾ ਲਿਆ। ਸੋ ਹਜੇ ਵੀ ਜਿਹੜਾ ਪੂਰਾ ਹੈ ਉਹਦੇ ਲੜ ਲੱਗੀਏ ਤੇ ਵਾਪਸ ਜਿਹੜਾ ਹੈ ਆਈਏ, ਤੇ ਗੁਰੂ ਪਾਤਸ਼ਾਹ ਜੀ ਬਖਸ਼ਣਹਾਰ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਂਦੇ ਨੇ। ਦੇਖੋ ਜਿਹੜੀਆਂ ਸਾਡੀ ਹੈ ਨਾ, ਜਿਹੜਾ ਸਾਡੇ ਗੁਰੂ ਨਾਨਕ ਸਾਹਿਬ ਦਾ ਘਰ ਆ, ਇੱਥੇ ਰਾਤ ਮੁੱਕ ਜਾਂਦੀ ਹੈ, ਬਾਤ ਕਦੇ ਨਹੀਂ ਮੁੱਕਦੀ। ਬਿਲਕੁਲ ਜੀ ਬਿਲਕੁਲ। ਦੂਜੀਆਂ ਮੱਤਾਂ ਵਿੱਚ ਬਾਤਾਂ ਮੁੱਕ ਜਾਂਦੀਆਂ ਨੇ, ਰਾਤਾਂ ਕਦੇ ਨਹੀਂ ਮੁੱਕਦੀਆਂ। ਜੀ 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 ਜੀ। ਏਡਾ ਵੱਡਾ ਵਿਸ਼ਾਲ ਆ ਮਹਾਰਾਜ ਘਰ ਆ ਗੁਰੂ ਨਾਨਕ ਸਾਹਿਬ ਦਾ, ਅਜੋਂ ਕੁਛ ਵਿਗੜਿਓ ਨਹੀਂ, ਜੋ ਹਰ ਗੁਣ ਗਾਵੇ। ਵਾਹਿਗੁਰੂ ਵਾਹਿਗੁਰੂ ਬਿਲਕੁਲ ਜੀ। ਹਜੇ ਵੀ ਕੁਝ ਨਹੀਂ ਵਿਗੜਿਆ ਹੋਇਆ। ਆ ਜਾ ਹਰੀ ਦੇ ਗੁਣਾਂ ਨੂੰ ਗਾ ਲਾ, ਗੁਰੂ ਤੇਰੇ ਨਾਲ ਗੁਣਾਂ ਦੀ ਹੀ ਸਾਧ ਕਰਦਾ ਹੈ। ਵਾਹਿਗੁਰੂ ਜੀ। ਤੂੰ ਗੁਣ ਪੈਦਾ ਕਰ ਲਾ, ਗੁਰੂ ਤੇਰੇ ਨਾਲ ਪਿਆਰ ਕਰੇਗਾ। ਗੁਣ ਪੈਦਾ ਨਹੀਂ ਕਰੇਗਾ, ਪੈਦਾ ਤੇ ਕੀ ਕਰਨੇ, ਜਿਹੜੇ ਹੈਗੇ ਅਸੀਂ ਉਹ ਵੀ ਪਏ ਆ। ਗੁਣਾਂ ਗਵਾਈ ਗੰਠੜੀ, ਅਵਗੁਣ ਚੱਲੀ ਬਨ। ਬਿਲਕੁਲ ਬਿਲਕੁਲ ਜੀ। ਸਭ ਤੋਂ ਜਿਹੜੀ ਭਾਈ ਸਾਹਿਬ ਅੱਜ ਜਿਹੜੀ ਮੈਂ ਦੇਖ ਪਾ ਰਿਹਾ ਵੀ ਸਭ ਤੋਂ ਦੁੱਖ ਦੀ ਗੱਲ ਇਹ ਆ, ਅਸੀਂ ਗੁਰੂ ਘਰ ਵੀ ਜਿਵੇਂ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਵੀ ਗੁਰੂ ਘਰ ਜਾਂਦੇ ਵੀ ਹਾਂ, ਆਪਾਂ ਆਪਣਾ ਟਾਈਮ ਵੀ ਕੱਢ ਲੈਂਦੇ ਹਾਂ, ਗੁਰੂ ਘਰ ਵੀ ਚਲੇ ਜਾਂਦੇ ਹਾਂ। ਸਾਰਾ ਕਰਨ ਤੋਂ ਬਾਅਦ ਵੀ ਅਸੀਂ ਜਿਹੜਾ ਹੈਗਾ ਉਹ ਬਿਲਕੁਲ ਭਾਂਡੇ ਮੂਧੇ ਕਰਕੇ ਤੇ ਅਸੀਂ ਚਲੇ ਜਾਂਦੇ, ਖਾਲੀ ਚਲੇ ਜਾਂਦੇ, ਖਾਲੀ ਵਾਪਸ ਆ ਜਾਂਦੇ ਹਾਂ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਜਿਹੜਾ ਹੈਗਾ ਆ ਵੀ ਕੁਝ ਸਿੱਖਣ ਦੇ ਲਈ ਐਪੀਸੋਡ ਵਿੱਚ ਸਾਰਾ ਆਪਾਂ ਲਵਾਂਗੇ ਜੀ। ਗੁਰੂ ਸਾਨੂੰ ਕੀ ਦੇਣਾ ਚਾਹੁੰਦਾ ਹੈ, ਗੁਰੂ ਕੀ ਦੇ ਰਿਹਾ ਤੇ ਅਸੀਂ ਕੀ ਲੈਣਾ ਚਾਹੁੰਦੇ, ਕਿਉਂ ਨਹੀਂ ਲੈ ਰਹੇ। ਗੁਰੂ ਨੇ ਸਾਨੂੰ ਕੀ ਦਿੱਤਾ, ਭਾਂਡਾ ਦਿੱਤਾ ਆ। ਉਹ ਭਾਂਡਾ ਕੀ ਆ? ਹਿਰਦਾ ਰੂਪੀ ਭਾਂਡਾ। ਜੀ ਬਿਲਕੁਲ। ਉਹ ਹਰ ਇੱਕ ਨੂੰ ਗੁਰੂ ਨੇ ਦਿੱਤਾ ਹੈ, ਚਾਹੇ ਅਮੀਰ ਹੈ, ਚਾਹੇ ਗਰੀਬ ਹੈ, ਚਾਹੇ ਦਾਤਾ ਹੈ, ਚਾਹੇ ਮੰਗਤਾ ਹੈ। ਨਾਲ ਇਹ ਵੀ ਦੱਸਿਆ ਇਸ ਭਾਂਡੇ ਵਿੱਚ ਪਾਉਣਾ ਕੀ ਹੈ। ਜੀ ਬਿਲਕੁਲ ਬਿਲਕੁਲ ਜੀ। ਇਹ ਸਾਡਾ ਅਗਲੀ ਵਾਰ ਦੱਸਾਂਗੇ ਆਪਾਂ ਕੀ ਪਾ ਰਹੇ ਹਾਂ, ਗੁਰੂ ਕੀ ਪਵਾ ਰਿਹਾ, ਤੇ ਜਿਹੜਾ ਮੇਲ ਜੋਲ ਕਿਉਂ ਨਹੀਂ ਹੋ ਰਿਹਾ। ਇੱਕ ਪਾਸੇ ਜ਼ਹਿਰ ਹੈ, ਇੱਕ ਪਾਸੇ ਅੰਮ੍ਰਿਤ ਹੈ। ਵਾਹਿਗੁਰੂ ਵਾਹਿਗੁਰੂ ਜੀ ਬਿਲਕੁਲ। ਉਹ ਦੋਵੇਂ ਸ਼ਕਤੀਆਂ ਕਦੀ ਆਪਸ ਵਿੱਚ ਮਿਲ ਨਹੀਂ ਸਕਦੀਆਂ। ਇੱਕ ਪਾਸੇ ਹਉਮੈ ਆ, ਹੰਕਾਰ ਆ, ਦੂਸਰੇ ਪਾਸੇ ਗੁਰੂ ਨਾਨਕ ਦੇ ਘਰ ਦਾ ਪਿਆਰ ਆ। ਵਾਹਿਗੁਰੂ ਜੀ ਬਿਲਕੁਲ ਬਿਲਕੁਲ ਜੀ। ਦੋਵੇਂ ਸ਼ਕਤੀਆਂ ਕਦੀ ਇੱਕ ਸਟੇਜ ਤੇ ਨਹੀਂ ਬੈਠ ਸਕਦੀਆਂ। ਹਉਮੈ ਨਾਵੇ ਨਾਲ ਵਿਰੋਧ ਹੈ। ਵਾਹਿਗੁਰੂ ਜੀ। ਤੋ ਇਸ ਕਰਕੇ ਇਹ ਦੋਵੇਂ ਸ਼ਕਤੀਆਂ ਇੱਕ ਥਾਂ ਤੇ ਨਹੀਂ ਬਹਿੰਦੀਆਂ। ਜੀ 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 ਜੀ। ਇਸ ਕਰਕੇ ਇੱਕ ਚੀਜ਼ ਪਰੇ ਕਰਨੀ ਪਵੇਗੀ। ਜੇ ਨਾਮ ਨੂੰ ਬਿਠਾਉਣਾ ਤੇ ਹਉਮੈ ਕੱਢਣੀ ਪਵੇਗੀ, ਨਹੀਂ ਤਾਂ ਨਾਮ ਨਹੀਂ ਹਿਰਦੇ 'ਚ ਬੈਠਦਾ। ਬਿਲਕੁਲ ਬਿਲਕੁਲ ਜੀ। ਜੇ ਅਸੀਂ ਇੱਕ ਦੁੱਧ ਆ, ਉਹਦੇ ਵਿੱਚ ਗਲਾਸ ਵਿੱਚ ਦੁੱਧ ਆ, ਉਹ 'ਚ ਪਾਣੀ ਪਾਉਣਾ, ਦੁੱਧ ਪਾਸੇ ਕਰਨਾ ਪਊਗਾ। ਜਾਂ ਗਲਾਸ ਵਿੱਚ ਕੋਈ ਵਸਤੂ ਪਈ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਵਾਹਿਗੁਰੂ ਜੀ। ਦੂਜੀ ਪਾਸੇ ਕਰਨੀ ਪਵੇਗੀ। ਇਹ ਗੱਲ ਗੁਰੂ ਅਰਜਨ ਸਾਹਿਬ ਨੇ ਭਾਈ ਮੰਝ ਨੂੰ ਕਹੀ ਸੀ। ਭਾਈ ਮੰਝ, ਰੱਬ ਉੱਤੇ ਰੱਬ ਨਹੀਂ ਸਮਾਉਂਦਾ। ਵਾਹਿਗੁਰੂ ਜੀ। ਕਿਸੇ ਦਾ ਉਪਾਸਕਿਆਂ ਬੜੀ ਖੁਸ਼ੀ ਨਾਲ ਉਪਾਸਨਾ ਕਰ ਸਕਦਾ ਆ। ਗੁਰੂ ਨਾਨਕ ਸਾਹਿਬ ਕਦੀ ਕਿਸੇ ਦਾ ਬੂਟਾ ਪੱਟ ਕੇ ਆਪਣੀ ਫੁੱਲਵਾੜੀ 'ਚ ਨਹੀਂ ਲਾਉਂਦੇ। ਵਾਹਿਗੁਰੂ ਜੀ। ਪਰ ਉਹਨੇ ਕਹਿ ਦਿੱਤਾ ਸੀ, ਮਹਾਰਾਜ ਮੈਂ ਤਨ ਵੀ ਅਰਪਣ ਕਰਤਾ, ਅੱਜ ਤੋਂ ਬਾਅਦ ਮਨ ਵੀ ਅਰਪਣ ਕਰਤਾ, ਧਨ ਵੀ ਕਰਤਾ,
ਗੁਰੂ ਕਹਿੰਦੇ ਸਾਨੂੰ ਨੁਕਸਾਨ ਹੋਵੇਗਾ, ਕਹਿਣ ਲੱਗਾ ਕੋਈ ਚਿੰਤਾ ਨਹੀਂ। ਵਾਹਿਗੁਰੂ ਜੀ। ਪਰ ਹੋਇਆ ਵੀ ਬੜਾ, ਫਿਰ ਆਪਾਂ ਚੱਲਣਾ ਅੱਗੇ ਅੱਗੇ, ਫਿਰ ਮਹਾਰਾਜ ਕਿਰਪਾ ਕਰਦੇ ਰਹਿਣਾ। ਜੀ ਜੀ ਜੀ, ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਆਪ ਜੀ ਨੇ ਟਾਈਮ ਕੱਢ ਕੇ ਜੋ ਆਪ ਜੀ ਨੇ ਇੰਨੇ ਸੋਹਣੇ ਵਿਚਾਰਾਂ ਦੀ ਸਾਂਝ ਪਾਈ ਆ। ਸੋ ਜੀ, ਇਹ ਸਾਡੀ ਬੇਨਤੀ ਹੈ ਵੀ ਆਪਾਂ ਹਾਂਜੀ ਹਰ ਸ਼ੁੱਕਰਵਾਰ ਜ਼ਰੂਰ ਆਪਾਂ ਇਹ ਟਾਈਮ ਕੱਢ ਕੇ, ਅਤੇ ਸੰਗਤਾਂ ਨੂੰ ਵੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਭਾਈ, ਪਿੱਛੇ ਜੋ ਆਪਾਂ ਕਾਰਗੁਜ਼ਾਰੀ ਕਰ ਲੈਂਦੇ ਹਾਂ ਉਹ ਬਦਲੀ ਨਹੀਂ ਜਾ ਸਕਦੀ, ਪਰ ਅੱਗਾ ਹਮੇਸ਼ਾ ਹੀ ਆਪਾਂ ਸਵਾਰ ਸਕਦੇ ਹਾਂ। ਸੋ ਆਓ, ਮੈਂ ਇੱਕ ਮਿੰਟ ਵਾਸਤੇ ਸ਼ਾਇਦ ਮੈਂ ਉਦਾਂ 5 ਮਿੰਟ ਦੀ ਵੀਡੀਓ ਵੀ ਬਣਾਵਾਂਗਾ ਜੀ। ਚਲੋ ਮੈਂ ਹੁਣ ਚੱਲ ਰਹੀ ਗੱਲ ਤੇ ਮੈਂ ਕਹਿ ਦਿੰਦਾ ਗੁਰੂ ਕੀ ਸੰਗਤ ਨੂੰ ਵੀ, ਪਤਾ ਨਹੀਂ ਇਹ ਆਵਾਜ਼ ਕਿੱਥੇ ਕਿੱਥੇ ਤੱਕ ਜਾਣੀ ਆ ਜੀ। ਵੀ ਦੇਖੋ ਅੱਜ ਮਹਾਮਾਰੀ ਆਈ ਹੋਈ ਆ ਸਾਰੇ ਸੰਸਾਰ ਵਿੱਚ ਜੀ। ਤੇ ਲੋਕੀ ਬਹੁਤ ਭੈਭੀਤ ਆ, ਤੇ ਭੈਭੀਤ ਹੋਣਾ ਵੀ ਚਾਹੀਦਾ ਆ ਜੀ। ਪਰ ਸਾਨੂੰ ਸੱਚਾਈ ਦਾ, ਸੱਚ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ। ਜੀ। ਗੁਰੂ ਕੀ ਸੰਗਤ ਵੀ ਬੈਠੀ ਆ, ਗੁਰੂ ਨਾਨਕ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਬਾਲਾ ਪ੍ਰੀਤਮ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ ਧਿਆਨ ਧਰੋ ਜੀ। ਤੇ ਜਿਹੜੀ ਸੰਜਮ ਆ, ਸੁਚਮ ਆ, ਉਹਨੂੰ ਗੁਰੂ ਨੇ ਆਪਾਂ ਨੂੰ ਵਰਿਆਂ ਪਹਿਲਾਂ ਦਿੱਤੀ ਹੋਈ ਆ, ਉਹਨੂੰ ਆਪਣੇ ਜੀਵਨ ਚੋਂ ਨਾ ਗਵਾਓ, ਸਤ ਸੰਜਮਤਾ ਰੱਖੋ ਤੇ ਬਾਲਾ ਸਾਹਿਬ ਜੀ ਦੀ ਬਾਣੀ ਪੜ੍ਹੋ, ਸੁਣੋ, ਸੱਚੇ ਪਾਤਸ਼ਾਹ ਦਾ ਧਿਆਨ ਧਰੋ, ਗੁਰੂ ਰਾਮਦਾਸ ਮੂਹਰੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਸਾਰੀ ਸੰਸਾਰ ਤੇ ਦਇਆ ਮਾਇਆ ਵਰਤਾਓ। ਜੋ ਜਿਹੜੀਆਂ ਤੁਹਾਨੂੰ ਗਾਈਡੈਂਸ ਦਿੱਤੀਆਂ ਜਾਂਦੀਆਂ ਉਹਨਾਂ ਦੀ ਜਿਹੜੀ ਪਾਲਣਾ ਉਹ ਜ਼ਰੂਰੀ ਕਰੋ, ਤਾਂ ਆਪ ਸੁਖੀ ਆਪਾਂ ਹੋਈਏ ਤੇ ਤਾਂ ਕਿ ਪਰਿਵਾਰ ਸਾਡਾ ਸਾਰਾ ਸੁਖੀ ਰਹੇ। ਜਿਵੇਂ ਹਜ਼ੂਰ ਦਾ ਬਚਨ ਹੈ ਕਿ ਲੋਕ ਸੁਖੀਏ ਪਰਲੋਕ ਸੁਖੀਲੇ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਬਿਲਕੁਲ ਜੀ, ਹੈਨਾ ਜੀ, ਬਿਲਕੁਲ। ਨਾਨਕ ਹਰ ਤੋਂ ਵਾਪੇ ਮੇਲੇ, ਸਾਨੂੰ ਵੱਧ ਤੋਂ ਵੱਧ ਗੁਰੂ ਸਾਹਿਬ ਜੀ ਦੀ ਬਾਣੀ ਦਾ ਆਸਰਾ ਲੈਣਾ ਚਾਹੀਦਾ। ਹੋਰ ਕੋਈ ਮਤ ਦਾ ਸੁਣਦਾ ਹੈ ਵੀਰ ਤੇ ਉਹ ਆਪਣੇ ਮਤ ਮੁਤਾਬਕ, ਜੋ ਉਹਨਾਂ ਦੇ ਧਰਮ ਮੁਤਾਬਕ ਉਹਨਾਂ ਨੂੰ ਦੱਸਿਆ ਜਾਂਦਾ ਹੈ, ਜੀ ਜੀ ਜੀ, ਉਹਨਾਂ ਨਾਲ ਕਰੇ, ਜੋ ਵੀ ਕਰਦੇ ਹੋਣਗੇ, ਜੋ ਉਹਨਾਂ ਦਾ ਪਾਠ ਪੂਜਾ ਬਿਲਕੁਲ ਜੀ। ਇਹ ਇੱਕ ਭਾਈ ਸਾਹਿਬ ਜੀ, ਜੇ ਇਹਦੇ ਵਿੱਚ ਆਪਾਂ ਨਾ ਗੱਲ ਦੇਖੀ ਜਾਵੇ ਤੇ ਮੈਂ ਕਹਿੰਦਾ ਸਾਡੇ ਵੱਡੇ ਭਾਗ ਨੇ ਵੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੰਨੇ ਰੁਝੇਵੇਂ ਜ਼ਿੰਦਗੀ 'ਤੇ ਵਧਾ ਬੈਠੇ ਸਾਂ, ਉਹਦੇ ਵਿੱਚੋਂ ਕੁਝ ਸਾਨੂੰ ਪਲ ਐਸੇ ਬਖਸ਼ੇ ਨੇ ਵੀ ਹੁਣ ਬਿਲਕੁਲ ਘਰਾਂ ਦੇ ਵਿੱਚ ਬੈਠੇ ਹਾਂ ਅਤੇ ਵੱਧ ਤੋਂ ਵੱਧ ਅਸੀਂ ਨਾਮ ਬਾਣੀ ਦੇ ਨਾਲ ਜੁੜੀਏ ਤੇ ਜਿਹੜੀ ਹੈਗੀ ਜੀ, ਚਿੰਤਾ ਛੱਡੀਏ, ਬਸ ਅਚਿੰਤ ਹੋਈਏ ਤੇ ਵਾਹਿਗੁਰੂ ਨਾਲ ਜੁੜੀਏ। ਚਿੰਤਾ ਛੋੜ ਅਚਿੰਤ ਰਹੋ, ਨਾਨਕ ਲੱਭ ਪਾਏ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਬਿਲਕੁਲ ਜੀ। ਸੋ ਇਹਨਾਂ ਹੀ ਬੇਨਤੀਆਂ ਦੇ ਨਾਲ ਆਪਾਂ ਹੁਣ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਸਮਾਪਤ ਕਰਦੇ ਹਾਂ ਜੀ, ਅਤੇ ਆਉਂਦੇ ਸ਼ੁੱਕਰਵਾਰ ਨੂੰ ਜ਼ਰੂਰ ਜਿਹੜਾ ਹੈਗਾ ਵੀ ਉਹ ਸੰਗਤਾਂ ਸਰਵਣ ਕਰਨ। ਜੇ ਕਿਸੇ ਵੀ ਤਰੀਕੇ ਦਾ ਲੱਗ ਰਿਹਾ ਵੀ ਕੋਈ ਸੁਧਾਰ ਦੀ ਲੋੜ ਹੈ ਉਹ ਵੀ ਸਾਨੂੰ ਜ਼ਰੂਰ ਦੱਸਣ। ਹਾਂ ਜ਼ਰੂਰ। ਤੇ ਕੱਲ ਵੀ ਬੇਨਤੀ ਕੀਤੀ ਸੀ, ਅੱਜ ਇੱਕ ਵਾਰ ਫਿਰ ਵੀ ਆਪਾਂ ਬੇਨਤੀ ਕਰਦੇ ਹਾਂ ਵੀ ਜੇ ਕਿਸੇ ਵੀ, ਜੋ ਆਪਾਂ ਜਾਣਦੇ ਹਾਂ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਇਸ ਸਮੇਂ ਕਰਫਿਊ ਵਾਲਾ ਮਾਹੌਲ ਆ, ਲੋਕਡਾਊਨ ਹੋਇਆ ਆ, ਜੇ ਕਿਸੇ ਵੀ ਵੀਰ ਭੈਣ ਭਰਾ ਤੱਕ ਕਿਸੇ ਲੰਗਰ ਪ੍ਰਸ਼ਾਦੇ ਦੀ ਜਾਂ ਹੋਰ ਕਿਸੇ ਸਹਾਇਤਾ ਦੀ ਲੋੜ ਹੈ, ਉਹ ਜ਼ਰੂਰ ਸਾਨੂੰ ਏਕ ਨੂਰ ਰੇਡੀਓ ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜੋ। ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸੇ ਨਾ ਕਿਸੇ ਹੀਲਾ ਕਰਕੇ ਅਤੇ ਜ਼ਰੂਰ ਪਹੁੰਚ ਕੀਤੀ ਜਾ ਸਕੇ। ਸੋ ਗੁਰੂ ਪਾਤਸ਼ਾਹ ਰਹਿਮਤਾਂ ਕਰਨ। ਬਸ ਇਹਨਾਂ ਹੀ ਬੇਨਤੀਆਂ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਮਾਪਤ ਕਰਦੇ ਹਾਂ ਜੀ। ਜੀ ਹਾਂਜੀ, ਤੇ ਬਾਕੀ ਜੇ ਕੋਈ ਸਮਾਂ ਬਣਿਆ ਕਿਤੇ ਭਾਵੇਂ 1-2 ਮਿੰਟ ਦਾ ਬਣਾ ਲਿਓ ਜੀ। ਇਸੇ ਪ੍ਰਥਾਏ ਜੋ ਆਪਣੇ ਅਵੇਅਰਸ ਆਇਆ ਹੋਇਆ, ਆਪਾਂ ਇਹਦੇ ਮੁਤਾਬਕ 5-7 ਮਿੰਟ ਜਿਹੜਾ ਉਹ ਇਹਦੇ ਪ੍ਰਥਾਏ ਬੋਲ ਸਕਾਂਗੇ, ਸੰਗਤਾਂ ਦੇ ਨਾਲ ਸਾਂਝ ਪਾ ਸਕਾਂਗੇ। ਜ਼ਰੂਰ ਜੀ, ਵੱਖਰੇ ਤੌਰ ਤੇ ਬਣਾਉਣਾ ਹੋਇਆ ਜੀ ਜੀ ਜ਼ਰੂਰ ਜੀ ਜ਼ਰੂਰ। ਹਾਂਜੀ, ਆਪਾਂ ਜ਼ਰੂਰ ਸੰਗਤਾਂ ਦੇ ਨਾਲ ਇਸ ਟੌਪਿਕ ਦੇ ਉੱਤੇ ਸਾਂਝ ਪਾਵਾਂਗੇ ਜੀ। ਸੋ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਹੀ ਖ਼ਤਮ ਕਰਦੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸੋ ਗੁਰੂ ਪਾਤਸ਼ਾਹ ਜੀ ਰਹਿਮਤਾਂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੁਰੂ ਪਿਆਰਿਓ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਬਈ ਜ਼ਰੂਰ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਪ੍ਰੋਗਰਾਮ ਨੂੰ ਸਰਵਣ ਕਰੋ, ਬੱਚਿਆਂ ਨੂੰ ਸੁਣਾਓ। ਇਹ ਇਸੇ ਲਈ ਹੀ ਕੋਸ਼ਿਸ਼ ਜਿਹੜੀ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਗਿਆਨੀ ਪੁਰਸ਼ ਨੂੰ, ਜਿਨ੍ਹਾਂ ਦੇ ਉੱਤੇ ਜੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਾਮ ਬਾਣੀ ਵਾਲੀਆਂ ਰੂਹਾਂ ਨੇ, ਉਹਨਾਂ ਦੇ ਨਾਲ ਆਪਾਂ ਵਿਚਾਰਾਂ ਦੀ ਸਾਂਝ ਪਾਈਏ, ਤਾਂ ਜੋ ਆਪਾਂ ਆਪਣੇ ਬੱਚਿਆਂ ਨੂੰ ਜਿਹੜੇ ਉਹ ਦੱਸ ਸਕੇ ਕਿ ਗੁਰਦੁਆਰਾ ਸਾਹਿਬ ਆਪਾਂ ਕਿਵੇਂ ਜਾਣਾ ਆ, ਕਿਵੇਂ ਆਪਾਂ ਜਿਹੜਾ ਗੁਰੂ ਸਾਹਿਬ ਨੂੰ ਨਤਮਸਤਕ ਹੋਣਾ ਆ, ਅਤੇ ਇਹਦਾ ਪ੍ਰੈਕਟੀਕਲ ਵੀ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰਕੇ ਦੇਖੀਏ। ਆਪਾਂ ਲੰਬਾ ਟਾਈਮ ਸੀ ਉਹ ਆਪਾਂ ਇਸ ਤਰੀਕੇ ਨਾਲ ਹੰਢਾ ਲਿਆ ਆ ਕਿ ਆਪਾਂ ਜਿਹੜਾ ਆਪਣੇ ਰੁਝੇਵਿਆਂ ਦੇ ਵਿੱਚ ਮਨ ਨੂੰ ਆਪਾਂ ਕਿਤੇ ਹੋਰ ਹੀ ਛੱਡ ਕੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਰਹੇ ਹਾਂ। ਆਓ ਇੱਕ ਵਾਰੀ ਆਪਾਂ ਮਨ ਨੂੰ ਨਾਲ ਲੈ ਕੇ
ਅਤੇ ਸਤਿਗੁਰਾਂ ਦੇ ਗੁਣ ਨੂੰ ਗਾਉਂਦਿਆਂ ਹੋਇਆਂ, ਆਨੰਦ ਸਾਹਿਬ ਦੀ ਬਾਣੀ ਪੜ੍ਹਦਿਆਂ ਹੋਇਆਂ ਅਤੇ ਸੱਚੇ ਪਾਤਸ਼ਾਹ ਜੀ ਤੱਕ ਜਿਹੜੀ ਹੈਗੀ ਡਟਾਉਂਟ ਬੇਨਤੀਆਂ ਕਰੀਏ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰੀਏ ਅਤੇ ਦੇਖੀਏ ਕਿ ਭਾਈ ਜਿਹੜਾ ਪਹਿਲਾ ਰਾਸਤਾ ਸੀ ਉਹਦੇ ਵਿੱਚ ਆਨੰਦ ਸੀ, ਜਾਂ ਜਿਹੜਾ ਰਾਸਤਾ ਅਸੀਂ ਸਾਨੂੰ ਗੁਰੂ ਦੇ ਪਿਆਰੇ ਹੁਕਮ ਕਰ ਰਹੇ ਨੇ, ਬੇਨਤੀਆਂ ਕਰ ਰਹੇ ਨੇ ਕਿ ਉਹ ਰਾਸਤਾ ਜਿਹੜਾ ਹੈ ਜੋ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਨੇ ਬਾਣੀ ਦੇ ਵਿੱਚ, ਕਿਉਂਕਿ ਗਿਆਨੀ ਸਰਜੀਤ ਸਿੰਘ ਜੀ ਹੋਣਾ ਨੇ ਹਰ ਇੱਕ ਬਚਨ ਨੂੰ ਗੁਰਬਾਣੀ ਦੇ ਵਿੱਚੋਂ ਹੀ ਜਿਹੜਾ ਆਪਣੇ ਅੱਗੇ ਰੱਖਿਆ ਆ, ਅਤੇ ਉਸ ਤਰੀਕੇ ਦੇ ਨਾਲ ਦੇਖੀਏ ਕਿ ਮਨ ਨੂੰ ਕਿਹੋ ਜਿਹੀ ਸ਼ਾਂਤੀ ਮਿਲਦੀ ਆ। ਸੋ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਜੇ ਕਿਸੇ ਵੀ ਤਰੀਕੇ ਦੀ ਗਲਤੀ ਭੁੱਲ ਹੋ ਗਈ ਬੋਲਦਿਆਂ ਤੋਂ ਅਤੇ ਖਿਮਾ ਬਖਸ਼ਣੀ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਾਰੇ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਣ। ਵੀਰਵਾ ਉਹ ਨਾਲ ਦੀ ਨਾਲ ਸ਼ੇਅਰ ਕਰ ਦਿੱਤਾ ਜਾਂਦਾ ਹੈ ਜੀ, ਅਤੇ ਜ਼ਰੂਰ ਜਿਹੜਾ ਹੈ ਉਹ ਸਰਵਣ ਕਰਨਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।